ਪੰਜਾਬੀ ਕਾ ਅਕੈਡਮੀ ਤੇ ਰਾਮ ਸਰੂਪ ਅਣਖੀ ਸਾਹਿਤ ਸਭਾ ਵੱਲੋਂ ਅੱਜ ਦੇ ਸਾਂਝੇ ਮੰਚ ਤੇ ਅਸੀਂ ਤੁਹਾਨੂੰ ਜਿਸ ਸ਼ਖਸੀਅਤ ਨਾਲ ਮਿਲਾਉਣ ਜਾ ਰਹੇ ਹਾਂ ਉਹ ਲਹਿੰਦੇ ਪੰਜਾਬ ਦੇ ਵਿੱਚ ਇਸਲਾਮਾਬਾਦ ਰਹਿੰਦੇ ਨੇ ਔਰ ਮਾਂ ਬੋਲੀ ਦੇ ਨਾਲ ਉਹਨਾਂ ਦੀ ਜੁੜਨ ਦੇ ਹਵਾਲੇ ਨਾਲ ਬਹੁਤ ਸਾਰੇ ਉਹਨਾਂ ਦੇ ਕੰਮ ਨੇ। ਇੱਕ ਪੂਰੀ ਤਾਰੀਖੀ ਪਿਛੋਕੜ ਹੈ ਜਿਹਦਾ ਅਸੀਂ ਇਸ ਪੂਰੇ ਇੰਟਰਵਿਊ ਦੇ ਵਿੱਚ ਵੇਰਵਾ ਕਰਦੇ ਰਵਾਂਗੇ। ਲੇਕਿਨ ਮੈਂ ਉਹਨਾਂ ਨੂੰ ਉਹਨਾਂ ਦਾ ਤਾਰਫ ਤੁਹਾਡੇ ਨਾਲ ਕਰਾਉਂਦਿਆਂ ਦੱਸਣਾ ਚਾਹੁੰਦਾ ਕਿ ਇਹ ਸ਼ਖਸੀਅਤ ਜਿਨ੍ਹਾਂ ਨੂੰ ਦੋਸਤ ਫਰਾਦ ਇਕਬਾਲ ਦੇ ਨਾਂ ਤੋਂ ਜਾਣਦੇ ਨੇ ਤੇ ਜਿੱਥੇ ਜਿੱਥੇ ਕੋਈ ਪੰਜਾਬੀ ਪਿਆਰਾ ਬੈਠਾ ਦੁਨੀਆ 'ਚ ਉਹਨੇ ਨਾ ਕਿਸੇ ਪੱਖ ਤੋਂ ਜ਼ਰੂਰ ਸੁਣਿਆ, ਭਾਵੇਂ ਉਹਨਾਂ ਦੇ ਕੋਈ ਡਿਜ਼ਾਈਨ ਵੇਖਿਆ ਹੋਵੇ, ਭਾਵੇਂ ਉਹਨਾਂ ਦੀ ਕੋਈ ਨਜ਼ਮ ਸੁਣੀ ਹੋਵੇ, ਜਾਂ ਉਹਨਾਂ ਦੇ ਪੰਜਾਬੀ ਦੇ ਨਾਲ ਜੁੜੇ ਹੋਣ ਦੇ ਉਹਨਾਂ ਦੇ ਅੰਦਰ ਇੱਕ ਕਮਾਲ ਸਰਗਰਮ ਤਹਿਰੀਕੀ ਮਾਂ ਬੋਲੀ ਪਿਆਰੇ ਦੇ ਤੌਰ 'ਤੇ ਉਹਨੂੰ ਜਾਣਦੇ ਹੋਣ। ਲੇਕਿਨ ਕਿਸੇ ਨਾ ਕਿਸੇ ਹਵਾਲੇ ਨਾਲ ਇਹਨਾਂ ਦਾ ਤਾਰਫ ਠੰਡੀ ਹਵਾ ਦੇ ਬੁੱਲੇ ਵਾਂਗਰ ਅਪੜਿਆ ਜ਼ਰੂਰ ਹੋਵੇਗਾ। ਤੇ ਮੈਂ ਆਪਣੇ ਮਿੱਤਰ ਸੱਜਣ ਫਰਾਦ ਇਕਬਾਲ ਹੋਰਾਂ ਨੂੰ ਜੀ ਆਇਆਂ ਨੂੰ ਆਖਣਾ ਕਿ ਉਹ ਸਾਡੇ ਨਾਲ ਅੱਜ ਦੇ ਪ੍ਰੋਗਰਾਮ ਤੋਂ ਜੁੜੇ ਨੇ। ਫਰਾਦ ਇਕਬਾਲ ਜੀ ਪੰਜਾਬੀ ਸ਼ਾਇਰ ਤੇ ਹੈ ਹੀ ਹੈ ਨੇ, ਉਹਦੇ ਨਾਲ ਨਾਲ ਇਹ ਬਹੁਤ ਆਲਾ ਡਿਜ਼ਾਈਨਰ ਨੇ ਔਰ ਫਨ ਦੇ ਨਾਲ ਜਿਹੜਾ ਤਾਲੁਕ ਇਹਨਾਂ ਦਾ ਉਹ ਬਹੁਤ ਪਹਿਲੇ ਗੁਜਰਾਂਵਾਲੇ ਤੋਂ ਜੁੜਿਆ, ਜਿੱਥੇ ਇੱਕ ਇਹ ਸਟਰੀਟ ਆਰਟਿਸਟ ਸਟਰੀਟ ਡਿਜ਼ਾਈਨਰ ਦੇ ਤੌਰ ਤੇ ਜਾਂ ਪੇਂਟਰ ਦੇ ਤੌਰ ਤੇ ਇਹਨਾਂ ਨੇ ਆਪਣਾ ਸਫ਼ਰ ਸ਼ੁਰੂ ਕੀਤਾ ਔਰ ਇੱਕੋ ਹੀ ਜ਼ਿੰਦਗੀ ਦੇ ਵਿੱਚ ਇੰਨੀ ਕਮਾਲ ਮਿਹਨਤ ਕੀਤੀ ਕਿ ਮਾਲਕ ਨੇ ਇੰਨਾ ਰੰਗ ਲਾਇਆ ਇਹਨਾਂ ਨੂੰ ਕਿ ਅੱਜ ਇਹ ਬਹੁਤ ਵੱਡੀ ਇੱਕ ਇਸ਼ਤਿਹਾਰੀ ਕੰਪਨੀ ਮਿਡਾਸ ਦੇ ਡਿਜ਼ਾਈਨ ਦੇ ਸ਼ੋਬੇ ਦੇ ਹੈੱਡ ਨੇ ਔਰ ਨਾਲ ਹੀ ਨਾਲ ਪੰਜਾਬੀ ਪ੍ਰਚਾਰ ਬਹੁਤ ਵੱਡਾ ਨਾਮ ਮਾਂ ਬੋਲੀ ਦੇ ਹਵਾਲੇ ਨਾਲ ਸੇਵਕਾਂ ਦਾ ਇੱਕ ਐਸਾ ਗਰੁੱਪ, ਇੱਕ ਜੱਥਾ ਜਿਹੜਾ ਮਾਂ ਬੋਲੀ ਦਾ ਸਿਰ ਕਦੀ ਨੀਵਾਂ ਨਹੀਂ ਹੋਣ ਦਿੰਦਾ, ਉਹਦੇ ਨਾਇਬ ਸਦਰ ਨੇ। ਔਰ ਇਸਲਾਮਾਬਾਦ ਦੇ ਵਿੱਚ ਪਰਾਗਾ ਦੇ ਨਾਂ ਤੋਂ ਮਾਂ ਬੋਲੀ ਦੇ ਜਿੰਨੀਆਂ ਸਰਗਰਮੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਪੇਸ਼ ਹੁੰਦੇ ਨੇ, ਮੋਢੀ ਨੇ। ਔਰ ਸਾਡੇ ਦੋਸਤ ਤਾਰਕ ਭੱਟੀ, ਮਲਕ ਮੇਰ ਅਲੀ, ਕਮਰ ਜ਼ਮਾਂ, ਇਹ ਜਦੋਂ ਮੈਂ ਸਾਰੇ ਨਾਂ ਲਵਾਂ ਤੇ ਜੇ ਫਰਾਦ ਇਕਬਾਲ ਦਾ ਨਾਂ ਨਾ ਲਵਾਂ ਤੇ ਇਹ ਟੀਮ ਪੂਰੀ ਨਹੀਂ ਹੁੰਦੀ। ਤੇ ਮੈਂ ਬਹੁਤ ਹੀ ਅੱਜ ਆਪਣੇ ਆਪ ਨੂੰ ਧੰਨਵਾਦੀ ਸਮਝਦੇ ਹਾਂ, ਆਪਣੇ ਸੱਜਣਾਂ ਨਾਲ, ਸੁਣਨ ਵਾਲਿਆਂ ਨਾਲ ਮਿਲਵਾਉਣਾ ਚਾਹੁੰਦਾ ਸਾਂ ਫਰਾਦ ਇਕਬਾਲ ਹੋਰਾਂ ਨੂੰ। ਤੇ ਅੱਜ ਉਹ ਸਾਡੇ ਨਾਲ ਨੇ, ਉਹ ਵੇਲਾ ਆ ਗਿਆ ਤੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਸਾਂਝੀ ਕਰਦੇ ਹਾਂ। ਸਭ ਤੋਂ ਪਹਿਲਾਂ ਉਹੀ ਸਵਾਲ ਕਰਾਂਗੇ ਜਿਹੜਾ ਬਹੁਤ ਸਾਰੇ ਲੋਕ ਪੁੱਛਣਾ ਚਾਹ ਰਹੇ ਹੁੰਦੇ ਨੇ ਕਿ ਆਪਣੀ ਪਿਛਲੀ ਜ਼ਿੰਦਗੀ ਬਾਰੇ, ਆਪਣੇ ਪਿਛੋਕੜ ਬਾਰੇ ਕੋਈ ਯਾਦ ਤੁਸੀਂ ਸਾਂਝੀ ਕਰੋ ਜਿਹੜੀ ਉੱਥੇ ਆ ਕੇ ਜੁੜੇ, ਜਿਵੇਂ ਤੁਸੀਂ ਅਦਬ ਦੇ ਨਾਲ ਜਾਂ ਮਾਂ ਬੋਲੀ ਦੀ ਸੇਵਾ ਨਾਲ ਜੁੜੇ ਹੋ, ਤਾਂ ਕਿ ਸਾਨੂੰ ਇਹ ਪਤਾ ਲੱਗ ਸਕੇ ਕਿ ਜਿਹੜਾ ਮਾਂ ਬੋਲੀ ਦਾ ਸੇਵਕ, ਇਹ ਸੁੱਚਾ ਸ਼ਾਇਰ ਹੈ, ਇਹ ਕਿਵੇਂ ਇਸ ਪਰਾਗੇ 'ਚ ਰਲਿਆ। ਜੀ ਫਰਾਦ ਭਾਈ। ਜੀ ਆਜ਼ਮ ਮਲਿਕ ਸਾਹਿਬ, ਬਹੁਤ ਸ਼ੁਕਰੀਆ। ਸਭ ਤੋਂ ਪਹਿਲੇ ਤੇ ਇਹ ਵੇ ਕਿ ਪੰਜਾਬੀ ਦਾ ਜਿਹੜਾ ਹੈ ਆ ਰਹੇ ਕਿ ਪੰਜਾਬ ਦੇ ਦੋਹਾਂ ਪਾਸੇ ਜੀਆਂ ਨੂੰ ਇਕੱਠਿਆਂ ਕਰਨਾ ਤੇ ਆਪਣੀ ਗੱਲ ਨੂੰ ਅੱਗੇ ਤੋਰਨਾ ਤੇ ਅੱਗੇ ਵਧਾਉਣਾ, ਇਹਦੇ ਨਾਲ ਜੁੜਤ ਵੀ ਬਣਦੀ ਹੈ ਤੇ ਮੁਹੱਬਤਾਂ ਵੀ ਅੱਗੇ ਟੁਰਦੀਆਂ ਨੇ। ਤੇ ਮੈਂ ਇਸ ਤੋਂ ਪਹਿਲੇ ਜਿਤਨੇ ਐਪੀਸੋਡ ਵੇਖੇ ਨੇ ਪੰਜਾਬੀ ਕਾ ਦੇ ਇਸ ਲਾਈਵ ਪ੍ਰੋਗਰਾਮ ਦੇ, ਉਹਦੇ ਵਿੱਚ ਮੈਨੂੰ ਇੱਕ ਹੀ ਜਿਹੜਾ ਮੈਸੇਜ ਹੈ ਉਹ ਮੇਰੇ ਤੱਕ ਪਹੁੰਚਿਆ ਹੈ ਕਿ ਇਹੋ ਜਿਹੇ ਆਰ ਜਿਹੜੇ ਨੇ ਅਗਰ ਹਰ ਪਾਸੇ ਹੋਣੇ ਸ਼ੁਰੂ ਹੋ ਜਾਣ ਤੇ ਫਿਰ ਜਿਹੜੀ ਸੂਰਤ ਹਾਲ ਹੈ ਪੰਜਾਬ ਵਾਸਤੇ ਕਾਫੀ ਮੁਖਤਲਿਫ ਹੋ ਸਕਦੀ ਹੈ। ਤੇ ਅਸੀਂ ਕਮ ਅਜ਼ ਕਮ ਸਿਆਸੀ ਹਵਾਲੇ ਨੂੰ ਛੱਡ ਕੇ ਅਗਰ ਅਸੀਂ ਆਪਣੇ ਸਾਹਿਤ ਨੂੰ, ਲਿਟਰੇਚਰ ਨੂੰ ਲੈ ਕੇ ਚੱਲੀਏ, ਆਪਣੀਆਂ ਕਦਰਾਂ ਨੂੰ ਲੈ ਕੇ ਚੱਲੀਏ, ਆਪਣੀ ਜਿਹੜਾ ਸਾਡਾ ਕਲਚਰ ਹੈ ਉਹਨੂੰ ਲੈ ਕੇ ਚੱਲੀਏ, ਅਸੀਂ ਉਹਦੇ ਤਨਾਜ਼ਰ ਵਿੱਚ ਵੇਖੀਏ, ਤੇ ਮੇਰਾ ਖਿਆਲ ਹੈ ਕਿ ਸਾਡਾ ਸਫ਼ਰ ਮਜ਼ੀਦ ਤੇਜ਼ ਹੋ ਜਾਂਦਾ ਤੇ ਅਸੀਂ ਬੜੀ ਤੇਜ਼ੀ ਨਾਲ ਇੱਕ ਦੂਜੇ ਨਾਲ ਵੱਧ ਸਕਦੇ ਹਾਂ। ਤੇ ਇਹੋ ਜਿਹੇ ਜਿਹੜੇ ਆਰ ਨੇ ਨੂੰ ਸਰਾਇਆ ਜਾਣਾ ਚਾਹੀਦਾ ਹੈ ਹਰ ਲੈਵਲ ਤੇ। ਔਰ ਮੈਂ ਮੁਬਾਰਕਬਾਦ ਪੇਸ਼ ਕਰਨਾ ਕਿ ਤੁਸੀਂ ਬੜੀ ਕਾਮਯਾਬੀ ਨਾਲ ਇਹਨੂੰ ਅੱਗੇ ਵਧਾ ਰਹੇ ਹੋ। ਤੇ ਸਭ ਤੋਂ ਪਹਿਲੇ ਤੁਹਾਡੇ ਪਹਿਲੇ ਸਵਾਲ ਦਾ ਜਿਹੜਾ ਹੈ, ਜੋ ਤੁਸੀਂ ਜਿਹੜਾ ਜ਼ਿਕਰ ਕੀਤਾ ਹੈ ਮੁਖਤਲਿਫ ਫਨੂਨ ਦਾ, ਮੁਖਤਲਿਫ ਜਿਹੜੇ ਆਰਟ ਨੇ ਉਹਨਾਂ ਦਾ, ਤੇ ਮੇਰੇ ਖਿਆਲ ਵਿੱਚ ਜਾਂ ਮੇਰੀ ਸੰਭਾਲ ਦੇ ਮੁਤਾਬਕ ਇਹ ਵੇ ਕਿ ਇੱਕ ਐਸਾ ਇਨਸਾਨ ਜਿਹੜਾ ਜਦੋਂ ਅੱਖ ਖੋਲਦਾ ਹੈ ਤੇ ਉਹਨੂੰ ਬਾਕੀ ਜਿਹੜੇ ਇਰਦ ਗਿਰਦ ਦੇ ਲੋਕ ਨੇ ਉਹਨਾਂ ਤੱਕ ਆਪਣੀ ਗੱਲ ਪਹੁੰਚਾਉਣ ਦਾ ਜਾਂ ਆਪਣੇ ਆਪ ਨੂੰ ਇਜ਼ਹਾਰ ਕਰਨ ਦਾ, ਐਕਸਪ੍ਰੈਸ ਕਰਨ ਦਾ ਉਹਦੇ ਅੰਦਰ ਇੱਕ ਕਸਕ ਹੁੰਦੀ ਹੈ ਜੀ। ਉਹ ਹੁਣ ਜਿਹੜੀ ਕਸਕ ਹੈ ਉਹ ਮੁਖਤਲਿਫ ਰਸਤੇ ਲੱਭਦੀ ਹੈ।
ਉਹ ਰਸਤੇ ਕੀ ਲੱਭਦੀ ਹੈ ਕਿ ਉਹਦੇ ਚ ਉਹ ਕਿਸੇ ਤਰੀਕੇ ਨਾਲ ਲੋਕਾਂ ਤੱਕ ਮੇਰਾ ਜਿਹੜਾ ਅੰਦਰ ਦਾ ਜੋ ਮਹਿਸੂਸਾਤ ਨੇ ਜਾਂ ਅੰਦਰ ਜੋ ਮੇਰੀ ਫੀਲਿੰਗਸ ਨੇ ਜਾਂ ਜਿਸ ਤਰ੍ਹਾਂ ਮੈਂ ਆਪਣੇ ਆਪ ਨੂੰ ਐਕਸਪ੍ਰੈਸ ਕਰਨਾ ਚਾਹੁੰਦਾ ਉਹਦੇ ਵਾਸਤੇ ਉਹ ਰਸਤੇ ਤਲਾਸ਼ ਕਰਦੀ ਹੈ। ਉਹਦੇ ਵਿੱਚ ਇਹ ਹੁੰਦਾ ਕਿ ਫਿਰ ਰਸਤੇ ਵਿੱਚ ਅਗਰ ਆਰਟ ਆ ਜਾਂਦਾ ਹੈ ਤੇ ਇਨਸਾਨ ਆਰਟ ਦੇ ਜ਼ਰੀਏ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਂਦਾ ਹੈ, ਲੇਕਿਨ ਉਹ ਜਿਤਨੀ ਪਹੁੰਚਾਉਂਦਾ ਚਲਾ ਜਾਂਦਾ ਹੈ ਉਹਨੂੰ ਉਨੀ ਹੀ ਜ਼ਿਆਦਾ ਜਿਹੜੀ ਇਹ ਤਲਬ ਹੋਰ ਹੁੰਦੀ ਜਾਂਦੀ ਹੈ ਕਿ ਮੈਂ ਮਜ਼ੀਦ ਕਿਸੇ ਹੋਰ ਮੀਡੀਅਮ ਨਾਲ ਵੀ ਲੋਕਾਂ ਦੇ ਸਾਹਮਣੇ ਆਵਾਂ। ਫਿਰ ਉਹ ਅਗਰ ਆਰਟ ਤੋਂ ਅੱਗੇ ਚੱਲ ਕੇ ਤੇ ਫਿਰ ਜਦੋਂ ਉਹ ਪਹੁੰਚਦਾ ਹੈ ਕਿ ਮਤਲਬ ਸੋਚਦਾ ਕਿ ਮੈਂ ਮਜ਼ੀਦ ਕੁਝ ਕਰਾਂ ਤੇ ਫਿਰ ਉਹ ਲਿਖ ਕੇ ਮਤਲਬ ਲਿਟਰੇਚਰ ਰਾਹੀਂ, ਕਹਾਣੀ ਰਾਹੀਂ ਜਾਂ ਇਹ ਵੇ ਕਿ ਆਪਣੀ ਸ਼ਾਇਰੀ ਰਾਹੀਂ ਜਾਂ ਆਪਣੀ ਕਿਸੇ ਤਹਿਰੀਕ ਰਾਹੀਂ ਫਿਰ ਉਹ ਆਪਣੇ ਆਪ ਨੂੰ ਲੋਕਾਂ ਤੱਕ ਆਪਣੇ ਪੈਗਾਮ ਨੂੰ ਪਹੁੰਚਾਉਂਦਾ ਹੈ। ਬੁਨਿਆਦੀ ਤੌਰ ਤੇ ਇਹ ਸਾਰੇ ਜਿੰਨੇ ਫਨ ਨੇ, ਇਹ ਜਿਤਨੇ ਵੀ ਅੱਜ ਤੱਕ ਦੁਨੀਆ ਦੇ ਉੱਤੇ ਫਨੂਨ ਹੈ ਨੇ, ਇਹਨਾਂ ਸਾਰਿਆਂ ਦਾ ਮਕਸਦ ਇਹੀ ਹੈ ਕਿ ਇੱਕ ਉਹ ਬੰਦਾ ਜਿਹੜਾ ਆਪਣੇ ਅੰਦਰ ਕੁਝ ਮਹਿਸੂਸ ਕਰਦਾ ਹੈ ਔਰ ਆਪਣੀ ਉਹਦੇ ਮਾਜ਼ੀ ਦੀ ਉਹਦੀ ਕੋਈ ਯਾਦ ਹੈ ਜਾਂ ਉਹਦੇ ਕਲਚਰ ਨਾਲ ਜੁੜੀਆਂ ਚੀਜ਼ਾਂ ਨੇ, ਜਿਸ ਨਜ਼ਰ ਤੋਂ ਉਹ ਵੇਖਦਾ ਉਹ ਚਾਹੁੰਦਾ ਕਿ ਉਸੇ ਤਰੀਕੇ ਨਾਲ ਮੈਂ ਇਹਨੂੰ ਅੱਗੇ ਲੋਕਾਂ ਤੱਕ ਪਹੁੰਚਾਵਾਂ। ਇੱਥੋਂ ਫਿਰ ਅਬਲਾਗ ਦੇ ਰਸਤੇ ਨਿਕਲਦੇ ਨੇ। ਅਬਲਾਗ ਤੁਹਾਡਾ ਲਿਟਰੇਚਰ 'ਚ ਵੀ ਹੈ, ਅਬਲਾਗ ਤੁਹਾਡਾ ਜਿਹੜਾ ਕਮਿਊਨੀਕੇਟਿਵਿਟੀ ਜਿਹੜੀ ਹੈ ਉਹ ਸਾਰੇ ਮੀਡੀਅਮ ਦੇ ਵਿੱਚ ਮੌਜੂਦ ਹੈ ਔਰ ਇਹ ਉਹਦੇ ਮੁਖਤਲਿਫ ਇਜ਼ਹਾਰ ਨੇ। ਉਹਦੇ 'ਚ ਮਤਲਬ ਮੈਂ ਜਿਸ ਤਰ੍ਹਾਂ ਸ਼ੁਰੂ ਕੀਤਾ ਤੇ ਸ਼ੁਰੂ ਹੋਇਆ ਸੀ ਕਿ ਹੱਥ ਦੇ ਅੰਦਰ ਕੋਈ ਇੱਕ ਤੜਪ ਸੀ ਕਿ ਜੀ ਮੈਂ ਕੁਝ ਨਾ ਕੁਝ ਕ੍ਰੀਏਟ ਕਰਾਂ, ਕੁਝ ਬਣਾਵਾਂ। ਈਵਨ ਸਕੂਲ ਲੈਵਲ ਤੇ ਵੀ ਐ ਸੀ ਕਿ ਮੈਂ ਪੈਨਸਲ ਤੋਂ ਲੱਗ ਕੇ ਪੈਨ, ਚੌਕ, ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ, ਹੱਤਾ ਕਿ ਇਹ ਵੀ ਸੀ ਕਿ ਜ਼ਮੀਨ ਦੇ ਉੱਤੇ ਵੀ ਮੁਖਤਲਿਫ ਸ਼ਕਲਾਂ ਬਣਾਉਣੀਆਂ ਤੇ ਆਪਣੇ ਡਰਾਇੰਗ ਇਹ ਵਗੈਰਾ। ਮੇਰੇ ਸਕੂਲ ਟਾਈਮ ਤੇ ਵੀ ਇਸ ਤਰ੍ਹਾਂ ਸੀ। ਅੱਗੇ ਜਦੋਂ ਫਿਰ ਟੁਰਿਆ ਤੇ ਫਿਰ ਅੱਗੋਂ ਕਾਲਜ ਲੈਵਲ ਤੇ, ਯੂਨੀਵਰਸਿਟੀ ਲੈਵਲ ਤੇ, ਫਿਰ ਅੱਗੇ ਜਾ ਕੇ ਮੁਖਤਲਿਫ ਜਿਹੜੇ ਨੇ ਉਹਦੇ ਇਜ਼ਹਾਰ ਮੇਰੇ ਸਾਹਮਣੇ ਆਉਂਦੇ ਚਲੇ ਗਏ। ਲੇਕਿਨ ਮੈਂ ਇੱਕ ਸਟੇਜ ਤੇ ਫਿਰ ਐਸੀ ਕਿ ਐਜੂਕੇਸ਼ਨ ਵਾਲੇ ਸਾਈਡ ਛੋੜ ਕੇ ਮੈਂ ਆਲਮੋਸਟ ਯੂਨੀਵਰਸਿਟੀ ਜਾਣ ਤੋਂ ਪਹਿਲੇ ਹੀ ਜਿਹੜਾ ਸੀ ਉਹ ਮੈਂ ਇਸ ਪਾਸੇ ਆ ਗਿਆ ਕਿ ਕਿਉਂਕਿ ਮੇਰੇ ਅੰਦਰ ਐਸੀ ਕਿ ਖਤਾਤੀ ਔਰ ਮੁਸਵਰੀ ਦਾ ਮੈਨੂੰ ਬਹੁਤ ਜਨੂਨ ਦੀ ਹੱਦ ਤੱਕ ਸ਼ੌਕ ਸੀ। ਉਹਦੇ ਨਾਲ ਨਾਲ ਮੌਸੀਕੀ ਵੀ, ਇਹ ਦੋਵੇਂ ਜਿਹੜੀਆਂ ਚੀਜ਼ਾਂ ਸਨ ਮੇਰੇ ਸਾਹਮਣੇ ਬੜੀਆਂ ਵਾਜ਼ੇ ਸਨ। ਮੈਂ ਸਮਝਦਾ ਸਾਂ ਕਿ ਇਹ ਮੇਰੀ ਇੱਕ ਇਜ਼ਹਾਰ ਦਾ ਜ਼ਰੀਆ ਹੋ ਸਕਦੇ ਨੇ। ਮੈਂ ਫਿਰ ਉਸ ਗੁਜਰਾਂਵਾਲਾ ਵਿੱਚ ਹੀ ਉਸਤਾਦ ਸਰਵਰ ਰਾਈ ਸਾਹਿਬ ਨੇ, ਜੀ ਅਬਾਸ ਸਾਹਿਬ ਨੇ ਔਰ ਜ਼ਿਆ ਸਾਹਿਬ ਨੇ, ਐਸ ਅਕਬਰ ਸਾਹਿਬ, ਇਹਨਾਂ ਸਾਰਿਆਂ ਦੇ ਕੋਲੋਂ ਜਿੰਨਾ ਹੋ ਸਕਿਆ, ਜਿੰਨੀ ਮੈਨੂੰ ਸਮਝ ਆਈ ਮੈਂ ਸਿੱਖਿਆ। ਉਸ ਤੋਂ ਬਾਅਦ ਫਿਰ ਇਹ ਕਿ ਖਤਾਤੀ ਈਵਨ ਮੈਂ ਜਿਹੜਾ ਸ਼ੁਰੂ ਕੀਤਾ ਉਹ ਵਾਲ ਚੈਕਿੰਗ ਤੋਂ ਸ਼ੁਰੂ ਕੀਤਾ। ਫਿਰ ਹੈ ਕਿ ਸਿਨੇਮਾ ਲਾਈਨ ਦੇ ਵਿੱਚ ਜਿੰਨੀਆਂ ਪੋਰਟਰੇਟਸ ਵਗੈਰਾ ਜਿਹੜੀ ਸਿਨੇਮੇ ਦੇ ਮੱਥੇ ਤੇ ਲੱਗਦੀਆਂ ਸਨ ਉਹ ਕੰਮ ਕੀਤਾ। ਇਹ ਮੈਂ ਗੱਲ ਕਰ ਰਿਹਾ ਅਰਲੀ 80s ਦੀ। ਜੀ 1980 ਦੇ ਦਹਾਕੇ ਦੇ ਵਿੱਚ ਜਿਹੜਾ ਮੇਰਾ ਤਕਰੀਬਨ ਇਹੀ ਸਫ਼ਰ ਰਿਹਾ। ਉਸ ਤੋਂ ਬਾਅਦ ਇਹ ਵੇ ਕਿ ਖਤਾਤੀ ਔਰ ਮੁਸਵਰੀ ਦਾ ਇੱਕ ਅਮੇਜ਼ਿਸ਼ ਦੇ ਨਾਲ ਫਿਰ ਗੁਜਰਾਤ ਵਿੱਚ ਇੱਕ ਸਟੂਡੀਓ ਚਲਾਇਆ ਜਿਹਦੇ ਵਿੱਚ ਇਹ ਸਾਰੀਆਂ ਜਿਹੜੀਆਂ ਸਰਵਿਸਿਜ਼ ਸਨ ਕਮਰਸ਼ੀਅਲ ਬੁਨਿਆਦਾਂ ਤੇ ਫਿਰ ਇਹ ਵੀ ਮੈਂ ਅੱਗੇ ਢੋਲੀਆਂ। ਵਾਹ। 1987 ਦੇ ਵਿੱਚ ਫਿਰ ਮੇਰੇ ਇੱਕ ਦੋਸਤ ਨੇ ਸ਼ਬੀਰ ਹੁਸੈਨ, ਉਹ ਅੱਜ ਵੀ ਸਾਡੀ ਦੋਸਤੀ ਨੂੰ ਅਸੀਂ ਲੰਗੋਟੀਆਂ ਹਾਂ। ਅੱਜ 35-36 ਸਾਲ ਹੋ ਗਏ ਨੇ ਅਸੀਂ ਇਕੱਠੇ ਹਾਂ। ਗੁਜਰਾਤ ਤੋਂ ਤਾਲੁਕ ਉਹਨਾਂ ਦਾ। ਉਹਨਾਂ ਨੇ ਮੈਨੂੰ ਪਰਸੂ ਕੀਤਾ ਕਿ ਡਿਜ਼ਾਈਨ ਵਾਲੇ ਪਾਸੇ ਆਉਣਾ ਚਾਹੀਦਾ। ਤੇ 1987 ਵਿੱਚ ਮੈਂ ਡਿਜ਼ਾਈਨ ਵਾਲੇ ਪਾਸੇ ਜਿਹੜਾ ਉਹ ਮੈਂ ਆਇਆ ਤੇ 87 ਤੋਂ ਔਨਵਰਡ ਫਿਰ ਮੇਰਾ ਸਫ਼ਰ ਡਿਜ਼ਾਈਨ ਸ਼ੁਰੂ ਹੋਇਆ, ਜਿਹੜਾ ਕਿ ਮੁਖਤਲਿਫ ਆਰਗੇਨਾਈਜੇਸ਼ਨਸ ਦੇ ਨਾਲ ਕੰਮ ਕਰਦੇ ਹੋਏ, ਜਿਹਦੇ ਵਿੱਚ ਐਡੇਜ ਇਸਲਾਮਾਬਾਦ, ਐਡੇਜ ਲਾਹੌਰ ਸੀ। ਉਸ ਤੋਂ ਬਾਅਦ ਪ੍ਰੋਫਾਈਲ ਹੈ। ਉਸ ਤੋਂ ਬਾਅਦ ਫਿਰ ਮੈਂ ਸਾਊਦੀ ਅਰਬ ਚਲਾ ਗਿਆ। 12 ਸਾਲ ਸਾਊਦੀ ਅਰਬ ਰਿਹਾ ਮੈਂ ਔਰ ਉੱਥੇ ਵੀ ਮੇਰਾ ਇਹੀ ਪ੍ਰੋਫੈਸ਼ਨ ਸੀ ਤੇ ਜਿਹਦੇ ਵਿੱਚ ਗ੍ਰਾਫਿਕ ਡਿਜ਼ਾਈਨਿੰਗ, ਐਨੀਮੇਸ਼ਨ ਔਰ ਸਾਰਾ ਇਹ ਸਟੱਫ ਇਹੀ ਕਰਦਾ ਰਿਹਾ। ਉਸ ਤੋਂ ਬਾਅਦ 2006 ਵਿੱਚ ਵਾਪਸ ਆਇਆ ਤੇ ਫਿਰ ਮੈਂ ਆਪਣੀ ਪਹਿਲੀ ਜਿਹੜੀ ਟੀਮ ਹੈ ਸੀ, ਪਹਿਲੇ ਜਿਹੜਾ ਬੈਚ ਹੈ ਸੀ, ਉਹਨਾਂ ਦੇ ਨਾਲ ਹੀ ਮਿਲ ਕੇ ਤੇ ਫਿਰ ਮੈਂ ਇੱਕ ਆਰਗੇਨਾਈਜੇਸ਼ਨ ਵਿੱਚ 4 ਸਾਲ ਕੀਤਾ ਔਰ ਇਹਦੇ ਵਿੱਚ ਮਿਡਾਸ ਵਿੱਚ ਮੈਨੂੰ 10 ਸਾਲ ਹੋ ਗਏ ਨੇ। ਲੇਕਿਨ ਇਸ ਰਸਤੇ ਦੇ ਵਿੱਚ ਇੱਥੋਂ ਤੱਕ ਪਹੁੰਚਦਿਆਂ ਤੱਕ ਵੀ ਇੰਝ ਲੱਗਦਾ ਕਿ ਹਾਲੇ ਇਜ਼ਹਾਰ ਹੋ ਨਹੀਂ ਪਾਇਆ ਜਿਸ ਤਰ੍ਹਾਂ ਹੋਣਾ ਚਾਹੀਦਾ ਸੀ। ਕਿਆ ਬਾਤ, ਬਹੁਤ ਸੋਹਣੀ ਇਫਰਾਦ ਭਾਈ ਗੱਲ ਕਿ ਸਾਨੂੰ ਲੱਗਦਾ ਕਿ ਇੱਕ ਸ਼ਾਇਰ ਨਾਲ, ਇੱਕ ਸੋਜਵਾਨ ਨਾਲ, ਇੱਕ ਸੁਖਨ ਸ਼ਨਾਸ ਨਾਲ ਗੱਲ ਕਰਨ ਦਾ ਹੀ ਫਾਇਦਾ ਹੁੰਦਾ ਕਿ ਇੱਕ ਸਵਾਲ 'ਚ ਤੁਹਾਨੂੰ ਵਾਹ ਸਾਰੇ ਜਵਾਬ ਮਿਲ ਜਾਂਦੇ ਨੇ ਔਰ ਪੂਰੀ ਤੁਸੀਂ ਇੱਕ ਕਹਾਣੀ ਦੀ ਸ਼ਕਲ 'ਚ ਸੁਣਨ ਵਾਲਿਆਂ ਨੂੰ ਪੂਰੀ ਆਪਣੀ ਜਦੋਜਹਿਦ ਦੱਸੀ। ਮੈਂ ਸਮਝਦਾ ਇਹ ਜਦੋਜਹਿਦ ਸਾਡੀ ਨਵੀਂ ਪੀੜ੍ਹੀ ਲਈ ਵੀ ਬੜੀ ਕੰਮ ਦੀ ਹੈ ਕਿ ਉਹ ਵੇਖਦੇ ਨੇ ਕਿ ਇੱਕ ਬੰਦਾ ਇੱਕ ਜ਼ਿੰਦਗੀ ਦੇ ਵਿੱਚ ਕੰਮ ਸ਼ੁਰੂ ਕਰਦਾ ਔਰ ਕੋਈ ਕੰਮ ਛੋਟਾ ਨਹੀਂ ਹੁੰਦਾ ਤੇ ਉਹ ਅਗਰ ਉੱਥੋਂ ਸ਼ੁਰੂ ਹੋ ਕੇ ਉਸ ਡਿਜ਼ਾਈਨਿੰਗ ਦੀ ਪੀਕ ਤੇ ਜਾਂ ਇਸ ਸਤ੍ਹਾ ਤੇ ਪਹੁੰਚਦਾ ਹੈ ਕਿ ਲੋਕ ਉਹਨੂੰ ਵਡਿਆਣ। ਤੇ ਮੈਂ ਸਮਝਦਾ ਇਹ ਬੜੀ ਵੱਡੀ ਮਾਲਕ ਦੀ ਮਿਹਰ ਹੈ
ਔਰ ਤੁਹਾਡੀ ਲਗਨ ਆਪਣੇ ਕੰਮ ਦੇ ਨਾਲ। ਸਾਡੇ ਜਿਹੜੇ ਦੋਸਤ ਨਾਲ ਜੁੜੇ ਨੇ, ਸਾਡੇ ਇਮਰਾਨ ਸਹਿਰ ਸਾਹਿਬ ਬਹੁਤ ਸੋਹਣੇ ਸ਼ਾਇਰ ਨੇ ਔਰ ਬੋਲੀ ਖਾਸ ਤੌਰ ਤੇ ਬਹੁਤ ਸੋਹਣੀ ਲਿਖਦੇ ਨੇ। ਨੂਰ ਹੁਸੈਨ ਸਾਹਿਬ ਸਾਡੇ ਦੋਸਤ ਲਾਹੌਰ ਜੌਹਰ ਟਾਊਨ ਤੋਂ, ਉਹ ਕਹਿ ਰਹੇ ਨੇ ਫਰਾਦ ਇਕਬਾਲ ਜੀ ਹਯਾਤੀ ਮਾਨੋ। ਇਹ ਬਹੁਤ ਪੰਜਾਬੀ ਨਾਲ ਪਿਆਰ ਕਰਦੇ ਨੇ, ਰਿਟਾਇਰਡ ਲਾਈਫ ਗੁਜ਼ਾਰ ਰਹੇ ਨੇ, ਲੇਕਿਨ ਮਾਂ ਬੋਲੀ ਦੀ ਬਹੁਤ ਸੇਵਾ, ਬੜਾ ਦਰਦ ਇਹਨਾਂ ਦੇ ਦਿਲ 'ਚ। ਜ਼ਫਰ ਅਵਾਨ ਤੁਹਾਨੂੰ ਸਲਾਮ ਕਹਿ ਰਹੇ ਨੇ ਡੈਨਮਾਰਕ ਤੋਂ, ਬਹੁਤ ਪਿਆਰੇ ਸਾਡੇ ਸ਼ਾਇਰ। ਔਰ ਰਜਨੀ ਰਾਣੀ ਜੀ, ਉਹ ਵੀ ਕਹਿ ਰਹੇ ਨੇ ਬਹੁਤ ਖੂਬ। ਇਹ ਅਸੀਂ ਨਾਂ ਇਸ ਤੋਂ ਲੈਂਦੇ ਹਾਂ ਜਿਹੜੇ ਸਭ ਤੋਂ ਪਹਿਲੇ ਸਾਡੀ ਇਸ ਬੈਠਕ 'ਚ ਆਉਂਦੇ ਨੇ। ਵੈਸੇ ਸਾਰੇ ਹੀ ਪ੍ਰਾਹੁਣੇ ਮਾਣਯੋਗ ਹੁੰਦੇ ਨੇ, ਲੇਕਿਨ ਜਿਹੜੇ ਪਹਿਲੇ ਆਉਣ ਉਹ ਹਲਾਸ਼ੇਰੀ ਦੇਣ ਵਾਲੇ ਹੁੰਦੇ ਨੇ, ਉਹਨਾਂ ਦੇ ਪਿੱਛੇ ਬਾਕੀ ਲੋਕ ਵੀ ਆਉਂਦੇ ਨੇ। ਇਸ ਤੋਂ ਪਹਿਲੇ ਨਾਮ ਮੈਂ ਜ਼ਿਆਦਾ ਚਾਅ ਨਾਲ ਲੈਣਾ। ਤੇ ਮੈਂ ਇਹ ਵੀ ਦੱਸਦਾ ਜਾਵਾਂ ਕਿ ਫਰਾਦ ਇਕਬਾਲ ਜੋ ਕਿ ਦੋਸਤ ਨੇ, ਪਿਆਰ ਕਰਨ ਵਾਲੇ ਨੇ, ਮੇਰੇ ਦਿਲ ਦੇ ਬਹੁਤ ਨੇੜੇ ਨੇ, ਲੇਕਿਨ ਬਤੌਰ ਸ਼ਾਇਰ ਮੈਂ ਉਹਨਾਂ ਨੂੰ ਬੜਾ ਪਸੰਦ ਕਰਨਾ ਕਿ ਜਿਹੜਾ ਪੰਜਾਬੀ ਸ਼ਾਇਰਾਂ ਤੇ ਇੱਕ ਇਲਜ਼ਾਮ ਸੀ ਕਿ ਜੀ ਪੰਜਾਬੀ ਸ਼ਾਇਰ ਨੇ ਉਹ ਬਹੁਤ ਸਾਰੇ ਮੌਜ਼ੂਆਂ ਤੇ ਗੱਲ ਨਹੀਂ ਕਰਦੇ, ਰਵਾਇਤੀ ਉਹ ਕਿਸੇ ਪਟੇ ਮੌਜ਼ੂਆਂ ਤੇ ਗੱਲ ਕਰਦੇ ਨੇ। ਉਹ ਗੱਲ ਫਰਾਦ ਇਕਬਾਲ ਨੇ ਜਿਹੜਾ ਗਲਤ ਸਾਬਤ ਕਰ ਦਿੱਤੀ। ਇਹਨਾਂ ਟਰਾਂਸਜੈਂਡਰ ਤੇ ਵੀ ਨਜ਼ਮਾਂ ਲਿਖੀਆਂ, ਇਹਨਾਂ ਦੀਆਂ ਨਜ਼ਮਾਂ ਅਸੀਂ ਸੁਣਾਂਗੇ ਔਰ ਤੁਸੀਂ ਵੇਖੋਗੇ ਕਿ ਉਹਦੇ 'ਚ ਇੱਕ ਪੜ੍ਹੇ ਲਿਖੇ, ਇੱਕ ਨਵੇਂ ਦੌਰ ਦੀ ਸੋਚ ਸਮਝ ਸਾਨੂੰ ਦਿਸਦੀ ਹੈ। ਇਹਨਾਂ ਦੀ ਜਿਹੜੀ ਇੱਕ ਜਿਹੜਾ ਕਲਾਮ ਬਹੁਤ ਜ਼ਿਆਦਾ ਗਾਇਆ ਗਿਆ, ਉਹ ਇਹਨਾਂ ਨੂੰ ਆਪ ਵੀ ਨਹੀਂ ਪਤਾ ਉਹ ਕਿੰਨੇ ਗਾਇਆ। ਉਹ ਸੂਫੀ ਕਲਾਮ ਹੈ। ਮੈਂ ਅੱਜ ਸੁਣ ਰਿਹਾ ਸਾਂ YouTube ਤੇ, ਉਸਤਾਦ ਨਜ਼ਰਤ ਰਜ਼ਾ ਜੀ ਨੇ ਗਾਇਆ ਔਰ ਬਹੁਤ ਵੱਡੇ ਜਿਹੜੇ ਗਾਇਕ ਨੇ ਉਹਨਾਂ ਨੇ ਉਹ ਕਲਾਮ ਨੂੰ ਆਪਣੀ ਗਾਇਕੀ ਦਾ ਹਿੱਸਾ ਬਣਾਇਆ, ਚਾਹੁੰਦੇ ਕਿ ਨਾਂ ਵੀ ਲਿਖਿਆ। ਲੇਕਿਨ ਜਿਵੇਂ ਇੱਕ ਰਵਾਇਤ ਤੇ ਰਿਵਾਜ ਹੈ ਕਿ ਗਾਣ ਵਾਲੇ ਦਾ ਨਾਂ ਹੁੰਦਾ ਹੈ ਔਰ ਸ਼ਾਇਰ ਨੂੰ ਲੋਕ ਭੁੱਲ ਜਾਂਦੇ ਨੇ, ਜਿਹੜਾ ਤਖਲੀਕਕਾਰ ਹੁੰਦਾ, ਲੇਕਿਨ ਅਸਾਂ ਭੁੱਲਣ ਨਹੀਂ ਦੇਣਾ। ਇਸ ਫੋਰਮ ਤੇ ਅਸੀਂ ਸਮਝਦੇ ਕਿ ਜਿਹੜਾ ਤਖਲੀਕਕਾਰ ਹੈ ਉਹਦਾ ਵੀ ਬੁਨਿਆਦੀ ਰੋਲ ਤੇ ਉਹਦਾ ਹੀ ਹੁੰਦਾ। ਤੇ ਉਹਦੇ ਮੈਂ 2 ਸ਼ੇਅਰ ਤੁਹਾਡਾ ਸਾਂਝੇ ਕਰਨਾ ਵਾ। ਬਾਕੀ ਮੇਰਾ ਵੀ ਚਾਅ ਹੈ ਤੁਹਾਡੇ ਸਾਰਿਆਂ ਅੰਗਰ ਕਿ ਫਰਾਦ ਇਕਬਾਲ ਜੀ ਦੇ ਮੂੰਹ ਸੁਣੀਏ, ਲੇਕਿਨ 2 ਸ਼ੇਅਰ ਇਸ ਤੋਂ ਤੁਹਾਡੇ ਨਾਲ ਮੈਂ ਕਿ ਸੂਰਜ ਟੁਰਦਾ ਨਾਲ ਬਰਾਬਰ, ਸੂਰਜ ਟੁਰਦਾ ਨਾਲ ਬਰਾਬਰ, ਦਿਨ ਕਿਉਂ ਲੰਘਣ ਸਾਲ ਬਰਾਬਰ, ਦਿਨ ਕਿਉਂ ਲੱਗਣ ਸਾਲ ਬਰਾਬਰ, ਵਿੱਥ ਤੇ ਸੱਜਣਾ ਵਿੱਥ ਹੁੰਦੀ ਏ ਭਾਵੇਂ ਹੋਵੇ ਵਾਲ ਬਰਾਬਰ। ਤੇ ਇਹ ਮੁਹਾਵਰਿਆਂ ਰੰਗੀ ਸ਼ਾਇਰੀ ਮੇਰੇ ਸੋਹਣੇ ਵੀਰ ਮਿੱਤਰ ਫਰਾਦ ਇਕਬਾਲ ਦੀ ਏ, ਜਿਹੜੀ ਇਹਨਾਂ ਦੇ ਮੂੰਹ ਸੁਣਾਂਗੇ। ਵੈਸੇ ਤਾਂ ਇਹਨਾਂ ਦੇ ਕੁਝ ਨਜ਼ਮਾਂ ਮੈਨੂੰ ਕਾਫੀ ਸਾਰੀਆਂ ਯਾਦ ਨੇ, ਲੇਕਿਨ ਸੁਣਨ ਵਾਲਿਆਂ ਦਾ, ਮਿੱਤਰਾਂ ਦਾ ਦਿਲ ਹੁੰਦਾ ਹੈ ਕਿ ਕਲਾਮ ਜਿਹੜਾ ਸ਼ਾਇਰ ਦਾ ਉਹਦੇ ਆਪਣੇ ਮੂੰਹ ਸੁਣੀਏ। ਜੇ ਮੁਲਾਕਾਤ ਹੋ ਹੀ ਰਹੀ ਹੈ ਤੇ ਅਸੀਂ ਚਾਹਾਂਗੇ ਕਿ ਇਹ ਪਹਿਲੇ ਸਾਨੂੰ ਸਾਡੇ ਸੁਣਨ ਨੂੰ ਸੁਣਾਉਣ। ਸੂਰਜ ਟੁਰਦਾ ਨਾਲ ਬਰਾਬਰ, ਹਰ ਇੱਕ ਸ਼ੇਰ ਦਾ ਇੱਕ ਛੋਟਾ ਮੌਜੂ ਆਪਣੇ ਚ ਲਈ ਬੈਠਾ ਹੈ ਤੇ ਇਹ ਜ਼ਰੂਰ ਸਭ ਲੋਕਾਂ ਲਈ ਇਹ ਮਾਣ ਦਾ ਬਾਇਸ ਹੋਏਗਾ ਕਿ ਮਾਂ ਬੋਲੀ ਦੀ ਝੋਲੀ 'ਚ ਐਸਾ ਕਲਾਮ ਵੀ ਸਾਡੇ ਦੋਸਤ ਪਾ ਰਹੇ ਨੇ। ਤੇ ਫਰਾਦ ਇਕਬਾਲ ਜੀ ਜ਼ਰਾ ਸੁਣਾਓ ਜੀ ਆਪਣੀ ਆਵਾਜ਼ 'ਚ। ਜੀ ਬਿਲਕੁਲ। ਸੂਰਜ ਟੁਰਦਾ ਨਾਲ ਬਰਾਬਰ, ਇਹ ਟਾਈਮ ਐਂਡ ਸਪੇਸ ਦਾ ਕਨਸੈਪਟ ਜਿਹੜਾ ਅਸੀਂ ਰੱਖਨੇ ਆ ਨਾ, ਕਿ ਸਾਡਾ ਟਾਈਮ ਦਾ ਕਨਸੈਪਟ ਕੀ ਹੈ, ਅਸੀਂ ਸੂਰਜ ਦੇ ਨਾਲ ਉਹਨੂੰ ਮੇਚ ਕੇ ਟੁਰਨੇ ਆ। ਕੀ ਬਾਤ ਹੈ। ਸੂਰਜ ਟੁਰਦਾ ਨਾਲ ਬਰਾਬਰ, ਦਿਨ ਕਿਉਂ ਲੱਗਣ ਸਾਲ ਬਰਾਬਰ। ਵਾਹ ਵਾਹ। ਸੂਰਜ ਟੁਰਦਾ ਨਾਲ ਬਰਾਬਰ, ਦਿਨ ਕਿਉਂ ਲੱਗਣ ਸਾਲ ਬਰਾਬਰ, ਵਿੱਥ ਤੇ ਸਜਣਾ ਵਿੱਥ ਹੁੰਦੀ ਹੈ। ਵਿੱਥ ਤੇ ਸਜਣਾ ਵਿੱਥ ਹੁੰਦੀ ਹੈ ਭਾਵੇਂ ਹੋਵੇ ਵਾਲ ਬਰਾਬਰ। ਅੱਖ ਦਾ ਚਾਨਣ ਮਰ ਜਾਵੇ ਤੇ, ਅੱਖ ਦਾ ਚਾਨਣ ਮਰ ਜਾਵੇ ਤੇ ਨੀਲਾ ਪੀਲਾ ਲਾਲ ਬਰਾਬਰ। ਵਾਹ ਵਾਹ ਵਾਹ। ਅੱਖ ਦਾ ਚਾਨਣ ਨੀਲਾ ਪੀਲਾ ਲਾਲ ਬਰਾਬਰ। ਵਾਹ। ਜੁੱਲੀ ਮੰਜੀ ਭੈਣ ਨੂੰ ਦੇ ਕੇ, ਜੁੱਲੀ ਮੰਜੀ ਭੈਣ ਨੂੰ ਦੇ ਕੇ, ਵੰਡ ਲੈ ਵੀਰਾਂ ਮਾਲ ਬਰਾਬਰ। ਵਾਹ ਵਾਹ ਵਾਹ। ਫਿਰ ਸਰ ਇੱਕ ਵਾਰੀ ਪੜੋ ਜੀ, ਕਮਾਲ ਸ਼ੇਰ ਹੈ। ਵਾਹ ਵਾਹ, ਬਹੁਤ ਸ਼ੁਕਰੀਆ। ਜੁੱਲੀ ਮੰਜੀ ਭੈਣ ਨੂੰ ਦੇ ਕੇ, ਵੰਡ ਲੈ ਵੀਰਾਂ ਮਾਲ ਬਰਾਬਰ। ਮੁਰਸ਼ਿਦ ਜੇ ਨਾ ਰਾਜ਼ੀ ਹੋਵੇ, ਮੁਰਸ਼ਿਦ ਜੇ ਨਾ ਰਾਜ਼ੀ ਹੋਵੇ, ਮੁਜਰਾ ਨਾਚ ਧਮਾਲ ਬਰਾਬਰ। ਵਾਹ ਵਾਹ ਵਾਹ। ਰਾਜ਼ੀ ਹੋਵੇ, ਮੁਜਰਾ ਨਾਚ ਧਮਾਲ ਬਰਾਬਰ। ਤੇ ਆਖਰੀ ਸ਼ੇਰ ਹੈ ਕਿ ਉੱਤੋਂ ਪੜਦੇ ਪਾਵਣ, ਉੱਤੋਂ ਪੜਦੇ ਪਾਵਣ, ਵਿੱਚੋਂ ਸਭ ਦੇ ਹਾਲ ਬਰਾਬਰ। ਵਾਹ ਵਾਹ ਵਾਹ। ਉੱਤੋਂ ਪਰਦੇ ਪਾਵਣ ਜੀ ਸਫੈਦ ਪੁੱਛ, ਵਿੱਚੋਂ ਸਭ ਦੇ ਹਾਲ ਬਰਾਬਰ। ਵਾਹ ਵਾਹ, ਕਿੱਡਾ ਸੋਹਣਾ ਸਿੱਖੀ ਜਿਹੜੀ ਲੁਕਾਈ ਉਹਦਾ ਇਹਨਾਂ ਨੇ ਇਜ਼ਹਾਰ ਕੀਤਾ ਉਹਨਾਂ ਦੇ ਪਰਦਿਆਂ ਦਾ। ਔਰ ਇਸੇ ਦੌਰਾਨ ਸਾਨੂੰ ਰਮੇਸ਼ ਕਾਲੀਆਰੀ ਜੁੜੇ ਨੇ ਚੜ੍ਹਦੇ ਪੰਜਾਬ ਤੋਂ, ਜ਼ਾਹਿਦ ਜਰਪਾਲਵੀ ਸਾਡੇ ਦੋਸਤ ਮਿੱਤਰ, ਬਹੁਤ ਸੋਹਣੇ ਸ਼ਾਇਰ, ਉਹ ਵੀ
ਉਹਨਾਂ 10-12 ਵਾਰੀ ਵਾਹ ਲਿਖ ਦਿੱਤਾ ਉਹਨਾਂ ਨੇ ਇਸ ਕਲਾਮ ਤੇ। ਫਰਾਦ ਭਾਈ ਦੇ ਵਸਦੇ ਰਹੋ ਜ਼ਾਹਿਦ ਭਾਈ। ਜ਼ਫਰ ਖਾਨ ਸਾਹਿਬ ਵੀ ਸੁਣ ਰਹੇ ਨੇ, ਔਰ ਇਹ ਯਕੀਨਨ ਹਰ ਪੰਜਾਬੀ ਦੇ, ਬਲਕਿ ਹਰ ਸੁਣਨ ਵਾਲੇ ਦੇ, ਜਿੱਥੇ ਜਿੱਥੇ ਵੀ ਦੁਨੀਆ 'ਚ ਅਦਬ ਨਾਲ ਪਿਆਰ ਹੈ, ਉਹਨਾਂ ਦੇ ਦਿਲ ਦੀ ਆਵਾਜ਼ ਹੈ ਜਿਹੜੀ ਫਰਾਦ ਇਕਬਾਲ ਜੀ ਨੇ ਆਪਣੇ ਇਹਨਾਂ 6-7 ਸ਼ੇਰਾਂ 'ਚ ਪਰੋ ਦਿੱਤੀ ਹੈ। ਤੁਸੀਂ ਯਕੀਨਨ ਇਹਨਾਂ ਨਜ਼ਮਾਂ ਅੱਗੇ ਸੁਣੋਗੇ ਤੇ ਨਾਲ ਇਹਨਾਂ ਦੀ ਕਹਾਣੀ ਵਿੱਚੋਂ, ਕਿ ਮੈਂ ਇੱਕ ਮੋਟੀਵੇਸ਼ਨਲ ਸਪੀਕਰ ਹਾਂ, ਇਹਨਾਂ ਦੀ ਕਹਾਣੀ ਦੇ ਵਿੱਚੋਂ ਵੀ ਬੜਾ ਜਜ਼ਬਾ, ਬੜੀ ਤਾਕਤ, ਬੜੀ ਤਵਾਨਾਈ ਮਿਲਦੀ ਹੈ ਕਿ ਇਹਨਾਂ ਜਿਵੇਂ ਜ਼ਿੰਦਗੀ ਗੁਜ਼ਾਰੀ। ਇਹਨਾਂ ਦੇ ਇੱਕ ਦਿਨ ਕਹਿ ਰਹੇ ਸਨ ਕਿ ਜਿਹੜਾ ਬੰਦਾ ਆਪਣੇ ਸ਼ੌਕ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਲੈਂਦਾ ਹੈ, ਉਹ ਇਸੇ ਤਰ੍ਹਾਂ ਹੀ ਕਾਮਯਾਬੀ 'ਚ ਪਹੁੰਚਦਾ ਮੰਜ਼ਿਲ ਤੇ, ਜਿਵੇਂ ਮਾਲਕ ਨੇ ਇਹਨਾਂ ਨੂੰ ਪੜਾਇਆ ਹੈ। ਇਹ ਸਾਡੇ ਸਾਰਿਆਂ ਨੇ ਇੱਕ ਸਬਕ ਹੈ ਕਿ ਆਪਣੇ ਸ਼ੌਕ ਨੂੰ ਪਾਣੀ ਲਾਈਏ, ਉਹਨੂੰ ਜਿੰਦਿਆਂ ਰੱਖੀਏ, ਔਰ ਆਪਣੇ ਆਪ ਨੂੰ ਪਛਾਣੀਏ ਪਹਿਲਾਂ ਕਿ ਸਾਡੇ ਅੰਦਰ ਕਿਹੜੀ ਸ਼ੈ ਹੈ ਜਿਹੜੀ ਅਸੀਂ ਮਰਨ ਨਹੀਂ ਦੇਣੀ। ਤੇ ਅਸੀਂ ਚਾਹਾਂਗੇ ਕਰਾਂਗਾ ਉਹ ਹੈ ਥੋੜਾ ਜਿਹਾ ਤੁਹਾਨੂੰ ਮੈਂ ਮਤਲਬ ਹੋ ਸਕਦਾ ਮਜ਼ੀਦ ਵਾਅਦੇ ਕਰਕੇ ਦੱਸ ਸਕਾਂ। ਜੀ ਜਿਹੜੀ ਸਾਡੀ ਪੀੜ੍ਹੀ ਹੈ ਨਾ, ਜਿਹੜੀ ਨਵੀਂ ਪੀੜ੍ਹੀ ਹੈ, ਉਹਦਾ ਸਭ ਤੋਂ ਵੱਡਾ ਜਿਹੜਾ ਮਸਲਾ ਇਹ ਹੈ ਨਾ ਕਿ ਆਪਣੇ ਆਪ ਨੂੰ ਪਛਾਣਨ ਦੀ ਜਿਹੜੀ ਕਹਾਣੀ ਹੈ ਨਾ, ਉਹ ਉੱਥੇ ਮਸਲਾ ਹੈ ਕਿ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ ਉਹ ਸਕੂਲ ਕਾਲਜ ਤੋਂ ਦੇ ਲੈਵਲ ਤੇ ਜਾ ਕੇ ਵੀ ਇਹ ਨਹੀਂ ਉਹ ਸਮਝ ਰਹੇ ਹੁੰਦੇ ਕਿ ਅਸੀਂ ਕੀ ਹਾਂ। ਠੀਕ ਹੈ, ਇੱਕ ਬੰਦਾ ਅਗਰ ਸਮਝਦਾ ਕਿ ਮੈਂ ਇੱਕ ਆਰਟਿਸਟ ਹਾਂ, ਇੱਕ ਬੰਦਾ ਸਮਝਦਾ ਕਿ ਬਾਈ ਬਰਥ ਮੈਂ ਇੱਕ ਸਾਇੰਟਿਸਟ ਹਾਂ, ਇੱਕ ਬੰਦੇ ਦਾ ਉਲਾਰ ਜਿਹੜਾ ਹੈ ਉਹਦਾ ਮੌਸੀਕੀ ਵਾਲੇ ਪਾਸੇ ਹੈ, ਇੱਕ ਬੰਦੇ ਦਾ ਉਲਾਰ ਜਿਹੜਾ ਹੈ ਉਹਦਾ ਕਿਸੇ ਮਤਲਬ ਮੁਸਵਰੀ ਵਾਲੇ ਪਾਸੇ ਹੈ, ਜਾਂ ਉਹਦਾ ਕਿਸੇ ਰਿਸਰਚ ਵਾਲੇ ਪਾਸੇ ਹੈ। ਉਸ ਬੱਚੇ ਨੂੰ ਮਤਲਬ ਚੀਨ ਵਾਲੇ ਤਾਂ ਕਹਿੰਦੇ ਨੇ ਕਿ ਬੱਚਾ ਜੋ ਬਣਨਾ ਚਾਹ ਰਿਹਾ ਹੁੰਦਾ ਨਾ, ਜੋ ਬਣਨਾ ਹੁੰਦਾ 5 ਸਾਲ ਤੱਕ ਬਣ ਚੁੱਕਿਆ ਹੁੰਦਾ। ਹੁਣ ਇਹ ਕਿ ਸਾਡੇ ਕੋਲ ਕਿਉਂਕਿ ਇੱਕ ਟਿਪੀਕਲ ਹੈ ਕਿ ਸਾਇੰਸ ਔਰ ਉਹ ਇੰਜੀਨੀਅਰ, ਸਾਇੰਸ, ਡਾਕਟਰ, ਇਹ ਤਾਂ ਟੁੱਟ ਪੈਂਦਾ ਕੰਮ। ਗੱਲ ਹੈ ਕਿ ਬੱਚੇ ਇੱਕ ਰੇਸ਼ੋ ਦੇ ਨਾਲ ਇਨਸਾਨ ਦੁਨੀਆ ਤੇ ਆਉਂਦੇ ਨੇ, ਉਹ ਰੇਸ਼ੋ ਹਰ ਸ਼ੋਬੇ ਦੀ ਉਹਦੇ 'ਚ ਮੌਜੂਦ ਹੁੰਦੀ ਹੈ। ਬੱਚੇ ਅਗਰ ਜੋ ਆਪਣੋਂ ਅੰਦਰੋਂ ਬਣਨਾ ਚਾਹੁੰਦੇ ਨੇ, ਉਹਨਾਂ ਨੂੰ 100% ਸੱਚਾਈ ਦੇ ਨਾਲ ਐਕਸਪ੍ਰੈਸ ਕਰਨ ਦਿਓ। ਜੋ ਬਣਨਾ ਚਾਹੁੰਦੇ ਨੇ ਉਹ ਉਹਨਾਂ ਨੂੰ ਉਹਦੇ 'ਚ ਤੁਸੀਂ ਉਹਨਾਂ ਦੀ ਹੌਸਲਾ ਅਫਜ਼ਾਈ ਕਰੋ। ਔਰ ਦੂਸਰੀ ਗੱਲ ਹੈ ਕਿ ਬੱਚਿਆਂ ਨੂੰ ਵੀ ਚਾਹੀਦਾ ਕਿ ਜਿਹੜਾ ਲੈਵਲ ਉਹ ਆਪਣੇ ਆਪ ਤੇ ਅੰਦਰੋਂ ਸਮਝਦੇ ਨੇ ਕਿ ਲਾਣਾ ਚਾਹੀਦਾ, ਉਹਨੂੰ ਅਪਣਾ ਕੇ ਅੱਗੇ ਚੱਲਣ। ਜਦੋਂ ਉਹਨੂੰ ਅਪਣਾ ਕੇ ਚੱਲਣਗੇ ਤੇ ਫਿਰ ਉਹ ਉਹਨਾਂ ਦਾ ਫਖਰ ਵੀ ਬਣੇਗਾ, ਉਹਨਾਂ ਦਾ ਪ੍ਰੋਫੈਸ਼ਨ ਵੀ ਉਹਦੇ 'ਚ ਆ ਜਾਏਗਾ, ਉਹਦੇ ਵਿੱਚ ਹੀ ਸਭ ਕੁਝ ਆ ਜਾਏਗਾ। ਬਜਾਏ ਇਹਦੇ ਕਿ ਬੰਦਾ ਅੰਦਰੋਂ ਕੁਝ ਉਹਦੀ ਹੋਰ ਉਲਾਰ ਹੋਵੇ, ਕੰਮ ਹੋਰ ਕਰ ਰਿਹਾ ਹੋਵੇ, ਸਾਰੀ ਉਮਰ ਉਹਦੀ ਜਿਹੜੀ ਹੈ ਨਾ ਉਹਨੇ ਗਿਲਟੀ ਫੀਲ ਕਰਦਾ ਰਹਿੰਦਾ ਕਿ ਯਾਰ ਮੈਂ ਇਹ ਬਣ ਜਾਂਦਾ ਤੇ ਕੈਸਾ ਹੁੰਦਾ। ਪਹਿਲੇ ਨੰਬਰ ਤੇ ਜਦੋਂ ਉਹਨੇ ਜਿਹੜਾ ਰਸਤਾ ਲੈਣਾ ਹੈ, ਉਸ ਰਸਤੇ ਦਾ ਉਹਨੂੰ ਬੜਾ ਚਾਨਣ ਹੋਣਾ ਚਾਹੀਦਾ ਕਿ ਮੈਂ ਕਿੱਧਰ ਜਾਣਾ। ਜਦੋਂ ਇੱਕ ਵਾਰੀ ਉਹ ਤੈਯਨ ਹੋ ਗਿਆ ਨਾ, ਉਸ ਤੋਂ ਬਾਅਦ ਇਰਦ ਗਿਰਦ ਦੇ ਲੋਕਾਂ ਦਾ ਕੰਮ ਹੈ ਕਿ ਉਹਨੂੰ ਉਹਦੇ 'ਚ ਹੌਸਲਾ ਉਹਦਾ ਵਧਾਉਣ, ਔਰ ਉਹਦਾ ਆਪਣਾ ਵੀ ਕੰਮ ਹੈ ਕਿ ਉਹਨੂੰ ਫਿਰ ਉਹਨੂੰ ਅਪਣਾ ਕੇ ਚੱਲੇ ਉਹ ਜੋ ਵੀ ਬਣਨਾ ਚਾਹ ਰਿਹਾ ਹੁੰਦਾ। ਸਾਡੇ ਕੋਲ ਸਿਰਫ ਇਹ ਵੇ ਕਿ ਬੱਚਿਆਂ ਦੇ ਵਿੱਚ ਜਿਹੜੀ ਕਨਫਿਊਜ਼ਨ ਹੈ ਨਾ, ਇਹ ਸਭ ਤੋਂ ਵੱਡਾ ਮਸਲਾ ਹੈ। ਵਾਹ, ਬਿਲਕੁਲ। ਮੈਂ ਇਹ ਗੱਲ ਹੈ ਉਹ ਤੁਸੀਂ ਨੈਚੁਰਲੀ ਜੋ ਅੰਦਰੋਂ ਹੈ ਨਾ, ਅੰਦਰ ਜੋ ਕੁਝ ਬੋਲਦਾ ਉਹਨੂੰ ਬਾਹਰ ਲਿਆ ਕੇ। ਬਿਲਕੁਲ ਠੀਕ। ਅੱਛਾ, ਇਹ ਫਰਾਦ ਬਾਈ ਦੇ ਸਾਨੂੰ ਆਪਣੀ ਹੱਡ ਬੀਤੀ ਸਾਂਝੀ ਕੀਤੀ ਹੈ ਕਿਉਂਕਿ ਇਹਨਾਂ ਦੇ ਅੰਦਰ ਇੱਕ ਆਰਟਿਸਟ ਵਸਦਾ ਸੀ। ਇਹਨਾਂ ਨੇ ਸਮਾਜ ਦੀਆਂ ਗੱਲਾਂ ਦੀ ਪਰਵਾਹ ਨਹੀਂ ਕੀਤੀ। ਵਕਤ ਤੇ ਹੋ ਸਕਦਾ ਬਹੁਤ ਜ਼ਿਆਦਾ ਮੌਕੇ ਨਾਲ ਮਿਲੇ ਹੋਣ, ਲੇਕਿਨ ਇਹਨਾਂ ਉਹੀ ਕੰਮ ਕੀਤਾ ਜਿਹੜਾ ਇਹਨਾਂ ਦੇ ਅੰਦਰ ਵਸਦਾ ਸੀ, ਜਿਹੜਾ ਇਹਨਾਂ ਨੂੰ ਪਸੰਦ ਸੀ। ਔਰ ਉਹਦੇ ਅੱਜ ਅਸੀਂ ਬਹੁਤ ਸਾਰੀਆਂ ਕਿਤਾਬਾਂ ਦੇ ਟਾਈਟਲ ਵੇਖਦੇ ਹਾਂ ਜਿਹੜੇ ਫਰਾਦ ਬਾਈ ਆਪਣੇ ਸ਼ੌਕ ਦੇ ਨਾਲ ਬਣਾ ਦਿੰਦੇ ਨੇ ਪੰਜਾਬੀ ਪਿਆਰਿਆਂ ਨੂੰ, ਉਹਨਾਂ ਦੀ ਕਿਤਾਬਾਂ ਦੇ ਟਾਈਟਲ। ਬਲਕਿ ਕਦੀ ਕੋਈ ਨਜ਼ਮ, ਕੋਈ ਸ਼ੇਰ ਮੈਂ ਵੇਖਣਾ ਇਹਨਾਂ ਨੇ ਵੇਖਿਆ ਔਰ ਉਹਨੂੰ ਡਿਜ਼ਾਈਨ ਕਰਕੇ ਦੁਬਾਰਾ ਪੋਸਟ ਕਰ ਦਿੱਤਾ ਹੈ। ਤੇ ਬਹੁਤ ਸਾਰੇ ਸ਼ਾਇਰਾਂ ਕੋਲੋਂ ਇਹ ਦੁਆਵਾਂ ਵੀ ਲੈਂਦੇ ਨੇ, ਉਹਨਾਂ ਨਾਲ ਮੁਹੱਬਤ ਕਰਦੇ ਨੇ, ਔਰ ਆਪਣੇ ਡਿਜ਼ਾਈਨ ਦਾ ਜਿਹੜਾ ਉਹਨਾਂ ਨੂੰ ਮਾਲਕ ਨੇ ਆੜ ਦਿੱਤਾ ਹੈ, ਉਹਨੂੰ ਇਹ ਮਾਂ ਬੋਲੀ ਦੇ ਵਧਾ ਲਈ ਉਹ ਹਰ ਥਾਂ ਤੇ ਇਹ ਹਾਜ਼ਰ ਨੇ, ਇਹ ਮੋਢਾ ਲਾਉਂਦੇ ਨੇ। ਮੈਂ ਕਦੇ ਹੈਰਾਨ ਹੋਣਾ ਕਿ ਇੰਨਾ ਇਹ ਟਾਈਮ ਕਿਸ ਤਰ੍ਹਾਂ ਕੱਢਦੇ ਨੇ, ਨਾਲ ਆਪਣਾ ਕੰਮ ਵੀ ਕਰਦੇ ਨੇ, ਘਰ ਗ੍ਰਸਤੀ ਦੇ ਮਾਮਲਾਤ ਵੀ, ਔਰ ਮਾਂ ਬੋਲੀ ਦੇ ਨਾਲ ਜਿਹੜਾ ਇਹਨਾਂ ਦਾ ਇਸ਼ਕ ਔਰ ਪਿਆਰ ਔਰ ਮੁਹੱਬਤ ਦੇ ਲੱਗਣ ਨੇ, ਉਹਦੇ ਲਈ ਬਹੁਤ ਸਾਰੇ ਬੇਲਿਆਂ ਦੇ ਨਾਲ ਇਹ ਮੋਢਾ ਵੀ ਲਾਈ ਰੱਖਦੇ ਨੇ, ਐਕਟਿਵਿਜ਼ਮ ਕਰਦੇ ਨੇ। ਤੇ ਮੈਨੂੰ ਉਹੀ ਲੱਗਦਾ ਹੈ ਕਿ ਜਿਹੜਾ ਕੰਮ ਤੁਸੀਂ ਮਰਜ਼ੀ ਦਾ ਕਰਦੇ ਹੋ, ਇੱਕ ਤਾਂ ਤੁਸੀਂ ਥੱਕਦੇ ਨਹੀਂ, ਦੂਜਾ ਉਹਦੇ 'ਚ ਮਾਲਕ ਵੱਲੋਂ ਵੀ ਬਰਕਤ ਸ਼ਾਮਲ ਹੋ ਜਾਂਦੀ ਹੈ ਕਿ ਉਹ ਕੰਮ ਦਾ ਖਿਲਾਰ ਦੂਰ ਦੂਰ ਦਿਸਦਾ ਹੈ। ਜਿਵੇਂ ਅਸੀਂ ਪੰਜਾਬੀਕਾ ਤੋਂ ਪੰਜਾਬੀ ਦੀ ਗੱਲ ਸ਼ੁਰੂ ਕੀਤੀ ਤੇ ਦੁਨੀਆ ਭਰ ਤੋਂ ਦੋਸਤ ਨਾਲ ਜੁੜ ਗਏ। ਜਿਹੜੇ ਦੋਸਤ ਸੁਣ ਰਹੇ ਹੁੰਦੇ ਨੇ, ਮੈਂ ਉਹਨਾਂ ਨੂੰ ਬੇਨਤੀ ਵੀ ਕਰਨਾ ਕਿ ਇਹ ਪ੍ਰੋਗਰਾਮ ਤੁਹਾਨੂੰ ਅਗਰ ਪਸੰਦ ਆਉਂਦਾ ਹੈ ਤੇ ਆਪਣੀ ਟਾਈਮਲਾਈਨ ਤੇ ਅੱਗੋਂ ਸ਼ੇਅਰ ਕਰ ਦਿਆ ਕਰੋ, ਤਾਂ ਕਿ ਤੁਹਾਡੇ ਜਿਹੜੇ ਅੱਗੇ ਦੋਸਤ ਨੇ ਉਹਨਾਂ ਤੱਕ ਵੀ ਇਹ ਆਵਾਜ਼ ਪਹੁੰਚ ਜਾਏ, ਇਹ ਮਹਿਮਾਨਾਂ ਦਾ ਤਾਰਫ ਪਹੁੰਚ ਜਾਏ। ਜਿਹੜੇ ਪੰਜਾਬੀ ਦੇ ਹੀਰੇ ਅਸੀਂ ਲੱਭ ਕੇ ਤੁਹਾਨੂੰ ਮਿਲਾਣੇ ਲਿਆਉਂਦੇ ਹਾਂ, ਇਹਨੂੰ ਅਸੀਂ ਅੱਗੇ ਵੀ ਦੋਸਤਾਂ ਤੱਕ ਇਸ ਆਵਾਜ਼ ਨੂੰ ਪਹੁੰਚਾਈਏ। ਹੁਣ ਮੈਂ ਦਰਖਾਸਤ ਕਰਾਂਗਾ ਫਰਾਦ ਭਾਈ ਨੂੰ ਕਿ ਇਹਨਾਂ ਦੀ ਇੱਕ ਨਜ਼ਮ ਸੀ, ਤੇਰੇ ਮਗਰੋਂ ਮੇਰੀ ਮਾਏ। ਮਾਂ ਤੇ ਬਹੁਤ ਜ਼ਿਆਦਾ ਲਿਖਿਆ ਗਿਆ ਦੁਨੀਆ ਭਰ 'ਚ,
ਲੇਕਿਨ ਜਿਹੜੀ ਇੱਕ ਨਜ਼ਮ ਇਹਨਾਂ ਦੀ ਮੈਂ ਸੁਣੀ ਇਹਨਾਂ ਦੇ ਮੂੰਹੋਂ ਕਿ ਉਹਦੇ 'ਚ ਕੀੜੀ ਦਾ ਆਟਾ ਡੋਲਣਾ ਔਰ ਸਾਡੀ ਪੂਰੀ ਰਵਾਇਤ ਦੀ ਇੱਕ ਤਸਵੀਰ ਹੈ, ਉਹ ਮੈਂ ਜ਼ਰੂਰ ਇਹਨਾਂ ਨੂੰ ਦਿਖਾਵਾ ਬੇਨਤੀ ਕਰਾਂਗਾ ਕਿ ਉਹ ਸੁਣਨ ਵਾਲਿਆਂ ਨਾਲ ਜ਼ਰੂਰ ਸਾਂਝੀ ਕਰਨ। ਬਾਕੀ ਵੀ ਚੀਜ਼ਾਂ ਸੁਣਾਉਣ, ਲੇਕਿਨ ਇਹ ਮੇਰੀ ਫਰਮਾਇਸ਼ ਤੇ ਇਹ ਨਜ਼ਮ ਜ਼ਰੂਰ। ਬਹੁਤ ਮਿਹਰਬਾਨੀ। ਉਹ ਇਸ ਤਰ੍ਹਾਂ ਹੈ ਕਿ ਤੇਰੇ ਮਗਰੋਂ ਮੇਰੀਏ ਮਾਏ ਜੀ, ਤੇਰੇ ਮਗਰੋਂ ਮੇਰੀਏ ਮਾਏ ਇਸ ਦੁਨੀਆ ਦੇ ਤਿਲਕਣ ਵੇੜੇ, ਤੇਰੇ ਮਗਰੋਂ ਮੇਰੀਏ ਮਾਏ ਇਸ ਦੁਨੀਆ ਦੇ ਤਿਲਕਣ ਵੇੜੇ, ਜਦ ਵੀ ਡਿੱਗਿਆ ਆਪੇ ਉੱਠਿਆ। ਵਾਹ 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 ਵਾਹ, ਜਦ ਵੀ ਡਿੱਗਿਆ ਆਪੇ ਉੱਠਿਆ ਜੀ। ਤੇਰੇ ਮਗਰੋਂ ਮੇਰੀਏ ਮਾਏ ਇਸ ਦੁਨੀਆ ਦੇ ਤਿਲਕਣ ਵੇੜੇ, ਜਦ ਵੀ ਡਿੱਗਿਆ ਆਪੇ ਉੱਠਿਆ। ਬਿਸਮਿਲ੍ਲਾ ਦੀ ਆਵਾਜ਼ ਨਾ ਆਈ, ਨਾ ਕੀੜੀ ਦਾ ਆਟਾ ਡੁੱਲਿਆ। ਵਾਹ ਵਾਹ ਵਾਹ, ਬਿਸਮਿਲ੍ਲਾ ਦੀ ਆਵਾਜ਼ ਨਾ ਆਈ, ਨਾ ਕੀੜੀ ਦਾ ਆਟਾ ਡੁੱਲਿਆ। ਜਿਨ੍ਹਾਂ ਨੇ ਆਪਣੀ ਮਾਂ ਦੇ ਕੋਲੋਂ ਇਹ ਹੌਸਲੇ ਸੁਣੇ ਨੇ ਔਰ ਪਿੱਛੋਂ ਬਿਸਮਿਲ੍ਲਾ ਦੀਆਂ ਆਵਾਜ਼ਾਂ ਵੀ ਆਉਂਦੀਆਂ, ਜਿਨ੍ਹਾਂ ਦੀਆਂ ਮਾਵਾਂ ਸਲਾਮਤ ਨੇ, ਮਾਲਕ ਉਹਨਾਂ ਨੂੰ ਸਲਾਮਤ ਰੱਖੇ, ਉਹਨਾਂ ਦੀ ਆਵਾਜ਼ ਆਉਂਦੀ ਰਵੇ। ਔਰ ਜਿਨ੍ਹਾਂ ਦੀਆਂ ਦੁਨੀਆ ਤੋਂ ਟੁਰ ਗਈਆਂ ਨੇ, ਮਾਲਕ ਉਹਨਾਂ ਨੂੰ ਰਿਸ਼ਤਾਂ 'ਚ ਉਚੇਰਾ ਮੁਕਾਮ ਦੇਵੇ। ਮੇਰਾ ਤੇ ਇਹ ਮੰਨਣਾ ਹੈ ਕਿ ਮਾਵਾਂ ਮਰ ਕੇ ਵੀ ਕਿਤੇ ਨਹੀਂ ਜਾਂਦੀਆਂ, ਆਪਣੇ ਪੁੱਤਰਾਂ ਦੇ ਆਲੇ ਦੁਆਲੇ ਰਹਿੰਦੀਆਂ ਨੇ, ਉਹਨਾਂ ਦੇ ਦੁੱਖਾਂ 'ਚ ਉਹਨਾਂ ਦੇ ਨਾਲ ਖਲੋਂਦੀਆਂ ਨੇ, ਤੇ ਉਹ ਬਿਸਮਿਲ੍ਲਾ ਦੀ ਆਵਾਜ਼ ਜ਼ਰੂਰ ਦਿੰਦੀਆਂ ਨੇ। ਸਾਨੂੰ ਬੇਸ਼ੱਕ ਨਹੀਂ ਸੁਣਦੀ। ਤੇ ਇਹ ਰਿਸ਼ਤੇ ਨੂੰ ਜਿਵੇਂ ਫਰਾਦ ਬਾਈ ਨੇ ਮਹਿਸੂਸ ਕੀਤਾ, ਮੈਨੂੰ ਬਹੁਤ ਹੀ ਇਹ ਪਸੰਦ ਹੈ ਨਜ਼ਮ ਇਹਨਾਂ ਦੀ। ਵੈਸੇ ਤੇ ਹਰ ਨਜ਼ਮ ਇਹਨਾਂ ਦੀ ਇੱਕ ਛੋਟਾ ਖਿਆਲ ਹੁੰਦਾ ਹੈ। ਜ਼ਫਰ ਅਵਾਨ ਸਾਹਿਬ ਨੇ ਬੜੀ ਸੋਹਣੀ ਗੱਲ ਕੀਤੀ, ਕਿਉਂਕਿ ਬਹੁਤ ਸੋਹਣੇ ਸ਼ਾਇਰ ਵੀ ਨੇ ਔਰ ਸੋਜਵਾਨ ਨੇ ਔਰ ਡੈਨਮਾਰਕ ਬੈਠੇ ਨੇ, ਨਵੀਂ ਸੋਚ ਦੇ ਵਾਰਸ ਨੇ। ਉਹ ਕਹਿੰਦੇ ਨੇ ਕਿ ਫਰਾਦ ਸਾਹਿਬ ਦੇ ਉਹਨੂੰ ਸਵਾ ਕੇ ਕੋਈ ਐਸਾ ਤਰੀਕਾਕਾਰ ਸੋਚੀਏ ਜਿਹਦੇ ਨਾਲ ਸਾਡੇ ਬੱਚਿਆਂ ਨੂੰ ਨਿੱਕੀ ਉਮਰੇ ਹੀ ਅਹਿਸਾਸ ਹੋ ਜਾਏ ਕਿ ਉਹਨਾਂ ਦੇ ਅੰਦਰ ਕੀ ਕੁਝ ਹੈਗਾ ਹੈ ਜਾਂ ਕੀ ਕੁਝ ਵਸਦਾ ਹੈ। ਇਹ ਬੜੀ ਸੋਹਣੀ ਤੁਸੀਂ ਗੱਲ ਕੀਤੀ। ਜਿੱਥੇ ਤੁਸੀਂ ਰਹਿ ਰਹੇ ਹੋ ਜ਼ਫਰ ਭਾਈ, ਉੱਥੇ ਤੇ ਸ਼ਾਇਦ ਇਸ ਤਰ੍ਹਾਂ ਦੇ ਅਦਾਰੇ ਮੌਜੂਦ ਨੇ ਔਰ ਬੱਚੇ ਦੀ ਉਹ ਟ੍ਰੈਂਡ ਵੀ ਵੇਖਦੇ ਨੇ, ਸਕੂਲ ਵੀ ਵੇਖਦਾ ਹੈ ਕਿ ਬੱਚੇ ਦੇ ਵਿੱਚ ਕੀ ਸਲਾਹੀਅਤ ਹੈ। ਲੇਕਿਨ ਅਸੀਂ ਜ਼ਰੂਰ ਅਗਲੇ ਕਿਸੇ ਪ੍ਰੋਗਰਾਮ 'ਚ ਇੰਜ ਦੇ ਮਾਹਰ ਸੋਜਵਾਨ ਅਸੀਂ ਬੁਲਾਉਂਦੇ ਹਾਂ, ਜਿਹੜੇ ਸਾਨੂੰ ਇਹ ਜ਼ਰੂਰ ਇਹ 'ਤੇ ਗੱਲ ਕਰਨ ਦੀ ਲੋੜ ਹੈ ਕਿ ਬੱਚਿਆਂ ਨੂੰ ਸ਼ੁਰੂ ਤੋਂ ਹੀ ਉਹ ਇਹ ਕਿਵੇਂ ਅਸੀਂ ਵੇਖੀਏ, ਜਾਂਚੀਏ ਕਿ ਉਹਨਾਂ ਦੇ ਵਿੱਚ ਕਿਹੜੀ ਸ਼ੈ ਮੌਜੂਦ ਹੈ। ਇਹਦੇ ਲਈ ਮੈਨੂੰ ਲੱਗਦਾ ਹੈ ਬੁਨਿਆਦੀ ਗੱਲ ਤੇ ਉਹਨਾਂ ਨੂੰ ਸੁਣਨਾ, ਉਹਨਾਂ ਨੂੰ ਸਮਝਣਾ ਤੇ ਉਹਨਾਂ ਦੀ ਗੱਲ ਨੂੰ ਅਹਿਮੀਅਤ ਦੇਣਾ, ਜਿਹੜੇ ਕਿ ਅਸੀਂ ਮਾਪੇ ਅਕਸਰ ਨਹੀਂ ਦਿੰਦੇ। ਤੇ ਜਦੋਂ ਉਹਨਾਂ ਨੂੰ ਸੁਣਾਂਗੇ, ਬੱਚਿਆਂ ਨੂੰ ਉਹਨਾਂ ਦੇ ਸਵਾਲ ਉਹਨਾਂ ਨੂੰ ਕਰਨ ਦਈਏ, ਤੇ ਬੰਦਾ ਸਵਾਲਾਂ ਰਾਹੀਂ ਪਛਾਣਿਆ ਜਾਂਦਾ ਹੈ। ਲੇਕਿਨ ਤੁਹਾਡੀ ਇਸ ਗੱਲ ਤੋਂ ਅਸੀਂ ਵੀ ਸਿੱਖਿਆ ਕਿ ਅਸੀਂ ਇੱਕ ਐਸਾ ਪ੍ਰੋਗਰਾਮ ਕਰਾਂਗੇ ਪੰਜਾਬੀ ਕਾ ਦੇ ਪਲੇਟਫਾਰਮ ਤੇ ਕਿ ਅਸੀਂ ਜੇ ਐਸੇ ਲੋਕ ਬੁਲਾਈਏ ਜਿਹੜੇ ਇਸ ਮੌਜੂ ਤੇ ਖਾਸ ਤੌਰ ਤੇ ਨਫਸਿਆਤੀ ਪੱਖ ਤੇ ਕੰਮ ਗੱਲ ਕਰ ਸਕਣ। ਤੇ ਜ਼ਾਹਰ ਜਰਪਾਲ ਵੀ ਬਹੁਤ ਪਸੰਦ ਕਰ ਰਹੇ ਨੇ। ਨੂਰ ਹੁਸੈਨ ਸਾਹਿਬ ਨੇ ਤੁਹਾਡਾ ਜੁੱਲੀ ਮੰਜੀ ਭੈਣ ਨੂੰ ਦੇ ਕੇ ਰਿਪੀਟ ਕੀਤਾ ਮਿਸਰਾ, ਕਿਉਂਕਿ ਇਹਨਾਂ ਨੇ ਇਸੇ ਥਾਂ ਤੇ ਹਯਾਤੀ ਬਿਤਾਈ। ਉਹਨਾਂ ਨੂੰ ਪਤਾ ਹੈ ਕਿ ਇਸ ਮੁਆਸ਼ਰੇ ਦੇ ਵਿੱਚ ਅਸੀਂ ਭੈਣਾਂ ਨੂੰ ਹੱਕ ਨਹੀਂ ਦਿੰਦੇ। ਤੇ ਬੜੀ ਇੱਕ ਸ਼ੇਰ ਦੇ ਵਿੱਚ ਕਿੱਡਾ ਵੱਡਾ ਅਲਮੀਆ ਤੁਸੀਂ ਬਿਆਨ ਕਰ ਦਿੱਤਾ ਹੈ। ਤੇ ਹੋਰ ਕੋਈ ਸ਼ਾਇਦ ਸਾਂਝੀ ਕਰੋ ਸਾਰੇ, ਜਾਂ ਕੋਈ ਯਾਦ ਆਪਣੀ। ਮੈਂ ਮਤਲਬ ਇੱਕ ਛੋਟੀ ਜਿਹੀ ਗੱਲ ਕਰਾਂਗਾ, ਉਸ ਤੋਂ ਬਾਅਦ ਆਪਣੀ ਇੱਕ ਗਜ਼ਲ ਮੈਂ ਪੇਸ਼ ਕਰਾਂਗਾ ਜੀ। ਆਮ ਤੌਰ ਤੇ ਦੋਸਤ ਬਹੁਤ ਸਾਰੇ 8-10 ਸਵਾਲ ਲੈ ਕੇ, ਬਹੁਤ ਸਾਰਾ ਇੱਕ ਵੱਡਾ ਸਵਾਲ ਬਣਾ ਕੇ ਤੇ ਉਹ ਸਮਝਦੇ ਨੇ ਕਿ ਯਾਰ, ਪੁੱਛਦੇ ਨੇ ਕਿ ਜ਼ਿੰਦਗੀ ਜਿਹੜੀ ਹੈ ਇਹਦੇ ਚ ਕਾਮਯਾਬੀ ਕਿਸੇ ਬਿਜ਼ਨਸ ਜਾਂ ਜ਼ਿੰਦਗੀ ਚ ਓਵਰਆਲ ਕਾਮਯਾਬੀ ਜਿਹੜੀ ਹੈ ਉਹਦੇ ਬੜੇ ਲੰਬੇ ਆਰਟੀਕਲ ਲਿਖੇ ਗਏ, ਸਭ ਕੁਝ ਹੈ। ਲੇਕਿਨ ਮੇਰੀ ਆਪਣੀ ਚੋਣ ਇਹ ਹੈ ਕਿ ਮੈਂ ਸਿਰਫ ਉਹਨੂੰ 2 ਪੁਆਇੰਟ ਏਜੰਡਾ ਮੈਂ ਸੱਜਣਾ ਨਾਲ ਸਾਂਝਾ ਕਰਾਂਗਾ। ਉਹ ਇਹ ਹੈ ਕਿ ਸਿਰਫ 2 ਗੱਲਾਂ ਜੇ, ਤੀਸਰੀ ਗੱਲ ਕੋਈ ਨਹੀਂ ਜੇ। ਇੱਕ ਪਹਿਲੀ ਗੱਲ ਹੈ ਕਿ ਤੁਸੀਂ ਜਿਹੜਾ ਕੰਮ ਕਰਦੇ ਹੋ ਨਾ, ਤੁਹਾਡੇ ਅੰਦਰ ਹੋਵੇ, ਠੀਕ ਹੈ ਨਾ, ਔਰ ਜਿਹੜਾ ਕੰਮ ਕਰਦੇ ਤੁਹਾਨੂੰ ਆਉਂਦਾ ਹੋਵੇ, ਠੀਕ ਹੋ ਗਿਆ। ਇਹ ਪਹਿਲੀ ਗੱਲ ਤੇ ਹੈ ਕਿ ਜਿਹੜਾ ਕੰਮ ਕਰਦੇ ਹੋ ਤੁਹਾਨੂੰ ਆਉਂਦਾ ਹੋਵੇ, ਔਰ ਦੂਸਰੀ ਗੱਲ ਤੁਹਾਡੀ ਨੀਅਤ ਠੀਕ ਹੋ। ਇਹ 2 ਗੱਲਾਂ ਤੁਹਾਡੇ ਕੋਲ ਹੋਣਗੀਆਂ, ਤੁਹਾਡਾ ਰਸਤਾ ਕੋਈ ਚੀਜ਼ ਰੋਕ ਨਹੀਂ ਸਕਦੀ ਕਦੀ। ਕਿਆ ਬਾਤ ਹੈ, ਕਿਆ ਬਾਤ ਹੈ। ਮੇਰੀ ਚੋਣ ਹੈ ਜੇ ਇਹ ਸੱਜਣਾ ਨੂੰ ਅਗਰ ਚੰਗੀ ਲੱਗੇ ਤੇ ਵਾਹ ਭਲਾ। ਹੁਣ ਮੇਰੇ ਆਪਣੇ ਤਜਰਬੇ ਤੇ ਇਹ ਹੀ ਕਹਿੰਦਾ ਕਿ ਜੀ, ਅਗਰ ਤੁਸੀਂ ਅੰਦਰੋਂ ਠੀਕ ਹੋ ਔਰ ਅੰਦਰੋਂ ਠੀਕ ਹੋਵੋਗੇ, ਆਪਣੇ ਆਪ ਨਾਲ ਸੱਚ ਬੋਲੋਗੇ, ਤੇ ਤੁਸੀਂ ਕੰਮ ਵੀ ਜਿਹੜਾ ਨਾ, ਜਿਹੜਾ ਵੀ ਕਰ ਰਹੇ ਹੋਵੋਗੇ, ਤੁਸੀਂ ਉਹਨੂੰ ਅੱਛੇ ਤਰੀਕੇ ਨਾਲ ਕਰੋਗੇ ਤੇ ਫਿਰ ਤੁਹਾਨੂੰ ਆਏਗਾ ਵੀ, ਆਂਦਾ ਹੋਵੇ ਔਰ ਨੀਅਤ ਠੀਕ ਹੋਵੇ। 2 ਗੱਲਾਂ ਨੇ। ਔਰ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਇੱਕ ਗਜ਼ਲ ਸਾਂਝੀ ਕਰਨਾ ਜੀ। ਜੀ ਜ਼ਰੂਰ। ਰਹਿਣ ਦੇ ਜਗ ਬੀਤੀਆਂ ਨੂੰ ਰਹਿਣ ਦੇ, ਰਹਿਣ ਦੇ ਜਗ ਬੀਤੀਆਂ ਨੂੰ ਰਹਿਣ ਦੇ, ਕਹਿਣ ਦੇ ਹੱਡ ਬੀਤੀਆਂ ਅੱਜ ਕਹਿਣ ਦੇ।
ਵਾਹ ਰਹਿਣ ਦੇ ਜਗ ਬੀਤੀਆਂ ਨੂੰ ਰਹਿਣ ਦੇ, ਕਹਿਣ ਦੇ ਹੱਡ ਬੀਤੀਆਂ ਅੱਜ ਕਹਿਣ ਦੇ, ਮਾਰ ਤਾਨੇ ਅੱਜ ਨਿਸ਼ਾਨੇ ਜੋੜ ਕੇ, ਵਾਹ ਮਾਰ ਤਾਨੇ ਅੱਜ ਨਿਸ਼ਾਨੇ ਜੋੜ ਕੇ, ਸਹਿਣ ਦੇ ਮੈਨੂੰ ਜਿਗਰ ਤੇ ਸਹਿਣ ਦੇ, ਵਾਹ ਦਿਲ ਨੇ ਫਿਰ ਹੰਝੂਆਂ ਦੇ ਦਾਣੇ ਰੋਲਣੇ, ਦਿਲ ਨੇ ਫਿਰ ਹੰਝੂਆਂ ਦੇ ਦਾਣੇ ਰੋਲਣੇ, ਕਹਿਣ ਦੇ ਯਾਦਾਂ ਦੇ 70 ਕਹਿਣ, ਵਾਹ ਦਿਲ ਨੇ ਫਿਰ ਹੰਝੂਆਂ ਦੇ ਦਾਣੇ ਰੋਲਣੇ, ਕਹਿਣ ਦੇ ਯਾਦਾਂ ਦੇ 70 ਕਹਿਣ ਦੇ, ਪੀਣ ਦੇ ਸਦਰਾਂ ਨੂੰ ਲੰਬੂ ਅੱਗ ਦੇ, ਪੀਣ ਦੇ ਸਦਰਾਂ ਨੂੰ ਲੰਬੂ ਅੱਗ ਦੇ, ਲੈਣ ਦੇ ਸ਼ਗਨਾਂ ਦੀ ਮਹਿੰਦੀ ਲੈਣ ਦੇ, ਅੱਤ ਦੇ ਕੁੱਛੜ, ਅੱਤ ਦੇ ਕੁੱਛੜ ਚੜੀ ਏ ਰਤ ਦੀ ਪਿਆਸ, ਅੱਤ ਦੇ ਕੁੱਛੜ ਚੜੀ ਰਤ ਦੀ ਪਿਆਸ, ਬਹਿਣ ਦੇ ਲੋਕਾਂ ਨੂੰ ਰਲ ਕੇ ਬਹਿਣ ਦੇ, ਪਾਕ ਹੁੰਦੇ ਨੇ ਜੋ ਪਾਣੀ ਵਗਦੇ, ਪਾਕ ਹੁੰਦੇ ਨੇ ਜੋ ਪਾਣੀ ਵਗਦੇ, ਬਹਿਣ ਦੇ ਚਸ਼ਮਾ ਦੇ ਚਸ਼ਮੇ ਬਹਿਣ ਦੇ। ਵਾਹ 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 ਬਹੁਤ ਖੂਬ ਜੀ ਫਰਾਦ ਭਾਈ। ਜ਼ਾਹਿਰ ਜਰਪਾਲ ਵੀ ਕਹਿ ਰਹੇ ਨੇ ਤੁਹਾਡੀ ਪਹਿਲੀ ਨਜ਼ਮ ਦੇ ਹਵਾਲੇ ਨਾਲ ਕਿ ਉਹ ਮਾਂ ਵਾਲੀ ਨਜ਼ਮ ਮੇਰੀ ਪਸੰਦੀਦਾ ਨਜ਼ਮ ਸੀ, ਤੇ ਅੱਜ ਮੈਂ ਸ਼ਾਇਰ ਦੀ ਜ਼ੁਬਾਨੀ ਵੀ ਸੁਣ ਲਈ। ਜ਼ਾਹਿਰ ਜਰਪਾਲ ਵੀ ਜੀ ਵਸਦੇ ਰਹੋ, ਤੁਸੀਂ ਆਪ ਬੜੇ ਸੋਹਣੇ ਸੁਲੱਖਣੇ ਸ਼ਾਇਰ ਹੋ ਔਰ ਤੁਸੀਂ ਬੜੀ ਮਾਂ ਬੋਲੀ ਦੀ ਸੇਵਾ ਕਰਦੇ ਹੋ। ਅੱਛਾ ਇੱਕ ਗੱਲ ਮੈਂ ਹੋਰ ਦੱਸਦਾ ਜਾਵਾਂ ਕਿ ਪੰਜਾਬੀ ਦਾ ਜਿਹੜਾ ਲੋਗੋ ਇਹ ਬੜੇ ਦੋਸਤ ਕਹਿੰਦੇ ਨੇ ਕਿ ਜਦੋਂ ਪ੍ਰਾਹੁਣਾ ਆਉਂਦਾ ਉਹਦੇ ਸਿਰ ਦੇ ਉੱਤੇ ਬੜਾ ਪਿਆਰਾ ਲੱਗਦਾ ਹੈ, ਇਹਦੇ ਰੰਗ ਬੜੇ ਸੋਹਣੇ ਨੇ। ਤੇ ਇਹ ਵੀ ਤਖਲੀਕ ਜਿਹੜੀ ਹੈ ਮੇਰੇ ਵੀਰ ਫਰਾਦ ਇਕਬਾਲ ਦੀ ਹੈ, ਜਿਹੜਾ ਹਰ ਪੰਜਾਬੀ ਦੇ ਕੰਮ 'ਚ ਮੋਢਾ ਲਾਉਂਦਾ ਹੈ, ਹਰ ਪੰਜਾਬੀ ਦੇ ਬੇਲੀ ਦੇ ਨਾਲ ਖਲੋਤਾ ਹੁੰਦਾ ਹੈ। ਤੇ ਇਹਦੇ 'ਚ ਤੁਸੀਂ ਅਗਰ ਵੇਖੋਗੇ ਪੰਜਾਬ ਦਾ ਰੰਗ, ਪੰਜਾਬ ਦੀ ਸਕਾਫਤ, ਪੰਜਾਬ ਦੇ ਦਰਿਆ, ਇਹ ਬਹੁਤ ਕੁਝ ਇਹਨਾਂ ਨੇ ਇਹਦੇ 'ਚ ਗੁਣ ਦਿੱਤਾ। ਔਰ ਮੈਨੂੰ ਲੱਗਦਾ ਹੈ ਕਿ ਮੇਰੀ ਇਹ ਸ਼ਨਾਖਤ ਬਣ ਗਿਆ। ਤੇ ਜਿੱਥੇ ਫਰਾਦ ਭਾਈ ਆਪ ਨਹੀਂ ਵੀ ਹੁੰਦੇ ਇਹ ਲੋਗੋ ਨਜ਼ਰ ਆਉਂਦਾ ਹੈ। ਤੇ ਸ਼ਾਇਰ ਦਾ ਇਹ ਕੰਮ ਹੁੰਦਾ ਹੈ ਕਿ ਉਹਨਾਂ ਦੀ ਵੀ ਗੱਲ ਕਰੇ ਜਿਨ੍ਹਾਂ ਦੀ ਗੱਲ ਕੋਈ ਨਹੀਂ ਕਰਦਾ, ਔਰ ਉਹ ਮੁਆਸ਼ਰੇ ਦੇ ਵਿੱਚ ਉਹ ਚੀਜ਼ਾਂ ਵੀ ਮਹਿਸੂਸ ਕਰਦਾ ਜਿਹੜੀਆਂ ਸ਼ਾਇਦ ਖਾਲੀ ਅੱਖ ਨਾਲ ਨਹੀਂ ਵੇਖੀਆਂ ਜਾਂਦੀਆਂ। ਜਿਵੇਂ ਮੈਨੂੰ ਇਹਨਾਂ ਦੀ ਬਹੁਤ ਸੋਹਣੀ ਨਜ਼ਮ ਲੱਗਦੀ ਟਰਾਂਸਜੈਂਡਰ ਤੇ ਇਹਨਾਂ ਨੇ ਲਿਖੀ ਸੀ, ਉਹ ਮੈਂ ਪੜ੍ਹੀ ਤੇ ਮੈਂ ਚਾਹਾਂਗਾ ਕਿ ਉਹ ਵੀ ਇਹਨਾਂ ਦੇ ਕੋਲੋਂ ਅਸੀਂ ਸੁਣੀਏ। ਨਾ ਮੈਂ ਪੁੱਤਰ ਨਾ ਮੈਂ ਧੀ ਹਾਂ, ਔਰ ਉਹ ਸ਼ਾਇਦ ਬਹੁਤ ਘੱਟ ਲਿਖਿਆ ਗਿਆ ਪੰਜਾਬੀ ਦੇ ਵਿੱਚ ਇੱਥੇ। ਔਰ ਜ਼ਾਹਿਰ ਇੱਕ ਮਸਲਾ ਹੈ ਸਮਾਜੀ, ਇੱਥੇ ਗੱਲ ਹੋਣ ਦੀ ਲੋੜ ਸੀ ਜਿਹੜੀ ਸ਼ਾਇਰ ਨੇ ਆਪਣਾ ਹੱਕ ਅਦਾ ਕੀਤਾ ਤੇ ਅੱਜ ਇਹਨਾਂ ਦੀ ਜ਼ੁਬਾਨੀ ਸਾਰੇ ਦੋਸਤਾਂ ਤੱਕ ਇਹ ਗੱਲ ਪਹੁੰਚੇਗੀ। ਅੱਛਾ ਇਹ ਮੇਰੇ ਖਿਆਲ ਪਹਿਲੀ ਵਾਰੀ ਇੰਜ ਹੋਇਆ ਹੋਏਗਾ ਕਿ ਸਾਹਿਬ ਨਜ਼ਮ ਨੂੰ ਕਿਹਾ ਗਿਆ ਸੁਣਾਓ, ਲੇਕਿਨ ਮੈਂ ਚਾਹਾਂਗਾ ਕਿ ਮਲਿਕ ਸਾਹਿਬ ਇਹ ਤੁਹਾਡੇ ਮੂੰਹੋਂ ਮੈਂ ਅੱਜ ਸੁਣਨਾ ਚਾਹਾਂਗਾ। ਲੋ ਕਮਾਲ ਹੈ ਜੀ, ਮੇਰੇ ਲਈ ਆਜ਼ਾਦ ਹੈ ਜੀ। ਮੈਂ ਚੁੱਕੇ ਜੀ ਬਿਲਕੁਲ ਮੈਂ ਸਰ ਚੁੱਕੇ ਕੁਝ ਕੰਮ ਵੀ ਕਰ ਰਿਹਾ ਜੀ ਟਰਾਂਸਜੈਂਡਰ ਦੇ ਹਵਾਲੇ ਨਾਲ, ਔਰ ਜਿਹੜੇ ਵਾਲਾ ਬੰਦਾ ਅਹਿਸਾਸ ਹੈ ਉਹਨੂੰ ਪਤਾ ਹੈ। ਤੇ ਇਹਨਾਂ 4 ਮਿਸਰਿਆਂ ਦੇ ਵਿੱਚ ਪੂਰੀ ਕਹਾਣੀ ਮੇਰੇ ਤੱਕ ਵੀ ਪਹੁੰਚੀ, ਔਰ ਮੈਂ ਅਗਲੇ ਦੋਸਤਾਂ ਤੱਕ ਵੀ ਫਖਰ ਨਾਲ ਪਹੁੰਚਾਵਾਂਗਾ ਕਿ ਮੈਂ ਨਜ਼ਮ ਪੇਸ਼ ਕਰਨਾ ਜੀ ਕਿ ਨਾ ਮੈਂ ਪੁੱਤਰ ਨਾ ਮੈਂ ਧੀਆਂ, ਨਾ ਮੈਂ ਪੁੱਤਰ ਨਾ ਮੈਂ ਧੀਆਂ, ਨਾ ਮੈਂ ਧਰਤੀ ਨਾ ਮੈਂ ਬੀਆਂ, ਰੱਬਾ ਮੈਂ ਵੀ ਤੇਰਾ ਜੀਆਂ, ਤੂੰ ਹੀ ਮੈਨੂੰ ਦੱਸ ਮੈਂ ਕੀ ਹਾਂ। ਇਹ ਜਿਹੜਾ ਸਵਾਲ ਹੈ ਇਹ ਸ਼ਾਇਰ ਨੇ ਜਿਹੜਾ ਸਵਾਲ ਚੁੱਕਿਆ ਹੈ, ਇੱਕ ਪੂਰੀ ਕਮਿਊਨਿਟੀ ਦੀ ਆਵਾਜ਼ ਹੈ ਔਰ ਪੂਰਾ ਦੁਖਾਨ ਤੇ ਉਹਦੇ 'ਚ। ਔਰ ਇਹਦੇ ਰਾਹੀਂ ਜਦੋਂ ਮੈਨੂੰ ਮਹਿਸੂਸ ਹੋਇਆ ਤੇ ਮੈਨੂੰ ਵੀ ਇਸੇ ਤਰ੍ਹਾਂ ਇਹ ਨਜ਼ਮ ਯਾਦ ਹੋ ਗਈ ਜਿਵੇਂ ਜ਼ਾਹਿਰ ਜਰਪਾਲਵੀ ਨੂੰ ਇਹਨਾਂ ਦੀ ਮਾਂ ਵਾਲੀ ਨਜ਼ਮ ਯਾਦ ਹੈ। ਔਰ ਅੱਛੀ ਸ਼ਾਇਰੀ ਦੀ ਇਹ ਨਿਸ਼ਾਨੀ ਹੁੰਦੀ ਹੈ ਕਿ ਉਹ ਯਾਦ ਰੱਖਣੀ ਨਹੀਂ ਪੈਂਦੀ, ਯਾਦ ਰਹਿ ਜਾਂਦੀ ਹੈ। ਔਰ ਚੂੰਕਿ ਫਰਾਦ ਇਕਬਾਲ ਜੀ ਬੜੇ ਸਾਦੇ ਅੱਖਰ, ਗੁਜਰਾਂਵਾਲਾ ਨਾਲ ਤਲਕ, ਇਸੇ ਮਿੱਟੀ ਦੇ ਵਿੱਚੋਂ ਇਹ ਕਣਛਾਵਾਂ ਬੂਟਾ ਪੁਗਰਿਆ ਔਰ ਇੱਕ ਰੁੱਖ ਬਣ ਗਿਆ ਜਿਹਦੀ ਛਾਂ 'ਚ ਅੱਜ ਅਸੀਂ ਵੀ ਬਹਿੰਦੇ ਹਾਂ। ਸਾਡੇ ਜੇ ਬਹੁਤ ਸਾਰੇ ਅਦਾਰੇ ਉਹ ਛਾਂ ਮਾਣ ਰਹੇ ਨੇ ਤੇ ਅਸੀਂ ਸਮਝਦੇ ਕਿ ਜਿਹੜੀ ਲਫ਼ਜ਼ਾਲੀ ਏ ਉਹ ਬੜੀ ਸਾਦਾ ਹੈ। ਤੁਸੀਂ ਕੋਈ ਨਜ਼ਮ ਗਜ਼ਲ ਸੁਣੋ ਤੁਹਾਨੂੰ ਕਿਸੇ ਨੂੰ ਪੁੱਛਣਾ ਨਹੀਂ ਪੈਂਦਾ। ਜਿਵੇਂ ਸਾਡੇ ਕਈ ਸ਼ਾਇਰ ਆਪਣਾ ਇਲਮ ਦੱਸਣ ਲਈ ਔਖੇ ਲਫ਼ਜ਼ ਕਲਾਸੀਕਲ ਤੋਂ ਚੁੱਕ ਕੇ ਵਰਤਦੇ ਨੇ, ਤੇ ਸ਼ਾਇਦ ਨਵੀਂ ਪੀੜ੍ਹੀ ਤੱਕ ਉਹ ਰੋਕ ਨੇ ਸਾਡਾ ਸੁਣਿਆ ਪਹੁੰਚਣ ਲਈ। ਤੇ ਇਹ ਵੀ ਇਹਨਾਂ ਦੀ ਸ਼ਾਇਰੀ ਦੀ ਖੂਬਸੂਰਤੀ ਹੈ ਜਿੱਤੇ ਮੈਂ ਇਹਨਾਂ ਨੂੰ ਮੁਬਾਰਕਬਾਦ ਦੇਣਾ ਫਰਾਦ ਇਕਬਾਲ ਨੂੰ। ਇਹਨਾਂ ਦੀ ਗੱਲ ਰੁਕਦੀ ਨਹੀਂ, ਸਾਰੀਆਂ ਨਸਲਾਂ ਤੱਕ ਕੱਪੜ ਰਹੀ ਹੈ ਔਰ ਇਹ ਆਪਣਾ ਹੱਕ ਅਦਾ ਕਰ ਰਹੇ ਨੇ। ਹੁਣ ਮੈਂ ਚਾਹਾਂਗਾ ਕਿ ਦੱਸਣ ਕਿਹੜਾ ਇਹ ਮਾਂ ਬੋਲੀ ਦੇ ਨਾਲ ਜੁੜੇ ਨੇ ਐਕਟਿਵਿਜ਼ਮ ਨਾਲ, ਕੋਈ ਐਸਾ ਮੁਜ਼ਾਹਰਾ ਨਹੀਂ ਲਾਹੌਰ ਜਾਂ ਇਸਲਾਮਾਬਾਦ 'ਚ ਮਾਂ ਬੋਲੀ ਦੇ ਹੱਕ 'ਚ ਨਮਾਇਆ ਮੁਜ਼ਾਹਰਾ ਜਿੱਥੇ ਇਹਨਾਂ ਨੂੰ ਹੋਣਾ ਚਾਹੀਦਾ ਹੈ। ਇਹ ਆਪਣਾ ਕੰਮ ਛੱਡ ਕੇ ਇਹ ਦਫ਼ਤਰ ਨੂੰ ਮੈਨੇਜ ਕਰਕੇ ਛੁੱਟੀ ਕਰਕੇ ਉੱਥੇ ਪੜ੍ਹਦੇ ਨੇ ਔਰ ਨਜ਼ਰ ਆਉਂਦੇ ਨੇ। ਇਹਦੇ ਪਿੱਛੇ ਇਹਨਾਂ ਦੀ ਕੀ ਸੱਦਰ ਹੈ, ਕੀ ਚਾਹੁੰਦੇ ਨੇ ਮਾਂ ਬੋਲੀ ਨੂੰ
ਆਪ ਹੱਕ ਦਿਵਾਉਣ ਲਈ ਕੀ ਇਹਨਾਂ ਦੇ ਜ਼ਿਹਨ ਦੇ ਵਿੱਚ ਇੱਕ ਪੂਰਾ ਖਾਬ ਹੈ? ਮਲਿਕ ਸਾਹਿਬ, ਗੱਲ ਅਸਲ ਵਿੱਚ ਇਹ ਹੈ ਕਿ ਹਰ ਬੰਦੇ ਨੂੰ ਆਪਣੇ ਮਾਜ਼ੀ ਨਾਲ, ਆਪਣੇ ਮਾਪਿਆਂ ਨਾਲ ਬੀਤੇ ਸਮੇਂ ਦੇ ਨਾਲ ਬੜਾ ਇੱਕ ਚਾਅ ਹੁੰਦਾ ਹੈ, ਬੜਾ ਉਹਦੇ ਨਾਲ ਉਨਸ ਹੁੰਦਾ ਹੈ। ਮੈਂ ਵੀ ਉਹਨਾਂ ਲੋਕਾਂ ਚੋਂ ਹਾਂ ਕਿ ਜਿਹੜਾ ਮਤਲਬ ਜਦੋਂ ਵੇਖਣਾ, ਜਦੋਂ ਮਾਪਿਆਂ ਦਾ ਜਿਹੜਾ ਵਕਤ ਸੀ ਜਾਂ ਉਸ ਤੋਂ ਪਹਿਲਾ ਵਕਤ ਸੀ ਤੇ ਅੱਜ ਉਹ ਨਹੀਂ ਰਿਹਾ, ਤੇ ਉਹਦੀ ਜਿਹੜੀ ਸੱਦਰ ਹੈ ਮੇਰੇ ਦਿਲ 'ਚ ਬਹੁਤ ਕਿਧਰੇ ਅੰਦਰ ਕਿਧਰੇ ਵਸਦੀ ਹੈ ਕਿ ਇਹ ਕੋਈ ਐਸਾ ਹੋਵੇ ਕਿ ਸਾਡੀ ਸ਼ਨਾਖਤ ਵਾਪਸ ਆ ਜਾਏ। ਉਹਦੇ ਵਾਸਤੇ ਮੈਂ ਤੁਹਾਨੂੰ ਇੱਕ ਨਜ਼ਮ ਸਾਂਝੀ ਕਰਨਾ, ਉਸ ਤੋਂ ਬਾਅਦ ਮੈਂ ਤੁਹਾਡੇ ਸਵਾਲ ਦੇ ਜਾਵਾਂਗਾ। ਬਿਸਮਿਲ੍ਲਾ ਜੀ। ਨਜ਼ਮ ਹੈ ਕਿਕਲੀ ਕਲੀਰ ਦੀ। ਜੀ। ਕਿਕਲੀ ਕਲੀਰ ਦੀ ਓਪਰੀਆਂ ਰਹਿਤਲਾਂ ਦੀ ਰੀਸ 'ਚ ਗਵਾਚ ਗਈ ਪੱਗ ਮੇਰੇ ਵੀਰ ਦੀ। ਵਾਹ ਵਾਹ ਵਾਹ। ਕਿਕਲੀ ਕਲੀਰ ਦੀ ਵੀਰ ਦੀ ਓਪਰੀਆਂ ਰਹਿਤਲਾਂ ਦੀ ਰੀਸ 'ਚ ਗਵਾਚ ਗਈ ਪੱਗ ਮੇਰੇ ਵੀਰ ਦੀ। ਪੀਂਘਾਂ ਤੇ ਪਰਾਂਦੇ ਗਏ, ਗੁੱਤਾਂ ਤੇ ਸਵਾਂਦੇ ਗਏ, ਚੁੰਨੀ ਲੱਥੀ ਹੀਰ ਦੀ। ਕਿਕਲੀ ਕਲੀਰ ਦੀ। ਵਾਹ ਵਾਹ ਵਾਹ। ਜਿਹੜੀ ਸਭ ਤੋਂ ਪਹਿਲੇ ਮੇਰੀ ਪੰਜਾਬੀ ਨਾਲ ਜਿਹੜੀ ਜੁੜਤ ਹੈ ਉਹ ਜਿਹੜੀ ਹਰ ਪੰਜਾਬੀ ਦੀ ਹੋਣੀ ਚਾਹੀਦੀ ਹੈ। ਮੇਰਾ ਜਿਹੜਾ ਬਚਪਨ ਦੇ ਵਿੱਚ ਇਹ ਸੂਰਤ ਹਾਲ ਸੀ ਕਿ ਜਿੰਨਾ ਵੀ ਮੈਂ ਕੁਰਾਨ ਪਾਕ ਪੜ੍ਹਿਆ ਜਾਂ ਜਿਹੜਾ ਘਰ ਵਿੱਚ ਜਿਹੜੀ ਪੜ੍ਹਾਈ ਹੁੰਦੀ ਉਹ ਮੈਂ ਅੱਲਾ ਬਖਸ਼ੇ ਆਪਣੀ ਵਾਲਦਾ ਕੋਲੋਂ ਸਾਰੀ ਉਹਨਾਂ ਦੇ ਹੱਥੋਂ ਹੋਈ। ਉਹ ਪੰਜਾਬੀ ਕਿੱਸੇ ਔਰ ਜਿਤਨੇ ਪੰਜਾਬੀ ਦਾਸਤਾਨਾਂ ਸਨ ਉਹ ਸਾਰੀਆਂ ਕਿਤਾਬਾਂ ਉਸ ਜ਼ਮਾਨੇ 'ਚ ਕਹਿੰਦੇ ਨੇ ਕਿਤਾਬ ਪੜ੍ਹਨਾ, ਉਹਦਾ ਬਕਾਇਦਾ ਨਾਂ ਸੀ ਸ਼ੇਰ ਪੜ੍ਹਨਾ ਜਾਂ ਕਿਤਾਬ ਪੜ੍ਹਨਾ। ਉਹ ਆਪ ਪੜ੍ਹਦੇ। ਉਸ ਤੋਂ ਬਾਅਦ ਫਿਰ ਜਦੋਂ ਮੈਂ 6ਵੀਂ 7ਵੀਂ ਤੋਂ ਅੱਗੇ ਗਿਆ ਤੇ ਉਹਨਾਂ ਨੇ ਮੈਨੂੰ ਰਾਤੀ ਬਿਠਾ ਲੈਣਾ, ਉਹਨਾਂ ਕਹਿਣਾ ਕਿ ਬਹਿ ਕੇ ਸੁਣਾ। ਮੇਰਾ ਕੰਮ ਸੀ ਕਿ ਹੁਣ 4 ਚਫੇਰੇ ਮਤਲਬ ਕਿਸੇ ਗੁਆਂਢੀ ਨੇ ਵੀ ਆ ਜਾਣਾ, ਕਿਸੇ ਮਤਲਬ ਆਪਣੇ ਘਰ ਦੇ ਵਿੱਚ ਹੀ ਬੈਠੇ ਹੋਣੇ, ਤੇ ਮੈਂ ਉਹਨਾਂ ਨੂੰ ਕਮ ਸੇ ਕਮ ਘੰਟਾ 1.5 ਘੰਟਾ ਜਿਹੜਾ ਨਾ ਜਿਹਦੇ ਵਿੱਚ ਯੂਸਫ ਜ਼ੁਲੈਖਾ ਔਰ ਮਤਲਬ ਹੀਰ ਰਾਂਝਾ, ਹੀਰ ਵਾਰਿਸ ਸ਼ਾਹ ਔਰ ਉਸ ਤੋਂ ਇਲਾਵਾ ਮਿਰਜ਼ਾ ਸਾਹਿਬਾ, ਜਿਤਨੀਆਂ ਸਾਡੀਆਂ ਸੋਹਣੀ ਮਹੀਵਾਤ, ਇਹ ਜਿਤਨੇ ਕਿੱਸੇ ਨੇ, ਜਿਤਨਾ ਸਾਡਾ ਕਲਾਸਿਕ ਹੈ ਸਾਡੇ ਘਰ 'ਚ ਮੌਜੂਦ ਹੁੰਦਾ ਸੀ। ਔਰ ਉਹ ਬਾਕਾਇਦਾ ਮੈਨੂੰ ਬੈਠ ਕੇ ਮੈਨੂੰ ਸੁਣਦੇ ਸਨ, ਮੈਂ ਉਹ ਪੜ੍ਹਨਾ ਕਰਨਾ। ਹੁਣ ਜਦੋਂ ਉਹ ਖਾਸ ਇੱਕ এনवायरमेंट ਸੀ ਜਿਹਨੂੰ ਮੈਂ ਲਿਆ ਬਚਪਨ 'ਚ, ਜਿਉਂ ਅੱਗੇ ਵਧਿਆ ਤੇ ਮੈਨੂੰ ਲੱਗਾ ਕਿ ਉਹ ਸਭ ਕੁਝ ਅਸੀਂ ਛੱਡਦੇ ਜਾ ਰਹੇ ਹਾਂ, ਸਾਡੀ ਨਵੀਂ ਪੀੜ੍ਹੀ ਉਹਨੂੰ ਛੱਡਦੀ ਜਾ ਰਹੀ ਹੈ। ਉਹਦੀ ਵਜ੍ਹਾ ਇਹ ਵੇਖ ਕੇ ਅੱਜ ਜਦੋਂ ਬੱਚਾ ਸਕੂਲ ਜਾਂਦਾ ਹੈ ਤੇ ਉੱਥੇ ਉਹਨੂੰ ਆਪਣੀ ਮਾਂ ਬੋਲੀ ਦੇ ਵਿੱਚ ਕੋਈ ਇੱਕ ਅੱਖਰ ਵੀ ਨਹੀਂ ਮਿਲਦਾ। ਜਿਹੜਾ ਘਰੋਂ ਸਿੱਖ ਕੇ ਜਾਂਦਾ ਹੈ ਉਹ 5 ਸਾਲ ਸਿੱਖਦਾ ਰਹਿੰਦਾ ਮਾਂ ਕੋਲੋਂ, ਉਸ ਤੋਂ ਬਾਅਦ ਸਕੂਲ ਜਾਂਦਾ ਤਾਂ ਉਹਨੂੰ ਸਾਰਾ ਭੁੱਲਣਾ ਪੈਂਦਾ। ਸਕੂਲ ਵਿੱਚ ਨਾ ਹੋਣ ਦੀ ਵਜ੍ਹਾ ਤੋਂ ਅੱਜ ਇਹ ਵੇਖ ਕੇ, ਕਿਉਂਕਿ ਸਕੂਲ ਵਿੱਚ ਨਹੀਂ ਚੱਲ ਰਹੀ, ਲਿਖੀ ਨਹੀਂ ਜਾ ਰਹੀ ਪਾਕਿਸਤਾਨ ਵਿੱਚ, ਪੰਜਾਬ ਵਿੱਚ ਪੰਜਾਬੀ ਬੱਚੇ ਪੜ੍ਹ ਨਹੀਂ ਰਹੇ। ਇੱਕ ਤਾਂ ਇਹ ਪੜ੍ਹ ਨਹੀਂ ਸਕਦੇ, ਕੁਝ ਐਸੇ ਨੇ ਜਿਹੜੇ ਸੁਣ ਕੇ ਸਮਝ ਲੈਂਦੇ ਨੇ ਲੇਕਿਨ ਲਿਖ ਨਹੀਂ ਸਕਦੇ। ਉਹ ਹੁਣ ਜਦੋਂ ਲਿਖੀ ਨਹੀਂ ਜਾ ਰਹੀ, ਪੜ੍ਹੀ ਨਹੀਂ ਜਾ ਰਹੀ, ਉਹਦੀ ਵਜ੍ਹਾ ਤੋਂ ਸਾਡੇ ਅਖਬਾਰ, ਸਾਡੇ ਚੈਨਲ ਪੰਜਾਬੀ ਵਿੱਚ ਨਾ ਹੋਣ ਦੇ ਬਰਾਬਰ ਨੇ। ਉਹਦੀ ਵਜ੍ਹਾ ਤੋਂ ਉਹਦਾ ਕਮਰਸ਼ੀਅਲ ਐਸਪੈਕਟ ਵੀ ਕਮਜ਼ੋਰ ਹੋਇਆ, ਕਿਉਂਕਿ ਉਸ ਜ਼ੁਬਾਨ ਵਿੱਚ ਜਦੋਂ ਅਬਲਾਗ ਨਹੀਂ ਹੋ ਰਿਹਾ, ਉਹਦੇ ਵਿੱਚ ਤੁਹਾਡਾ ਮੀਡੀਅਮ ਨਹੀਂ ਹੈ, ਤੇ ਫਿਰ ਇਹ ਹੋਇਆ ਕਿ ਜੀ ਲੋਕੀ ਉਸ ਪੰਜਾਬੀ 'ਚ ਗੱਲ ਕਰਨ ਤੋਂ ਸ਼ਰਮਾਣਾ ਸ਼ੁਰੂ ਹੋ ਗਏ। ਸਾਡੀ ਜਿਹੜੀ ਤਹਿਰੀਕ ਹੈ ਪੰਜਾਬੀ ਪ੍ਰਚਾਰ ਦੀ, ਉਹ ਅਸੀਂ ਸਿਰਫ ਇਹ ਮੁੱਖ ਰੱਖ ਕੇ ਅੱਗੇ ਟੁਰਨੇ ਆ ਪਏ। ਅਸੀਂ ਕਹਿੰਦੇ ਹਾਂ ਕਿ ਜੀ ਅੱਜ ਅਗਰ ਸਕੂਲਾਂ 'ਚ ਨਹੀਂ ਪੜ੍ਹਾਈ ਜਾ ਰਹੀ, ਅਸੀਂ ਉਹਦੀ ਕੋਸ਼ਿਸ਼ ਕਰ ਰਹੇ ਹਾਂ, ਅਦਾਲਤੀ ਲੈਵਲ ਤੇ ਅਸੀਂ ਉਹ ਜਿੱਤ ਚੁੱਕੇ ਆ। ਅੱਗੇ ਹੁਣ ਇਹ ਨਫਾਜ਼ ਵਾਸਤੇ ਅਸੀਂ ਇੱਕ ਰੈਲੀ ਵੀ ਕਰ ਰਹੇ ਹਾਂ 31 ਅਕਤੂਬਰ ਨੂੰ। ਅੱਗੇ ਬੈਚ ਪਹਿਲੇ ਵੀ ਬਹੁਤ ਰੈਲੀਆਂ ਕਰ ਚੁੱਕੇ ਹਾਂ। ਸਾਡਾ ਹੁਣ ਇਹ ਹੈ ਕਿ ਜੀ ਕਿਸੇ ਤਰੀਕੇ ਨਾਲ ਤੁਸੀਂ ਇਹਨੂੰ ਪ੍ਰਾਇਮਰੀ ਤੋਂ BA ਤੱਕ ਜਿਹੜਾ ਹੈ ਪੰਜਾਬੀ ਨੂੰ ਐਜ਼ ਏ ਮਜ਼ਮੂਨ ਤੁਸੀਂ ਪੜ੍ਹਾਓ। ਜਦੋਂ ਸਕੂਲਾਂ 'ਚ ਪੜ੍ਹੀ ਜਾਏਗੀ, ਜਦੋਂ ਕਾਲਜਾਂ 'ਚ ਪੜ੍ਹੀ ਜਾਏਗੀ, ਬੱਚੇ ਜਦੋਂ ਉਹਨੂੰ ਲਿਖਣ ਪੜ੍ਹਨਗੇ ਆਪਣੇ ਹੱਥੀਂ, ਉਸ ਤੋਂ ਬਾਅਦ ਕੋਈ ਵੀ ਪੰਜਾਬੀ ਦੂਜੇ ਪੰਜਾਬੀ ਨਾਲ ਪੰਜਾਬੀ 'ਚ ਗੱਲ ਕਰਨ ਤੋਂ ਕਦੀ ਵੀ ਨਹੀਂ ਝਿਜਕੇਗਾ। ਸਾਡੀ ਪੂਰੀ ਤਹਿਰੀਕ ਦਾ ਮਕਸਦ ਹੈ ਇਹ, ਨਾ ਕੋਈ ਸਿਆਸੀ ਮਕਸਦ ਹੈ ਨਾ ਕੋਈ। ਤੁਸੀਂ ਕਹਿੰਦੇ ਆ ਕਿ ਸਾਡੀ ਰੇਤਲ ਜਿਹੜੀ ਹੈ ਜਿਹਦੇ ਤੋਂ ਅਸੀਂ ਮਤਲਬ ਦੂਰ ਹੋਈ ਜਾ ਰਹੇ ਹਾਂ, ਔਰ ਮਾਂ ਬੋਲੀ ਦੀ ਵੀ ਜਿਹੜੀ ਗੱਲ ਹੈ, ਹੁਣ ਤੇ ਮਾਵਾਂ ਵੀ ਇਸ ਜੇ ਪੀੜ੍ਹੀ ਦੀਆਂ ਮਾਵਾਂ ਵੀ ਉਰਦੂ ਬੋਲ ਰਹੀਆਂ ਨੇ। ਸਾਨੂੰ ਉਰਦੂ ਦੇ ਨਾਲ ਤੇ ਕੋਈ ਮਸਲਾ ਨਹੀਂ ਹੈ, ਲੇਕਿਨ ਅਸੀਂ ਕਹਿੰਦੇ ਹਾਂ ਕਿ ਜਿਸ ਤਰ੍ਹਾਂ ਜਿਸ ਹੱਦ ਤੱਕ ਪੰਜਾਬੀ ਦੇ ਜਿਹੜਾ ਨਾ ਪਸ਼ਤੋ, ਸਿੰਧੀ, ਬਲੋਚੀ, ਇਹ ਸਾਰੀਆਂ ਜ਼ੁਬਾਨਾਂ ਪੜ੍ਹਾਈਆਂ ਜਾ ਰਹੀਆਂ ਨੇ, ਪੰਜਾਬੀ ਨੂੰ ਵੀ ਉਹਦੇ ਹਿਸਾਬ ਦਾ ਸਲੂਕ ਕਰਨਾ ਚਾਹੀਦਾ, ਉਹਦੇ ਨਾਲ ਮਤਰਾਇਆ ਸਲੂਕ ਨਹੀਂ ਕਰਨਾ ਚਾਹੀਦਾ। ਅਸੀਂ ਇਹਦੀ ਕੋਸ਼ਿਸ਼ ਕਰ ਰਹੇ ਹਾਂ, ਔਰ ਸਾਡਾ ਜਿੰਨਾ ਆ ਰਿਹਾ ਸਾਰਾ ਇਹਦੇ ਤੇ ਅਸੀਂ ਮਰਕਜ਼ ਕੀਤਾ ਹੋਇਆ। ਔਰ ਉਹ ਵਕਤ ਆਏਗਾ ਕਿ ਜਿਸ ਦਿਨ ਸਾਡੇ ਸਕੂਲ ਵਿੱਚ ਸਾਡੇ ਜਿਹੜੇ ਬੱਚੇ ਨੇ ਜੋ ਘਰੋਂ ਸਿੱਖ ਕੇ ਜਾਣਗੇ 5 ਸਾਲ, ਉਹਦੀ ਉਹਨਾਂ ਨੂੰ ਕੰਟੀਨਿਊਟੀ ਮਿਲੇਗੀ, ਨਾ ਕਿ ਸਾਰਾ ਡਿਸਕਾਰਡ ਕਰਕੇ ਤੇ ਉਹਨੂੰ ਸਾਈਡ ਤੇ ਕਰਕੇ ਇੱਕ ਪਾਸੇ ਕਰਕੇ ਤੇ ਉਹ ਉਹਨਾਂ ਨੂੰ ਕੋਈ ਨਵਾਂ ਸਿੱਖਣਾ ਪਵੇ। ਤੇ ਸਾਡੀ ਇਹੀ ਕੋਸ਼ਿਸ਼ ਹੈ, ਔਰ ਵਕਤ ਆਏਗਾ ਕਿ ਸਾਡੇ ਬਾਲ ਜਿਹੜੇ ਨੇ ਸਕੂਲ ਜਾ ਕੇ ਉਹ ਹੀ ਪੜ੍ਹਨਗੇ ਜੋ ਘਰੋਂ ਸਿੱਖ ਕੇ ਗਏ। ਜੀ ਮਾਸ਼ਾਅੱਲਾ ਜੀ, ਤੁਹਾਡੀ ਟੀਮ ਬੜੀ ਸੋਹਣੀ। ਵੱਟੂ ਸਾਹਿਬ ਬੜਾ ਸੋਹਣਾ ਕੰਮ ਸਾਰੇ ਦੋਸਤ ਤੁਸੀਂ ਕਰ ਰਹੇ ਹੋ,
ਔਰ ਮੈਂ ਸਮਝਦਾ ਕਿ ਜਦੋਂ ਇੱਕ ਇੰਨਾ ਓਪਰਾ ਸਲੂਕ ਹੋਵੇ ਕਿਸੇ ਬੋਲੀ ਨਾਲ, ਤੇ ਕੋਈ ਵੀ ਬੰਦਾ ਜਿਹੜਾ ਉਹ ਪਰਾਂ ਨਹੀਂ ਰਹਿ ਸਕਦਾ, ਵੱਖਰਾ ਨਹੀਂ ਖਲੋ ਸਕਦਾ ਕਿ ਅਗਰ ਬਾਕੀ ਜ਼ਬਾਨਾਂ ਨੂੰ ਪੜ੍ਹਾਈਆਂ ਜਾ ਰਹੀਆਂ ਨੇ ਤੇ ਇਸ ਜ਼ਬਾਨ ਨੂੰ ਕਿਉਂ ਮਤਰਿਆ ਵਾਲਾ ਸਲੂਕ ਇਹਦੇ ਨਾਲ ਕੀਤਾ ਜਾ ਰਿਹਾ ਹੈ। ਅੱਛਾ ਫਰਾਦ ਭਾਈ, ਅਸੀਂ ਸਮਝਦੇ ਕਿ ਜਿਹੜਾ ਇਹ ਸਾਰਾ ਮਾਂ ਬੋਲੀ ਬੋਲਣ ਦੇ ਪਿੱਛੇ ਸ਼ਰਮ ਦੀ ਇੱਕ ਲੋਕਾਂ ਨੂੰ ਮਹਿਸੂਸ ਹੁੰਦੀ, ਇਹਦੇ ਪਿੱਛੇ ਪੂਰੀ ਇੱਕ ਸਾਜ਼ਿਸ਼ ਹੈ। ਤੁਸੀਂ ਕੀ ਸਮਝਦੇ ਹੋ ਕਿ ਨਵੀਂ ਪੀੜ੍ਹੀ 'ਚ ਪੰਜਾਬੀ ਬੋਲਣ ਤੇ ਕੋਈ ਜਿਹੜੀ ਸ਼ਰਮ ਮਹਿਸੂਸ ਕੀਤੀ ਜਾਂਦੀ ਸੀ ਪਿੱਛੇ, ਉਹ ਕੋਈ ਘਟੀ ਔਰ ਲੋਕ ਮਾਂ ਬੋਲੀ ਨਾਲ ਮੈਨੂੰ ਤੇ ਦਾ ਵਧਾ ਨਜ਼ਰ ਆ ਰਿਹਾ ਕਿ ਲੋਕ ਹੁਣ ਬੋਲਦੇ ਆ ਸ਼ਰਮਾਉਂਦੇ ਨਹੀਂ ਹੁਣ ਪਹਿਲਾਂ ਵਾਂਗਰ। ਤੁਸੀਂ ਕੀ, ਤੁਹਾਡੀ ਕੀ ਇਹਦੇ ਬਾਰੇ ਖਿਆਲ ਹੈ? ਉਹਦਾ ਇਹ ਹੈ ਕਿ ਅਗਰ ਅਸੀਂ ਪੂਰੀ ਤਰ੍ਹਾਂ ਦੇਖੀਏ ਨਾ, ਇਹਦਾ ਬਰਡ ਆਈ ਵਿਊ, ਪੱਖੋਂ ਦੀ ਅੱਖ ਨਾਲ ਵੇਖੀਏ ਅਸੀਂ, ਤੇ ਸਾਨੂੰ ਇਹ ਨਜ਼ਰ ਆਉਂਦਾ ਹੈ ਕਿ ਜਿਹੜੀ ਸਾਡੀ ਇੰਟੈਲੈਕਚੁਅਲ ਕਲਾਸ ਹੈ ਸਾਰੀ ਦੀ ਸਾਰੀ, ਮਤਲਬ PhD ਲੈਵਲ ਦੀ ਇੰਟੈਲੈਕਚੁਅਲ ਕਲਾਸ ਜਿਹੜੀ ਪੰਜਾਬ ਤੋਂ ਤਾਲੁਕ ਰੱਖਦੀ ਹੈ, ਆਪਸ ਵਿੱਚ ਬੈਠੇ ਆ ਪੂਰੇ ਲੋਕ ਪੰਜਾਬੀ 'ਚ ਗੱਲ ਕਰਦੇ ਨੇ, ਉਹਨਾਂ ਨੂੰ ਕੋਈ ਇਸ ਗੱਲ ਦੇ ਉੱਤੇ ਕੋਈ ਸ਼ਰਮ ਨਹੀਂ ਹੈ। ਉਸ ਤੋਂ ਬਾਅਦ ਦਰਮਿਆਨ ਵਿੱਚ ਇੱਕ ਤਬਕਾ ਆਉਂਦਾ ਹੈ ਕਿ ਜਿਹੜਾ ਮੀਡੀਅਮ ਉਹਦੇ ਵਿੱਚ ਆਉਂਦੇ ਨੇ ਲੋਕ, ਉਹਨਾਂ ਨੂੰ ਛੱਡ ਕੇ ਥੱਲੇ ਚਲੇ ਜਾਓ ਤਾਂ ਉਹਨਾਂ ਨੂੰ ਕੋਈ ਮਸਲਾ ਨਹੀਂ। ਸਿਰਫ ਜਿਹੜੇ ਸ਼ਹਿਰੀ ਮਾਹੌਲ ਦੇ ਵਿੱਚ ਜਿਹੜਾ ਇੱਕ ਦਰਮਿਆਨ ਵਾਲਾ ਤਬਕਾ ਹੈ, ਜੇ ਉਹਨਾਂ ਨੂੰ ਹਾਲੇ ਤੱਕ ਜਿਹੜੀ ਝਿਜਕ ਸੀ ਨਾ, ਲੇਕਿਨ ਐਵੇਂ ਕਿ ਚੀਜ਼ਾਂ ਨੈਰੋ ਡਾਊਨ ਹੋ ਰਹੀਆਂ ਨੇ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਜਦੋਂ ਵੀ ਅਸੀਂ ਪੰਜਾਬੀ ਵਾਸਤੇ ਜਾਂਦੇ ਹਾਂ, ਪੰਜਾਬੀ ਦੇ ਹੱਕ ਵਾਸਤੇ ਗੱਲ ਕਰਨ ਲਈ ਜਾਂਦੇ ਹਾਂ, ਉਹ ਬੱਚੇ ਜਿਹੜੇ ਨੇ ਉਹ ਸਾਡੇ ਨਾਲ ਜਦੋਂ ਗੱਲ ਕਰਦੇ ਨੇ ਤੇ ਉਹ ਪੰਜਾਬੀ 'ਚ ਗੱਲ ਕਰਦੇ ਨੇ, ਉਹ ਸਾਡੇ ਨਾਲ ਟੁਰਦੇ ਨੇ। ਉਹਦੇ ਨਵੀਂ ਜਿਹੜੀ ਨਸਲ ਹੈ ਨਾ, ਉਹਦੇ ਅੰਦਰ ਤੱਕ ਇਹ ਗੱਲ ਪਹੁੰਚੀ ਹੈ। ਹੁਣ ਉਹਨਾਂ ਨੂੰ ਇਹ ਜਾਗਰਤੀ ਆ ਰਹੀ ਹੈ ਕਿ ਸਾਨੂੰ ਆਪਣੀ ਜ਼ੁਬਾਨ ਦਾ ਰਿਵਾਈਵਲ ਚਾਹੀਦਾ ਹੈ, ਔਰ ਉਹ ਭਾਵੇਂ ਰੇਸ਼ੋ ਦੇ ਵਿੱਚ ਘੱਟ ਨੇ, ਲੇਕਿਨ ਇਹ ਹੈ ਕਿ ਉਹ ਦਿਨ ਬ ਦਿਨ ਅਸੀਂ ਪਿਛਲੇ ਜਿਹੜੇ 6-7 ਸਾਲ ਤੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਉਹਦੇ 'ਚ ਅਸੀਂ ਬਾਕਾਇਦਾ ਜਿਹੜਾ ਜਿੰਨਾ ਅਸੀਂ ਉਹਨੂੰ ਜੱਜ ਕਰ ਰਹੇ ਹਾਂ, ਉਹਦੇ 'ਚ ਇਹ ਹੈ ਕਿ ਨਵੀਂ ਪੀੜ੍ਹੀ ਦੇ ਵਿੱਚ ਆਪਣੀ ਜ਼ੁਬਾਨ ਦੇ ਬਾਰੇ 'ਚ ਜਿਹੜੀ ਅਵੇਅਰਨੈਸ ਹੈ ਉਹ ਦਿਨ ਬ ਦਿਨ ਅੱਗੇ ਜਾ ਰਹੀ ਹੈ, ਪਿੱਛੇ ਨਹੀਂ ਆ ਰਹੀ। ਔਰ ਕਿਉਂਕਿ ਅਸੀਂ ਬਾਹਰ ਨਿਕਲ ਕੇ ਪੰਜਾਬੀ ਦੀ ਗੱਲ ਕਰਨੇ ਆ, ਇਸ ਵਾਸਤੇ ਅਗਰ ਕੋਈ ਵੀ ਗੱਲ ਨਾ ਕਰੇਗਾ ਤਾਂ ਫਿਰ ਇਹ ਵਾਕਈ ਹੋਏਗਾ ਕਿ ਅੱਛਾ ਜੀ, ਜਿਹੜੀਆਂ ਗੱਲਾਂ ਮਸ਼ਹੂਰ ਨੇ ਕਿ ਪੰਜਾਬੀ ਗਾਲਾਂ ਦੀ ਜ਼ੁਬਾਨ ਹੈ, ਪੰਜਾਬੀ ਬਦਤਮੀਜ਼ ਦੀ ਜ਼ੁਬਾਨ ਹੈ, ਇਹ ਜਿਹੜੀਆਂ ਗੱਲਾਂ ਨੇ ਇਹ ਪਪੂਲਰ ਬਿਆਨੀਏ ਕੀਤੇ ਗਏ ਨੇ, ਐਕਚੁਅਲੀ 'ਚ ਹੈ ਨਹੀਂ। ਜਿਹੜੀ ਸਾਨੂੰ ਕਹਿੰਦੀ ਹੈ ਕਿ ਜੀ ਗਾਲਾਂ ਨਹੀਂ ਜਾਂ ਬਦਤਮੀਜ਼ੀ, ਉਹ ਕਿਸੇ ਵੀ ਜ਼ੁਬਾਨ ਦੇ ਵਿੱਚ ਉਹਦੀਆਂ ਗਾਲਾਂ ਜਾਂ ਉਹਦੀ ਬਦਤਮੀਜ਼ੀ ਕਿਸੇ ਵੀ ਜ਼ੁਬਾਨ ਵਿੱਚ ਤਕਰੀਬਨ ਇਸੇ ਲੈਵਲ ਦੀ ਹੁੰਦੀ ਹੈ। ਸਿਰਫ ਇਹ ਵੇ ਕਿ ਹਾਂ, ਇਹ ਵੇ ਕਿ ਪੰਜਾਬੀ ਇੱਕ ਬੋਲਡ ਐਕਸਪ੍ਰੈਸ਼ਨ ਵਾਲੀ ਜ਼ੁਬਾਨ ਹੈ, ਜ਼ਿਆਦਾ ਬੋਲਡ ਔਰ ਲਾਊਡ ਹੈ, ਠੀਕ ਹੈ, ਬਹੁਤ ਸਾਰੀਆਂ ਜ਼ੁਬਾਨਾਂ ਨਾਲੋਂ। ਇਸ ਵਾਸਤੇ ਉਹ ਇਹ ਲਾਊਡ ਹੋਣ ਦੀ ਵਜ੍ਹਾ ਤੋਂ ਜਾਂ ਬੋਲਡ ਹੋਣ ਦੀ ਵਜ੍ਹਾ ਤੋਂ ਵੀ ਦੂਸਰੀਆਂ ਜ਼ੁਬਾਨਾਂ ਜਿਹੜੀਆਂ ਨੇ ਉਹਨਾਂ ਨੇ ਇੱਕ ਇਹਦੇ ਬਾਰੇ 'ਚ ਇੱਕ ਇਹਦਾ ਇਮੇਜ ਕ੍ਰੀਏਟ ਕਰ ਦਿੱਤਾ ਹੈ ਕਿ ਜੀ ਪੰਜਾਬੀ ਜਿਹੜਾ ਉਹ ਇੱਕ ਅਨਪੜ੍ਹ ਦੀ ਜ਼ੁਬਾਨ ਹੈ, ਜਾਂ ਪੰਜਾਬੀ ਜਿਹੜੀ ਹੈ ਇਹ ਇੱਕ ਬਦਤਮੀਜ਼ੀ ਦੀ ਜ਼ੁਬਾਨ ਹੈ, ਜਾਂ ਪੰਜਾਬੀ ਗਾਲਾਂ ਦੀ ਜ਼ੁਬਾਨ ਹੈ। ਇਹ ਸਾਰੇ ਜਿਹੜੇ ਜਿੰਨੀਆਂ ਵੀ ਉਹਦੇ ਬਾਰੇ 'ਚ ਜਿਹੜਾ ਇਮੇਜ ਕ੍ਰੀਏਟ ਕੀਤਾ ਗਿਆ ਇਹ ਕੰਸਟਰਕਟਡ ਹੈ, ਐਕਚੁਅਲੀ 'ਚ ਹੈ ਨਹੀਂ। ਕਿਸੇ ਕੋਈ ਮਲਿਆਲਮ ਤੁਸੀਂ ਲੈ ਲਓ, ਤੇਲਗੂ ਲੈ ਲਓ, ਤੁਸੀਂ ਬਿਹਾਰ ਤੋਂ ਸ਼ੁਰੂ ਹੋ ਕੇ ਜਾਂ ਦੁਨੀਆ ਦੀ ਕੋਈ ਵੀ ਜ਼ੁਬਾਨ ਲੈ ਲਓ, ਉਹਦੇ ਵਿੱਚ ਸਭ ਤੋਂ ਪਹਿਲੇ ਜਿਹੜਾ ਕੋਈ ਬੰਦਾ ਅਜਨਬੀ ਜਾਏਗਾ ਨਾ, ਮਤਲਬ ਇੱਥੋਂ ਕੋਈ ਬੰਦਾ ਸਾਊਦੀ ਅਰਬ ਚਲਾ ਜਾਂਦਾ ਜਾਂ ਸਾਊਦੀ ਅਰਬ ਤੋਂ ਕੋਈ ਭਾਵੇਂ ਯੂਰਪ ਚਲਾ ਜਾਂਦਾ ਹੈ, ਉਹ ਉੱਥੋਂ ਜਾ ਕੇ ਜ਼ੁਬਾਨ ਸਿੱਖੇਗਾ, ਸਭ ਤੋਂ ਪਹਿਲੇ ਉਹਦੀਆਂ ਗਾਲਾਂ ਸਿੱਖੇਗਾ, ਕਿਉਂਕਿ ਉਹਦੇ 'ਚ ਬੋਲਡਨੈਸ ਔਰ ਕ੍ਰਿਸਪ ਹੁੰਦਾ ਹੈ, ਇਜ਼ਹਾਰ ਹੁੰਦਾ। ਗਾਲੀ ਦੇ ਵਿੱਚ ਇਜ਼ਹਾਰ ਬਹੁਤ ਜ਼ਿਆਦਾ ਹੁੰਦਾ, ਇੱਕਦਮ ਜਿਹੜਾ ਨਾ ਤੁਸੀਂ ਨਹੀਂ ਜਿਹੜੀ ਇਜ਼ਹਾਰ ਕਰ ਸਕਦੇ, ਗਾਲੀ 'ਚ ਕਰ ਲੈਂਦੇ। ਇਸ ਲਈ ਇੱਥੋਂ ਜਾ ਕੇ ਲੋਕ ਸਾਊਦੀ ਅਰਬ ਜਾ ਕੇ ਜਾਂ ਅਰਬ ਕਿਸੇ ਵੀ ਕੰਟਰੀ ਜਾ ਕੇ ਸਭ ਤੋਂ ਪਹਿਲੇ ਜਿਹੜੀਆਂ ਉੱਥੇ ਗਾਲਾਂ ਨੇ ਅਰਬੀ ਦੇ ਵਿੱਚ, ਸਭ ਤੋਂ ਪਹਿਲੇ ਉਹ ਸਿੱਖਦੇ ਨੇ। ਜ਼ਿਆਦਾ ਗਾਲਾਂ ਮੌਜੂਦ ਹੈ ਨੇ ਤੇ ਸਿੱਖੀਆਂ ਜਾ ਰਹੀਆਂ ਹਨ। ਇਸ ਵਾਸਤੇ ਇਹ ਤੇ ਦੋਵੇਂ ਤਿੰਨੇ ਗੱਲਾਂ ਪੰਜਾਬੀ ਦੇ ਬਾਰੇ 'ਚ ਅਸੀਂ ਉਹਨੂੰ ਬਿਲਕੁਲ ਡਿਸਕਾਰਡ ਕਰਨੇ ਆ, ਔਰ ਅਸੀਂ ਇਹਦੇ ਤੇ ਬਕਾਇਦਾ ਮਤਲਬ ਅਸੀਂ ਆਰਗੂਮੈਂਟ ਕਰਨ ਨੂੰ ਤਿਆਰ ਹਾਂ। ਔਰ ਬੜੀ ਦਫਾ ਆਰਗੂਮੈਂਟ ਹੋਇਆ ਕਿ ਜਿਹਦੇ 'ਚ ਕਿ ਅਸੀਂ ਉਹਨਾਂ ਨੂੰ ਸਾਬਤ ਕੀਤਾ ਹੈ ਕਿ ਜੀ ਪੰਜਾਬੀ ਦੇ ਬਾਰੇ 'ਚ ਇਹ ਜੋ ਕਿਹਾ ਗਿਆ ਹੈ ਨਾ, ਇਹਦਾ ਜ਼ਮੀਨੀ ਹਕਾਇਕ ਨਾਲ ਕੋਈ ਤਾਲੁਕ। ਸਰ, ਇਹ ਬੜੀ ਸੋਹਣੀ ਤੁਸੀਂ ਕੀਤਾ ਤਜਜ਼ੀਆ ਕਿ ਜਿਹੜੀ ਵਿਚਕਾਰਲੀ ਕਲਾਸ ਹੈ, ਦਰਮਿਆਨੀ ਕਲਾਸ ਹੈ ਜੀ, ਮਿਡਲ ਕਲਾਸ, ਉਹਦਾ ਮਸਲਾ ਹੈ ਕਿ ਉਹ ਮੁਹੱਜ਼ਬ ਹੋਣ ਦੀ ਕੋਸ਼ਿਸ਼ ਕਰਨ 'ਚ ਉਰਦੂ ਵੱਲ ਟੁਰ ਪਏ, ਜਦੋਂ ਕਿ ਜ਼ੁਬਾਨਾਂ ਸਾਰੀਆਂ ਹੀ ਚੰਗੀਆਂ ਹੁੰਦੀਆਂ ਨੇ। ਕਿਸੇ ਜ਼ੁਬਾਨ ਨੂੰ ਬੋਲ ਕੇ ਬੰਦਾ ਮੁਹੱਜ਼ਬ ਨਹੀਂ ਹੋ ਸਕਦਾ, ਆਪਣੇ ਕਿਰਦਾਰ ਨਾਲ ਮੁਹੱਜ਼ਬ ਹੋਣਾ ਹੁੰਦਾ ਹੈ। ਔਰ ਸਾਡੇ ਇੱਕ ਦੋਸਤ ਜ਼ਾਹਿਦ ਹਸਨ ਬਹੁਤ ਸੁੱਚੇ ਕਹਾਣੀਕਾਰ, ਸ਼ਾਇਰ, ਦਾਹਾਂ ਵਾਰ ਲੈ ਚੁੱਕੇ ਨੇ, ਉਹ ਲਫ਼ਜ਼ ਪੜ੍ਹਾਉਂਦੇ ਨੇ, ਤੇ ਉਹ ਵੀ ਕਹਿ ਰਹੇ ਸੀ ਕਿ ਲਫ਼ਜ਼ ਜਿਹੜੇ ਬੱਚੇ ਨੇ ਉਹ ਅੰਗਰੇਜ਼ੀ ਦੇ ਨਾਲ ਪੰਜਾਬੀ ਬੋਲ ਕੇ ਫਖਰ ਮਹਿਸੂਸ ਕਰਦੇ ਨੇ, ਤੇ ਉਹਨਾਂ ਨੂੰ ਕੋਈ ਨਹੀਂ ਹੁੰਦਾ। ਲੇਕਿਨ ਜਿਹੜੀ ਤੁਹਾਡੀ ਗੱਲ ਸਹੀ ਹੈ ਕਿ ਇਹਦੀ ਕਲਾਸ ਇਹ ਕਰ ਰਹੀ, ਸਾਨੂੰ ਉੱਤੇ ਕੰਮ ਕਰਨ ਦੀ ਲੋੜ ਹੈ, ਤੇ ਕਿ ਉਹਨਾਂ ਨੂੰ ਅਸੀਂ ਇਹ ਦੱਸੀਏ ਕਿ ਜਿਹੜੀ ਜ਼ੁਬਾਨ ਹੈ ਇਹ ਵੀ, ਬਲਕਿ ਸੂਫੀ ਸ਼ਾਇਰੀ ਵੇਖੀਏ ਤੇ ਦੂਜੀਆਂ ਜ਼ੁਬਾਨਾਂ ਨਾਲ ਜ਼ਿਆਦਾ ਉੱਚਾ ਇਹਦਾ ਮੁਕਾਮ ਹੈ। ਇਹ ਜ਼ਫਰ ਅਵਾਨ ਸਾਹਿਬ ਪੁੱਛ ਰਹੇ ਨੇ ਤੁਹਾਨੂੰ ਫਰਾਦ ਬਾਈ ਕਿ
ਇਹ ਜਿਹੜੀ ਅੱਜ ਕੀ ਅੱਜ ਕੱਲ੍ਹ ਮਿਆਰੀ ਪੰਜਾਬੀ ਅਦਬ ਲਿਖਿਆ ਜਾ ਰਿਹਾ ਹੈ, ਔਰ ਅਗਰ ਲਿਖਿਆ ਜਾ ਰਿਹਾ ਹੈ ਤੇ ਪੰਜਾਬੀ ਸ਼ਾਇਰੀ ਨੂੰ ਅਸੀਂ ਆਲਮੀ ਮੰਜ਼ਰਨਾਮੇ 'ਚ ਕਿੱਥੇ ਵੇਖਦੇ ਹੋ ਤੁਸੀਂ ਪੰਜਾਬੀ ਸ਼ਾਇਰੀ? ਮੇਰੇ ਖਿਆਲ ਵਿੱਚ ਜੀ ਵੀਰ ਜੀ ਗੱਲ ਹੈ ਕਿ ਪੰਜਾਬੀ ਅੱਜ ਜਿਹੜੀ ਜਿੱਥੇ ਅਸੀਂ ਖੜੇ ਆ ਨਾ, ਲਿਟਰੇਚਰ ਦੇ ਬਾਰੇ ਨਾਲ ਮੈਂ ਗੱਲ ਕਰਾਂਗਾ, ਇਹਨੂੰ ਦੋ ਹਿੱਸਿਆਂ 'ਚ, ਤਿੰਨ ਹਿੱਸੇ ਮੈਂ ਤਕਸੀਮ ਕਰਾਂ ਨਾ, ਤੇ ਮੈਂ ਕਹਾਂਗਾ ਕਿ ਸ਼ਾਇਰੀ ਇੱਕ ਟ੍ਰੈਂਡੀ ਕੰਮ ਹੈ। ਸ਼ਾਇਰੀ ਦੇ ਵਿੱਚ ਲੋਕ ਨਵੇਂ ਵੀ ਆ ਰਹੇ ਨੇ, ਅੱਛਾ ਕੰਮ ਹੋ ਰਿਹਾ ਹੈ। ਔਰ ਤੁਸੀਂ ਅੱਜ ਤੋਂ 20 ਸਾਲ ਪਹਿਲੇ ਦੀ ਸ਼ਾਇਰੀ ਚੁੱਕ ਕੇ ਵੇਖ ਲਓ, ਅੱਜ ਦੀ ਵੇਖੋ, ਮੌਜ਼ੂਆਤ ਦੇ ਲਿਹਾਜ਼ ਨਾਲ, ਟੈਕਨੀਕ ਦੇ ਲਿਹਾਜ਼ ਨਾਲ ਚੀਜ਼ਾਂ ਅੱਗੇ ਵਧੀਆਂ ਨੇ। ਔਰ ਬਾਕਾਇਦਾ ਪੰਜਾਬੀ ਪਹਿਲੇ ਸੀ ਕਿ 200 ਸਾਲ, 150-200 ਸਾਲ ਇੱਕੋ ਜਗ੍ਹਾ ਤੇ ਖੜੀ ਰਹੀ, ਜ਼ੁਬਾਨ ਦੇ ਲਿਹਾਜ਼ ਨਾਲ, ਮੌਜੂ ਦੇ ਲਿਹਾਜ਼ ਨਾਲ ਅੱਗੇ ਨਹੀਂ ਵਧੀ। ਲੇਕਿਨ ਹੁਣ ਪਿਛਲੇ ਕੁਝ ਦਹਾਕਿਆਂ ਤੋਂ ਜਿਹੜੀ ਪੰਜਾਬੀ ਲਿਖੀ ਜਾ ਰਹੀ ਹੈ, ਜਾਂ ਤੁਸੀਂ ਕਰ ਲਓ ਇਸ ਸਦੀ ਵਿੱਚ, ਉਹਦੇ 'ਚ ਬਾਕਾਇਦਾ ਜਿਹੜੇ ਅਦਬੀ ਤਹਿਰੀਕਾਂ ਨੇ, ਜਾਂ ਬਾਕਾਇਦਾ ਉਹਦੇ 'ਚ ਲੱਗਦਾ ਕਿ ਇਹਨੇ ਸਫ਼ਰ ਤੈਅ ਕੀਤਾ ਹੈ। ਕੁਛ ਮੈਂ ਸ਼ਾਇਰੀ ਦੀ ਗੱਲ ਕਰ ਰਿਹਾ, ਨਵੇਂ ਸ਼ਾਇਰ ਬਹੁਤ ਅੱਛਾ ਲਿਖ ਰਹੇ ਨੇ। ਸ਼ਾਇਰੀ ਦੇ ਵਿੱਚ ਜਿਹੜੇ ਨਵੇਂ ਆਏ ਨੇ, ਜਿਹੜੇ ਮੌਜੂਦ ਨੇ ਪਹਿਲੇ ਤੋਂ ਲਿਖਣ ਵਾਲੇ, ਉਹਨਾਂ ਦਾ ਵੀ ਕੋਈ ਜਵਾਬ ਨਹੀਂ, ਲੇਕਿਨ ਨਵੇਂ ਜਿਹੜੇ ਬੱਚੇ ਨੇ ਕਈ ਵਾਰੀ ਹੈਰਾਨ ਕਰ ਦਿੰਦੇ ਨੇ। ਦੂਸਰਾ ਇਹਦਾ ਹਿੱਸਾ ਹੈ ਜੀ ਕਹਾਣੀ। ਕਹਾਣੀ ਦੇ ਵਿੱਚ ਲੋਕ ਘੱਟ ਨੇ, ਹੈ ਨੇ ਜਿਹੜੇ ਧਾਰੀਵਾਲ ਸਾਹਿਬ ਨੇ, ਇਸ ਤੋਂ ਇਲਾਵਾ ਇਜਾਜ਼ ਹੈ, ਉਹ ਜਿਤਨੇ ਵੀ ਲੋਕ ਮੈਂ ਨਾਂ ਇੱਥੇ ਗਿਣਵਾਵਾਂ, ਉਹ ਅੱਛੇ ਨੇ, ਮਤਲਬ ਉਹ ਕੰਮ ਜਿਹੜਾ ਨਾ ਸੁਥਰਾ ਕਰ ਰਹੇ ਨੇ, ਲੇਕਿਨ ਥੋੜੇ ਨੇ। ਜਿਹੜਾ ਕੰਮ ਹੋ ਰਿਹਾ ਨਾ ਕਹਾਣੀ ਵਿੱਚ, ਉਹ ਘੱਟ ਹੋ ਰਿਹਾ। ਜਾਂ ਤੇ ਇਹ ਵੇ ਕਿ ਉਹ ਬਹੁਤ ਜ਼ਿਆਦਾ, ਜਿਹਨੂੰ ਕਹਿ ਸਕਦੇ ਹੋ ਕਿ ਐਕਸਪ੍ਰੈਸ਼ਨ, ਜਾਂ ਫਿਰ ਇਹ ਵੇ ਕਿ ਉਹ ਡਿਮੋਨਸਟ੍ਰੇਸ਼ਨ ਵਾਲੀ ਚੀਜ਼ ਨਹੀਂ ਹੈ, ਕਿਉਂਕਿ ਕਿਤਾਬ ਨਾਲ ਤਾਲੁਕ ਹੈ ਉਹਦਾ। ਤੇ ਇਸ ਵਾਸਤੇ ਉਹਦੇ ਵਿੱਚ ਜਿੰਨਾ ਹੋਣਾ ਚਾਹੀਦਾ ਸੀ ਕਹਾਣੀ ਦੇ ਉੱਤੇ, ਉਨਾ ਜ਼ਿਆਦਾ ਕੰਮ ਨਹੀਂ ਹੋ ਰਿਹਾ, ਉਹਨੇ ਜ਼ਿਆਦਾ ਲੋਕ ਨਹੀਂ ਹਨ ਕਹਾਣੀ, ਔਰ ਤਰਜਮੇ ਵਾਲੇ ਕਹਾਣੀਆਂ ਲੋਕ ਘੱਟ ਨੇ। ਤੀਸਰੀ ਜਿਹੜਾ ਹਿੱਸਾ ਸਾਡੇ ਕੋਲ ਤਕਰੀਬਨ ਮਿਸਿੰਗ ਹੈ, ਉਹ ਵੇ ਕਿ ਜਿਹੜੇ ਨਾ ਰਿਸਰਚ ਜਾਂ ਜਿਹੜੇ ਸਕਾਲਰ ਦਾ ਜਿਹੜਾ ਕੰਮ ਹੁੰਦਾ ਹੈ, ਕਿ ਸਾਡੇ ਜਿਹੜੇ ਜਿਤਨੇ ਵੀ ਲੋਕ ਨੇ ਲਿਖਣ ਵਾਲੇ, ਮਤਲਬ ਤਾਰੀਖ ਹੈ, ਜਾਂ ਜਿਹੜੇ ਇਹੋ ਜਿਹੇ ਜਿੰਨੇ ਵੀ ਮੁਸੰਨਫ ਨੇ, ਤਸਨੀਫ ਹੁੰਦੀ ਹੈ ਨਾ, ਉਹ ਪੰਜਾਬੀ ਤਕਰੀਬਨ ਨਾ ਹੋਣ ਦੇ ਬਰਾਬਰ ਹੈ। ਹੁਣ ਜ਼ਰੂਰਤ ਇਹਦੇ ਵਿੱਚ ਵੀ ਹੈ ਕਿ ਸਾਡੇ ਕੁਝ ਜੀਆਂ ਨੇ ਕੰਮ ਕੀਤਾ ਪਹਿਲੇ, ਬੜਾ ਅੱਛਾ ਕੀਤਾ, ਲੇਕਿਨ ਉਹਨੂੰ ਚੱਲਦੇ ਰਹਿਣਾ ਚਾਹੀਦਾ ਸੀ। ਅੱਜ ਉਹ ਆਹਿਸਤਾ ਆਹਿਸਤਾ, ਮਤਲਬ ਜਿਹੜਾ ਇੱਕ ਬਾਕਾਇਦਾ ਜਿਹੜਾ ਰਿਸਰਚ ਵਾਲਾ ਕੰਮ ਹੈ ਪੰਜਾਬੀ ਦੇ ਵਿੱਚ, ਉਹ ਨਹੀਂ ਹੋ ਰਿਹਾ, ਘੱਟ ਹੋ ਰਿਹਾ, ਬਹੁਤ ਹੀ ਘੱਟ ਹੋ ਰਿਹਾ। ਉਹਦੇ ਮੁਕਾਬਲੇ 'ਚ ਅੰਗਰੇਜ਼ੀ ਦੇ ਵਿੱਚ ਤੁਹਾਨੂੰ ਰਿਸਰਚ ਹਰ ਕੋਈ ਮਿਲ ਜਾਏਗੀ, ਤੁਹਾਨੂੰ ਉਰਦੂ 'ਚ ਮਿਲ ਜਾਏਗੀ, ਤਕਰੀਬਨ ਉਸ ਤੋਂ ਜ਼ਰਾ ਘੱਟ, ਲੇਕਿਨ ਪੰਜਾਬੀ ਦੇ ਵਿੱਚ ਤੁਸੀਂ ਟੁਰੋਗੇ ਨਾ ਤਾਂ ਤੁਹਾਨੂੰ ਘੱਟ ਮਿਲੇਗਾ। ਸੋ ਇਹ ਵੇ ਕਿ ਮੈਂ ਤੇ ਉਮੀਦ ਕਰਨਾ ਮੈਂ ਕਿ ਅਗਰ ਸ਼ਾਇਰੀ ਜਿਸ ਤਰ੍ਹਾਂ ਆਪਣੇ ਟਰੈਕ ਤੇ ਚੱਲ ਰਹੀ ਹੈ, ਲੋਕ ਲਿਖ ਰਹੇ ਨੇ, ਜ਼ਿਆਦਾ ਲਿਖ ਰਹੇ ਨੇ, ਇਸੇ ਤਰ੍ਹਾਂ ਹੀ ਕਹਾਣੀ ਵਿੱਚ ਲੋਕ ਨਵੇਂ ਆਉਣਗੇ ਇਸ ਟ੍ਰੈਂਡ ਦੀ ਵਜ੍ਹਾ ਤੋਂ। ਔਰ ਗੱਲ ਉੱਥੇ ਜਾ ਕੇ ਮੁੱਕੇਗੀ ਕਿ ਜਦੋਂ ਸਾਡੇ ਸਕੂਲਾਂ ਕਾਲਜਾਂ 'ਚ ਜ਼ਬਾਨ ਹੋਏਗੀ ਨਾ, ਤੇ ਉਹਦੇ ਤੇ ਫਿਰ ਰਿਸਰਚ ਆਰਟੀਕਲਸ ਕੀ, ਬਲਕਿ ਜਿਹੜਾ ਹਰ ਕਿਸਮ ਦਾ ਕੰਮ ਉਹਦੇ ਤੇ ਹੋਵੇਗਾ, ਫਿਰ ਕਹਾਣੀ ਵਾਲੇ ਲੋਕ ਵੀ ਜ਼ਿਆਦਾ ਹੋਣਗੇ। ਹੁਣ ਕਿਉਂਕਿ ਇਸ ਵੇਲੇ ਕਿਉਂਕਿ ਸਕੂਲ ਕਾਲਜ ਵਿੱਚ ਤਾਲੀਮੀ ਨਿਜ਼ਾਮ ਦਾ ਹਿੱਸਾ ਨਹੀਂ, ਇਸ ਵਾਸਤੇ ਇਹ ਜਿਹੜੇ ਕੰਮ ਹੈ ਨਾ, ਸਕਾਲਰ ਵਾਲਾ ਕੰਮ ਜਿਹੜਾ, ਜਾਂ ਜਿਹੜਾ ਬਾਕਾਇਦਾ ਇੱਕ ਤਹਿਕੀਕ ਵਾਲਾ ਰਿਸਰਚ ਵਾਲਾ ਕੰਮ ਹੈ, ਉਹ ਸਿਰਫ ਇਸ ਵਜ੍ਹਾ ਤੋਂ ਨਹੀਂ ਹੋ ਰਿਹਾ। ਔਰ ਅਸੀਂ ਇਸੇ ਕੋਸ਼ਿਸ਼ ਵਿੱਚ ਕਿ ਇੱਕ ਦਫਾ ਸਾਡੇ ਤਾਲੀਮੀ ਨਿਜ਼ਾਮ ਦਾ ਹਿੱਸਾ ਬਣੇ, ਇਸ ਸਿਸਟਮ ਦੇ ਵਿੱਚ ਜਦੋਂ ਸ਼ਾਮਲ ਹੋਏਗੀ, ਫਿਰ ਇਹਦੇ ਤੇ ਹਰ ਲੈਵਲ ਦਾ, ਹਰ ਸਟੇਜ ਦਾ ਕੰਮ ਹੋਏਗਾ, ਹਰ ਸਤਹ ਤੇ ਕੰਮ ਹੋਏਗਾ। ਜੀ ਬਹੁਤ ਸ਼ੁਕਰੀਆ ਫਰਾਦ ਜੀ, ਤੁਸੀਂ ਬੜੀ ਸੋਹਣੀ ਗੱਲ ਕੀਤੀ। ਅਮਜਦ ਜਵੇਦ ਸਾਹਿਬ ਬੜੇ ਸੋਹਣੇ ਰਾਈਟਰ ਨੇ, ਉਹ ਕਹਿ ਰਹੇ ਨੇ ਕਿ ਕਹਾਣੀ ਦਾ ਜਿਹੜਾ ਕੰਮ ਇਹਨੂੰ ਜ਼ਿਆਦਾ ਕਿੰਝ ਹੋ ਸਕਦਾ ਹੈ। ਤੁਹਾਡੀ ਗੱਲ ਤੇ ਵੀ ਗੱਲ ਫਰਾਦ ਬਾਈ ਨੇ ਕਰ ਲਈ। ਔਰ ਮੈਂ ਦੱਸਦਾ ਜਾਵਾਂ ਕਿ ਜਿਹੜੇ ਸਾਡੇ ਬਾਂਹ ਬੇਲੀ ਨੇ ਚੜ੍ਹਦੇ ਪੰਜਾਬ 'ਚ ਜਿਹੜੀ ਤਨਜ਼ੀਮ ਸਾਡੇ ਨਾਲ ਰਲ ਕੇ ਇਹ ਪ੍ਰੋਗਰਾਮ ਕਰ ਰਹੀ ਹੈ, ਰਾਮ ਸਰੂਪ ਅਣਖੀ ਸਾਧ ਸਭਾ, ਉਹ ਬੜੇ ਵੱਡੇ ਪੰਜਾਬੀ ਕਹਾਣੀਕਾਰ, ਨਾਵਲ ਨਗਾਰ ਰਾਮ ਸਰੂਪ ਅਣਖੀ ਦੇ ਨਾਂ ਤੇ ਬਣਾਈ ਗਈ, ਔਰ ਉਹਨਾਂ ਦੇ ਪਿੰਡ ਦੇ ਬੱਚਿਆਂ ਨੇ ਬਣਾਈ। ਉਹਦੇ ਮੋਢੀ ਅੱਜ ਕੱਲ੍ਹ ਬੇਅੰਤ ਬਾਜਵਾ ਨੇ, ਉਹ ਪੱਤਰਕਾਰ ਨੇ, ਨਾਵਲ ਨਗਾਰ ਨੇ, ਤੇ ਕਹਾਣੀ ਤੇ ਬਹੁਤ ਜ਼ਿਆਦਾ ਕੰਮ ਕਰ ਰਹੇ ਨੇ। ਬਲਕਿ ਰਾਮ ਸਰੂਪ ਅਣਖੀ ਦੇ ਬੇਟੇ ਪ੍ਰੋਫੈਸਰ ਨੇ ਕ੍ਰਾਂਤੀਪਾਲ, ਉਹ ਆਪਣੇ ਵਾਲਦ ਦਾ ਕੰਮ ਜਾਰੀ ਰੱਖੇ ਹੋਏ ਨੇ। ਔਰ ਉਹਨਾਂ ਨੇ ਜਿਹੜੇ ਉਹਨਾਂ ਦੇ ਵਾਲਦ ਕਹਾਣੀ ਪੰਜਾਬ ਦੇ ਨਾਂ ਤੇ ਇੱਕ ਪਰਚਾ ਕੱਢਦੇ ਸਨ, ਤੇ ਉਹ ਉਹਨਾਂ ਨੇ ਜਾਰੀ ਰੱਖਿਆ। ਔਰ ਹੁਣ ਉਹਦਾ 50 ਜਿਹੜਾ ਨਾ ਉਹਦਾ 100ਵਾਂ ਐਡੀਸ਼ਨ ਉਹਦਾ ਆ ਚੁੱਕਿਆ। ਤੇ ਅਸੀਂ ਵੀ ਉਹਨਾਂ ਨੂੰ ਇਹ ਬੇਨਤੀ ਕੀਤੀ ਕਿ ਅਸੀਂ ਇੱਥੋਂ ਸ਼ਾਹਮੁਖੀ 'ਚ ਨਾਲ ਉਹਨਾਂ ਦੇ ਮੋਢਾ ਲਾਉਣਾ ਚਾਹੁੰਦੇ ਕਿ ਇੱਥੋਂ ਵੀ ਉਹ ਕਹਾਣੀ ਦੇ ਕੰਮ ਹੋਵੇ। ਤੇ ਇਸੇ ਤਰ੍ਹਾਂ ਹੀ ਸਰ ਕੰਮ ਹੋਣਾ ਕਿ ਅਸੀਂ ਸਾਰੇ ਕਹਾਣੀ ਵਾਲੇ ਪਾਸੇ ਬੰਦਿਆਂ ਨੂੰ ਹਲਾਸ਼ੇਰੀ ਦਈਏ, ਆਪਣੇ ਬੱਚਿਆਂ ਨੂੰ ਇਸ ਪਾਸੇ ਲਿਆਈਏ। ਉਹ ਜਿਹੜੀ ਸਾਡੇ ਕਹਾਣੀ ਕਹਿਣ ਦੀ, ਸੁਣਾਉਣ ਦੀ ਜਾਂ ਲਿਖਣ ਦੀ ਰਵਾਇਤ ਹੈ, ਉਹਨੂੰ ਲੈ ਕੇ ਅੱਗੇ ਚੱਲੀਏ, ਤਾਂ ਕਿ ਮਾਂ ਬੋਲੀ ਜਿਹੜੀ ਹੈ ਉਹ ਬਾਸੀ ਦੁਨੀਆ ਦੇ ਵੱਡੇ ਜਿਹੜੇ ਅਦਬਾਂ ਦੇ ਵਿੱਚ ਆ ਉਹਨਾਂ ਦੇ ਮੁਕਾਬਲੇ ਤੇ ਖਲੋ ਸਕੇ। ਸ਼ਾਇਰੀ ਤਾਂ ਸਾਡੀ ਗੱਲ ਠੀਕ ਹੈ ਫਰਾਦ ਭਾਈ ਨੇ ਕਿ ਸ਼ਾਇਰੀ ਸਾਡੀ ਦੁਨੀਆ ਦੇ
ਕਿਸੇ ਵੀ ਸਾਧ ਦੀ ਸ਼ਾਇਰੀ ਦੇ ਨਾਲ ਰੱਖੀ ਜਾ ਸਕਦੀ ਹੈ, ਲੇਕਿਨ ਨਸਰ ਦੇ ਵਿੱਚ ਜੇ ਕੰਮ ਹੋਣ ਵਾਲਾ ਹੈ ਔਰ ਇਨਸ਼ਾਅੱਲਾ ਇੰਝ ਹੀ ਹੁੰਦਾ ਰਹੇਗਾ ਜਿਵੇਂ ਅਸੀਂ ਸਾਰੇ ਜੁੜ ਰਹੇ ਹਾਂ। ਤੇ ਫਰਾਦ ਭਾਈ ਤੁਸੀਂ ਕੋਈ ਹੋਰ ਚੀਜ਼ ਸਾਂਝੀ ਕਰੋਗੇ ਸਾਡੇ ਨਾਲ, ਉਸ ਤੋਂ ਬਾਅਦ ਸਵਾਲ ਕਰਨਾ ਹੈ ਕਿ ਜੀ ਮੈਂ ਇਸੇ ਗੱਲ ਨੂੰ ਅੱਗੇ ਥੋੜਾ ਵਧਾਵਾਂਗਾ ਤੇ ਜੀ ਅਸੀਂ ਕਹਿੰਦੇ ਹਾਂ ਕਿ ਕਹਾਣੀ ਨੂੰ ਅੱਗੇ ਸਵਾਲ ਵੀ ਆਇਆ ਜੀ ਜੀ ਨੇ ਸਵਾਲ ਕੀਤਾ ਕਿ ਜੀ ਕਹਾਣੀ ਦਾ ਵਧਾ ਕਿਸ ਤਰ੍ਹਾਂ ਕੀਤਾ ਜਾ ਸਕਦਾ ਜੀ। ਅਮਜਦ ਜਵੇਦ ਸਾਹਿਬ ਦਾ ਕੰਮ ਬੜਾ ਸੋਹਣਾ ਸਵਾਲ ਅਮਜਦ ਜਵੇਦ ਸਾਹਿਬ ਦਾ। ਉਹਦੇ ਚ ਮੈਂ ਇਹ ਚਾਹਾਂਗਾ ਕਿ ਇੱਕ ਟ੍ਰੈਂਡ ਹੈ ਮੁਸ਼ਾਇਰੇ ਦਾ, ਸ਼ਾਇਰੀ ਨਾਲ ਜੁੜਿਆ ਹੋਇਆ ਹੈ। ਇਸੇ ਤਰ੍ਹਾਂ ਹੀ ਇੱਕ ਟ੍ਰੈਂਡ ਹੈ ਕਹਾਣੀ ਦਰਬਾਰ ਦਾ। ਕਹਾਣੀ ਦਰਬਾਰ ਦਾ ਜਿਹੜਾ ਟ੍ਰੈਂਡ ਬਹੁਤ ਘੱਟ ਹੈ, ਬਹੁਤ ਖਾਲ ਹੋ ਰਿਹਾ ਹੈ। ਮੈਂ ਸਾਰੇ ਜਿਹੜੇ ਨਸਰ ਲਿਖਣ ਵਾਲੇ ਜਾਂ ਜਿਹੜੇ ਸ਼ਾਇਰੀ ਨਾਲ ਵੀ ਤਾਲੁਕ ਰੱਖਦੇ ਨੇ, ਜਿੰਨੇ ਵੀ ਇਸ ਲਿਟਰੇਚਰ ਨਾਲ ਜੁੜੇ ਲੋਕ ਨੇ, ਮੈਂ ਚਾਹਾਂਗਾ ਕਿ ਪਹਿਲੇ ਨੰਬਰ ਤੇ ਕਹਾਣੀ ਦਰਬਾਰ ਨੂੰ ਜ਼ਿਆਦਾ ਫ੍ਰੀਕੁਐਂਟਲੀ ਜ਼ਿਆਦਾ ਕਰਨਾ ਪਵੇਗਾ ਔਰ ਕਹਾਣੀ ਸੁਣਨ ਦਾ ਜਿਹੜਾ ਨਾ ਉਹ ਇੱਕ ਮਾਹੌਲ ਬਣਾਇਆ ਜਾਏ, ਕਹਾਣੀਕਾਰ ਨੂੰ ਸੁਣਿਆ ਜਾਏ। ਔਰ ਉਸ ਤੋਂ ਬਾਅਦ ਦੂਸਰੀ ਗੱਲ ਹੈ ਕਿ ਸਾਡੇ ਸਾਰੇ ਮਸਲੇ ਹੱਲ ਹੋਣਗੇ। ਕਹਾਣੀ ਦੀ ਕਿਤਾਬ ਨੂੰ, ਨਸਰ ਦੀ ਕਿਤਾਬ ਨੂੰ ਖਰੀਦੋ ਔਰ ਉਹਨੂੰ ਪੜ੍ਹੋ। ਵਾਹ। ਅੱਗੇ ਜਦੋਂ ਖਬਰ ਨਹੀਂ ਹੋਏਗੀ ਤਾਂ ਫਿਰ ਲਿਖਣ ਵਾਲਾ ਜਿਹੜਾ ਉਹ ਕਿਤਾਬਾਂ ਮਤਲਬ ਕਿੰਨੀ ਕੁ ਦੇਰ, ਕਿੰਨੀਆਂ ਕਿਤਾਬਾਂ ਲੋਕਾਂ ਨੂੰ ਮਤਲਬ ਬਣਦਾ ਰਹੇਗਾ। ਸਾਨੂੰ ਚਾਹੀਦਾ ਹੈ ਕਿ ਕਹਾਣੀ ਖੁਦ ਪੜ੍ਹੀਏ ਔਰ ਨਾਲ ਲਿਖਣ ਵਾਲਿਆਂ ਨੂੰ ਵੀ ਮੈਂ ਇਹ ਬੇਨਤੀ ਕਰਾਂਗਾ ਕਿ ਉਹ ਕੋਸ਼ਿਸ਼ ਕਰਨ ਕਿ ਅੱਜ ਦੇ ਦੌਰ ਦੇ ਨਾਲ ਮਿਲਦਿਆਂ ਹੋਇਆਂ ਆਡੀਓ ਬੁੱਕਸ ਦੀ ਕੋਸ਼ਿਸ਼ ਕਰਨ ਕਿ ਕਹਾਣੀ ਜਿਹੜੀ ਹੈ ਨਾ ਆਡੀਓ ਦੀ ਸ਼ਕਲ ਵਿੱਚ ਜਾਏ, ਤਾਂ ਕਿ ਨਵੀਂ ਨਸਲ ਜਿਹੜੀ ਸੁਣਨਾ ਚਾਹੇ ਸਿੰਪਲੀ ਉਹ ਹੈਡਫੋਨ ਲਾ ਕੇ ਤੇ ਉਹ ਸੁਣ ਸਕੇ। ਅਗਰ ਪੜ੍ਹਨ ਦਾ ਟਾਈਮ ਨਹੀਂ ਤੇ ਉਹ ਕਹਾਣੀ ਨੂੰ ਸੁਣ ਕੇ ਵੀ ਜਿਹੜਾ ਨਾ ਉਹ ਆਡੀਓ ਬੁੱਕਸ ਦਾ ਇੱਕ ਕਨਸੈਪਟ ਜਿਹੜਾ ਨਾ ਉਹਨੂੰ ਪੰਜਾਬੀ ਨੂੰ ਵੀ ਇੰਝ ਹੀ ਫਾਲੋ ਕਰਨਾ ਚਾਹੀਦਾ ਜਿਵੇਂ ਅੰਗਰੇਜ਼ੀ ਔਰ ਬਾਕੀ ਜ਼ਬਾਨਾਂ ਕਰ ਰਹੀਆਂ। ਅੱਛਾ, ਬੜੀ ਸੋਹਣੀ ਤੁਸੀਂ ਗੱਲ ਸਰ ਕੀਤੀ ਅਮਜਦ ਜਵੇਦ ਸਾਹਿਬ ਦੇ ਸਵਾਲ ਦੇ ਜਵਾਬ 'ਚ। ਅਮਜਦ ਭਾਈ ਵੀ ਕਹਿ ਰਹੇ ਨੇ ਕਿ ਮੈਂ ਪੰਜਾਬੀ ਕਹਾਣੀ ਲਿਖਾਂਗਾ ਅਗਰ ਕੋਈ ਛਪਣ ਥਾਂ ਹੋਵੇ। ਤੇ ਬੜੀ ਸੋਹਣੀ ਅਮਜਦ ਭਾਈ ਗੱਲ ਤੁਸੀਂ ਕੀਤੀ ਔਰ ਫਰਾਦ ਭਾਈ ਨੂੰ ਦਾ ਜਵਾਬ ਦਿੱਤਾ ਕਿ ਅਗਰ ਟੈਕਨੋਲੋਜੀ 'ਚ ਤੁਸੀਂ ਇਹ ਕਹਾਣੀ ਲਿਖ ਕੇ ਇਹਨੂੰ ਬੋਲ ਕੇ ਤੁਸੀਂ ਔਰ ਆਪਣੀ ਟਾਈਮਲਾਈਨ ਤੇ ਪਾ ਦਿਓ ਤਾਂ ਤੁਸੀਂ ਵੇਖੋ ਕਿ ਇਹ ਸਰਹੱਦਾਂ ਚੀਰਦੀ ਹੋਈ ਕਹਾਣੀ ਕਿੱਥੇ ਪਹੁੰਚਦੀ। ਕਿਉਂਕਿ ਨਾ ਤਾਂ ਫਿਰ ਗੁਰਮੁਖੀ ਔਰ ਸ਼ਾਹਮੁਖੀ ਦਾ ਰੌਲਾ ਰਹੇਗਾ, ਉਹ ਪੂਰੀ ਦੁਨੀਆ ਤੁਹਾਡੀ ਕਹਾਣੀ ਲੋਕ ਸੁਣੀ ਜਾਏਗੀ। ਔਰ ਯਕੀਨਨ ਕੋਈ ਛਾਪਣ ਵਾਲੇ ਬੇਲੀ ਵੀ ਨਾਲ ਸਾਡੇ ਜ਼ਰੂਰ ਰੱਖ ਕੇ। ਮੈਂ ਉਸੇ ਗੱਲ ਤੇ ਮੈਂ ਤੁਹਾਨੂੰ ਇੰਟਰਪਟ ਕਰ ਰਿਹਾ। ਜਿਹੜੇ ਆਡੀਓ ਬੁੱਕਸ ਦੀ ਗੱਲ ਕੀਤੀ ਸੀ, ਜਿਹੜਾ ਪੁਆਇੰਟ ਮੈਂ ਉਸ ਵੇਲੇ ਨਹੀਂ ਤੁਹਾਨੂੰ ਐਕਸਪਲੇਨ ਕਰ ਸਕਿਆ ਕਿ ਜਿੰਨੀ ਆਡੀਓ ਬੁੱਕਸ ਦੀ ਜ਼ਰੂਰਤ ਹੈ ਇਸ ਵੇਲੇ ਪੰਜਾਬੀ ਨੂੰ ਹੈ ਨਾ, ਇਹ ਕਿਸੇ ਜ਼ੁਬਾਨ ਨੂੰ ਹੈ। ਕਿਉਂਕਿ ਇਹ ਵੰਡੀ ਹੋਈ ਹੈ ਦੋ ਸਕ੍ਰਿਪਟਸ ਦੇ ਵਿੱਚ, ਸ਼ਾਹਮੁਖੀ ਔਰ ਦੋਨਾਂ ਸਾਈਡਾਂ ਦੇ ਉੱਤੇ 98% ਐਸੇ ਲੋਕ ਨੇ ਸ਼ਾਹਮੁਖੀ ਵਾਲੇ ਜਿਹੜੇ ਗੁਰਮੁਖੀ ਨਹੀਂ ਪੜ੍ਹ ਸਕਦੇ, ਗੁਰਮੁਖੀ ਵਾਲੇ ਸ਼ਾਹਮੁਖੀ ਨਹੀਂ ਪੜ੍ਹ ਸਕਦੇ। ਇੱਕ ਟ੍ਰਾਂਸਲਿਟਰੇਸ਼ਨ ਦਾ ਸਿਸਟਮ ਹੈ ਵੇ, ਤੁਸੀਂ ਉਹ ਟ੍ਰਾਂਸਲਿਟਰੇਟ ਕਰ ਸਕਦੇ ਹੋ। ਲੇਕਿਨ ਇਹ ਵੇ ਕਿ ਇਹਦਾ ਸਭ ਤੋਂ ਜਿਹੜਾ ਨਾ ਮੌਸਰ ਕੰਮ ਇਹੀ ਹੈ ਕਿ ਆਡੀਓ ਬੁੱਕਸ ਵਿੱਚ ਜਾਇਆ ਜਾਏ। ਕਿਉਂਕਿ ਤੁਸੀਂ ਦੇਖੋ ਕੋਈ ਮਿਊਜ਼ਿਕ ਐਲਬਮ ਚੜ੍ਹਦੇ ਪੰਜਾਬ ਦੇ ਵਿੱਚ ਪਬਲਿਸ਼ ਹੁੰਦੀ ਹੈ ਤੇ ਲਹਿੰਦੇ ਪੰਜਾਬ ਜਾ ਕੇ ਪਹੁੰਚ ਜਾਂਦੀ ਹੈ। ਇੱਥੇ ਅਗਰ ਪਬਲਿਸ਼ ਹੁੰਦੀ ਹੈ ਤਾਂ ਉੱਥੇ ਪਹੁੰਚ ਜਾਂਦੀ ਹੈ, ਕਿਉਂਕਿ ਉਹ ਆਡੀਓ ਕੰਟੈਂਟ ਹੈ। ਅਗਰ ਤੁਸੀਂ ਕਹਾਣੀ ਨੂੰ ਵੀ ਆਡੀਓ 'ਚ ਲੈ ਕੇ ਆਉਂਦੇ ਹੋ ਤੇ ਉਹਦਾ ਸਫ਼ਰ ਇੱਕ ਤੇ ਜਾਮਿਆ ਹੋਏਗਾ, ਉਹਦਾ ਕੈਨਵਸ ਵੱਡਾ ਹੋ ਜਾਏਗਾ ਔਰ ਉਹਦਾ ਜਿਹੜਾ ਸਫ਼ਰ ਹੈ ਨਾ ਉਹ ਕਾਫੀ ਤੇਜ਼ ਹੋ ਜਾਏਗਾ। ਕਿਉਂਕਿ ਸਾਨੂੰ ਹੁਣ ਜਿਹੜੀ ਪ੍ਰਿੰਟਡ ਕਿਤਾਬ ਦੇ ਵਿੱਚ ਸਾਨੂੰ ਦੋ ਸਕ੍ਰਿਪਟਸ ਦੇ ਡਿਵਾਈਡ ਦਾ ਥੋੜਾ ਜਿਹਾ ਮਸਲਾ ਆਉਂਦਾ ਹੈ, ਲੇਕਿਨ ਆਡੀਓ ਜਾ ਕੇ ਸਾਨੂੰ ਉਹ ਸਾਡਾ ਖਤਮ ਹੋ ਜਾਏਗਾ। ਬਿਲਕੁਲ। ਅੱਛਾ, ਇਹ ਜ਼ਫਰਵਾਨ ਭਾਈ ਨੇ ਇੱਕ ਬੜਾ ਸੋਹਣਾ ਸਵਾਲ ਚੁੱਕਿਆ ਕਿ ਕੋਈ ਤਨਜ਼ੀਮ ਆਪਣੀ ਮਦਦ ਆਪ ਦੇ ਤਹਿਤ ਸਕੂਲਾਂ ਕਾਲਜਾਂ ਦੇ ਨਿਸਾਬ ਤੇ ਬਣਾਉਣ ਤੇ ਵੀ ਕੰਮ ਕਰ ਰਹੀ ਹੈ। ਅੱਛਾ, ਇਹਦੇ ਬਾਰੇ ਇੱਕ ਲਾਹੌਰ ਸਾਡੇ ਦੋਸਤ ਨੇ ਸ਼ਬੀਰ ਜੀ, ਜਿਹੜੇ ਉਹ ਕਰਦੇ ਨੇ ਪ੍ਰੋਗਰਾਮ ਹਰ ਹਫਤੇ, ਵਾਰਿਸ ਸ਼ਾਹ ਦਾ ਬੋਲਣਾ ਭੇਤ ਅੰਦਰ, ਵਾਰਿਸ ਸ਼ਾਹ ਪ੍ਰਚਾਰ ਪਤਾ ਨਹੀਂ ਪਰੇ ਇਸ ਤਰ੍ਹਾਂ ਕੋਈ ਨਾਂ ਉਹਨਾਂ ਦਾ। ਉਹਨਾਂ ਨੇ ਇੱਕ ਹੁਣੀ ਇੱਕ ਕਾਇਦਾ ਬਣਾਇਆ ਪਰ ਆਪਣੇ ਤੌਰ ਤੇ ਲੋਕ ਕੰਮ ਕਰ ਰਹੇ ਨੇ, ਲੇਕਿਨ ਚੂੰਕਿ ਨਿਸਾਬ ਸਰਕਾਰਾਂ ਨੇ ਬਣਾਉਣਾ ਹੁੰਦਾ ਹੈ, ਉਹਨਾਂ ਨੇ ਲਾਗੂ ਕਰਨਾ ਹੁੰਦਾ ਹੈ, ਤੇ ਉਹ ਇਸੇ ਤੋਂ ਹੀ ਜਿਹੜਾ ਅਸੀਂ ਪੰਜਾਬੀ ਦੀ ਤਹਿਰੀਕ ਦਾ ਪ੍ਰੈਸ਼ਰ ਬਣਾ ਰਹੇ ਹਾਂ ਕਿ ਸਾਨੂੰ ਪੁੱਛਣ, ਸਾਡੇ ਲੋਕਾਂ ਨਾਲ ਬਹਿ ਕੇ ਨਿਸਾਬ ਬਣਾਉਣ। ਤੇ ਇੱਥੇ ਇੰਡੀਵਿਜੂਅਲ ਤੇ ਕੰਮ ਹੋ ਰਿਹਾ ਹੈ, ਕੰਮ ਹੋ ਰਿਹਾ। ਉਹ ਤੁਹਾਨੂੰ ਵੀ ਯਾਦ ਚ ਆ ਜਾਏਗਾ ਕਿ ਪੰਜਾਬੀ ਅਦਬੀ ਬੋਰਡ ਨੇ ਕਾਫੀ ਕੰਮ ਕੀਤਾ। ਜਮੀਲ ਪਾਲ ਸਾਹਿਬ ਨੇ ਬਕਾਇਦਾ ਉਹਦਾ ਜਿਹੜਾ ਕਾਇਦਾ ਹੈ, ਜਿਹੜੀਆਂ ਉਹਦਾ ਜਿਹੜਾ ਇਬਤਦਾਈ ਸਾਰਾ ਉਹ ਉਹਨਾਂ ਦੇ ਕੋਲ ਤਿਆਰ ਹੈ। ਔਰ ਉਹ ਜਦੋਂ ਇਹ ਨਫਾਜ਼ ਦੀ ਗੱਲ ਹੁੰਦੀ ਹੈ ਤੇ ਉਹਨੂੰ ਕੰਸੀਡਰ ਕੀਤਾ ਜਾ ਸਕਦਾ ਹੈ। ਔਰ ਇਹ ਵੇਖੋ ਉਹਦੇ ਤੇ ਜਿਹੜਾ ਜਿੰਨਾ ਗਰਾਊਂਡ ਵਰਕ ਹੈ ਉਹ ਤਕਰੀਬਨ ਹੋਇਆ ਹੈ। ਸਿਰਫ ਇਹ ਵੇ ਕਿ ਇੱਕ ਵਾਰੀ ਸਰਕਾਰ ਸਾਨੂੰ ਇਨਵੋਲਵ ਕਰੇ, ਪੰਜਾਬੀ ਲਿਖਣ ਵਾਲਿਆਂ ਨੂੰ ਔਰ ਸਿਲੇਬਸ ਡਿਵੈਲਪ ਕਰਨ ਵਾਲਿਆਂ ਨੂੰ ਇਨਵੋਲਵ ਕਰੇ। ਜਿੰਨਾ ਗਰਾਊਂਡ ਵਰਕ ਹੋਇਆ ਹੈ ਅਸੀਂ ਸਾਂਝਾ ਕਰਨ ਨੂੰ ਤਿਆਰ ਹਾਂ। ਬਿਲਕੁਲ ਸਹੀ। ਇਹਦਾ ਜੀ ਗੱਲ ਇਹ ਵੀ ਕਿ ਗੁਰਮੁਖੀ ਤੇ ਸ਼ਾਹਮੁਖੀ ਦਾ ਜਿਹੜਾ ਇੱਕ ਫਰਕ ਹੈ, ਔਰ ਸਾਡੇ ਹਾਂ ਆਪਸ 'ਚ ਵੀ
ਸਕ੍ਰਿਪਟ ਦੇ ਬੜੇ ਮਸਾਇਲ ਨੇ, ਉੱਤੇ ਵੀ ਇਕੱਠੇ ਹੋਣ ਦੀ ਕਈ ਵਾਰੀ ਕੋਸ਼ਿਸ਼ ਹੋਈ, ਲੇਕਿਨ ਇੰਝ ਹੀ ਕੋਸ਼ਿਸ਼ਾਂ ਕਾਮਯਾਬ ਹੁੰਦੀਆਂ ਨੇ ਜਿਵੇਂ ਅੱਜ ਅਸੀਂ ਸਾਰੇ ਇਕੱਠੇ ਬੈਠੇ ਹਾਂ ਔਰ ਇੱਕ ਗੱਲ ਹੋ ਰਹੀ ਹੈ। ਔਰ ਗੱਲ ਹੋਣ ਦਾ ਮਤਲਬ ਇਹ ਹੁੰਦਾ ਹੈ ਕਿ ਗੱਲ ਹੁਣ ਅੱਗੇ ਸਫ਼ਰ ਕਰੇਗੀ, ਇਹ ਗੱਲ ਤਬਦੀਲੀ ਵੱਲ ਵਧੇਗੀ। ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਫਰਾਦ ਭਾਈ ਨੂੰ ਕਿ ਤੁਹਾਡੀਆਂ ਨਜ਼ਮਾਂ, ਗਜ਼ਲਾਂ ਔਰ ਤੁਹਾਡਾ ਕਲਾਮ ਜਿਹੜਾ ਉਹ ਗਾਇਆ ਵੀ ਗਿਆ, ਬਹੁਤ ਸਾਰੇ ਲੋਕਾਂ ਤੱਕ ਪਹੁੰਚਿਆ, ਤੇ ਸ਼ਾਇਰ ਹਮੇਸ਼ਾ ਆਪਣੀ ਕਿਤਾਬ ਲਿਆਉਣ ਦੀ ਬੜੀ ਛੇਤੀ ਕਰਦੇ ਨੇ, ਤੇ ਤੁਸੀਂ ਚੁੱਕੇ ਖੁਦ ਵੀ ਇੱਕ ਐਸੇ ਅਦਾਰੇ ਨਾਲ ਜੁੜੇ ਹੋਏ ਕੋ, ਤੁਹਾਡੀ ਕਿਤਾਬ ਕੋਈ ਲਿਆਉਣਾ ਮੁਸ਼ਕਲ ਨਹੀਂ, ਤੇ ਕਿਤਾਬ ਲਿਆਉਣ 'ਚ ਜਿਹੜੀ ਇਹ ਦੇਰ ਹੈ ਇਹਦੇ ਪਿੱਛੇ ਕੀ ਵਜ੍ਹਾ ਹੈ ਕਿ ਕਿਉਂ ਤੁਸੀਂ ਕਿਤਾਬ ਨਹੀਂ ਲਿਆ ਪਾ ਰਹੇ ਜਾਂ ਲਿਆਉਣਾ ਚਾਹੁੰਦੇ? ਜੀ ਅਗਰ ਕੋਈ ਵਜ੍ਹਾ ਹੁੰਦੀ ਨਾ ਤੇ ਫਿਰ ਮੈਂ ਉਸ ਵਜ੍ਹਾ ਨੂੰ ਟੱਪ ਕੇ ਤੇ ਮੈਂ ਕਿਤਾਬ ਛਾਪ ਲੈਂਦਾ। ਵਜ੍ਹਾ ਹੈ ਕੋਈ ਨਹੀਂ। ਅਸਲ 'ਚ ਗੱਲ ਹੈ ਕਿ ਮੈਂ ਜਦੋਂ ਬੈਠ ਕੇ ਰਿਵਿਊ ਕਰਨਾ ਨਾ, ਤੇ ਕਿਉਂਕਿ ਹਰ ਬੰਦਾ ਸਿੱਖਣ ਦੇ ਉਸ ਪ੍ਰੋਸੈਸ ਵਿੱਚ ਹੁੰਦਾ ਹੈ, ਉਹਦੇ 'ਚ ਆਵੇ ਕਿ ਜਦੋਂ ਮੈਂ ਵੇਖਣਾ ਮੈਂ ਕਹਿੰਦਾ ਨਹੀਂ, ਮੈਂ ਫਿਰ ਉਹਦੇ ਤੋਂ ਕੁਝ ਚੀਜ਼ਾਂ ਵਿੱਚੋਂ ਮੈਂ ਕੱਢ ਦਿੰਦਾ, ਮੈਂ ਕਿ ਨਹੀਂ ਯਾਰ ਇਹ, ਕਿਉਂਕਿ ਜਦੋਂ ਗੱਲ ਹੋ ਚੁੱਕੀ ਹੋਵੇ, ਜਿੱਥੇ ਰਿਪੀਟ ਆ ਰਿਹਾ ਨਾ, ਉਹ ਫਿਰ ਮੈਨੂੰ ਲੱਗਦਾ ਕਿ ਨਹੀਂ ਇੱਕਦਮ ਹੀ ਤਰਤੀਬ ਵਿੱਚ, ਹਾਲਾਂਕਿ ਉਹ ਤਕਰੀਬਨ ਮੁਸੱਵਦਾ ਮੇਰਾ ਤਿਆਰ ਹੈ, ਉਹਦੇ 'ਚ ਸਿਰਫ ਹੈ ਕਿ ਥੋੜਾ ਬਹੁਤ ਕੰਮ ਬਾਕੀ ਹੈ ਜਿਹੜਾ ਕਿ ਫਾਈਨਲ ਰਿਵੀਜ਼ਨ ਲੈਣੀ ਹੈ, ਔਰ 2020 ਦੇ ਵਿੱਚ ਕਿਤਾਬ ਇਨਸ਼ਾਅੱਲਾ ਤੁਹਾਡੇ ਹੱਥ 'ਚ ਹੋਏਗੀ। ਵਾਹ, ਬੜੀ ਵੱਡੀ ਗੱਲ ਕੀਤੀ ਫਰਾਦ ਬਾਈ ਨੇ ਕਿ ਕੋਈ ਰੁਕਾਵਟ ਹੁੰਦੀ ਤੇ ਮੈਂ ਹੁਣ ਤੱਕ ਟੱਪ ਜਾਂਦਾ। ਇਹ ਅੱਲਾ ਕਰੇ ਹਰ ਪੰਜਾਬੀ ਦਾ ਜਜ਼ਬਾ ਇੰਨਾ ਤਕੜਾ ਹੋਵੇ ਔਰ ਸਿੱਖਣ ਲਈ ਵੀ ਜਿਵੇਂ ਹਰ ਵਕਤ ਮੌਜੂਦ ਰਹਿੰਦੇ ਨੇ। ਤੇ ਫਰਾਦ ਬਾਈ ਕੋਈ ਹੋਰ ਚੀਜ਼ ਆਪਣੀ ਸਾਂਝੀ ਕਰੋ, ਕੋਈ ਕਲਾਮ, ਕੋਈ ਇੱਕ ਅੱਧੀ ਚੀਜ਼ ਹੋਰ ਸੁਣਾਓ ਤਾਂ ਕਿ ਅਸੀਂ। ਮੈਂ ਔਰ ਇੱਕ ਗਜ਼ਲ ਮੈਂ ਸ਼ੇਅਰ ਕਰਾਂਗਾ ਜੀ ਜ਼ਰੂਰ ਜੀ, ਮੈਂ ਸਾਂਝੀ ਕਰਨਾ। ਇੱਕ ਨਜ਼ਮ ਹੈ ਜੀ, ਸੋਚ ਵਿੱਚ ਪਏ ਆ, ਸੋਚ ਵਿੱਚ ਪਏ ਆ, ਦੂਰ ਟੁਰ ਗਏ ਆ। ਵਾਹ, ਸੋਚ ਵਿੱਚ ਪਏ ਆ, ਦੂਰ ਟੁਰ ਗਏ ਆ। ਟੁਰ ਗਏ ਆ, ਗਿਣ ਨੇਕੀਆਂ ਹਿਸਾਬ ਕਰ ਰਹੇ ਆ। ਹਾਂ ਹਾਂ, ਵਾਹ ਵਾਹ ਵਾਹ, ਗਿਣ ਨੇਕੀਆਂ ਹਿਸਾਬ ਕਰ ਰਹੇ ਆ। ਸੋਚ ਵਿੱਚ ਪਏ ਆ, ਦੂਰ ਟੁਰ ਗਏ ਆ, ਗਿਣ ਨੇਕੀਆਂ ਹਿਸਾਬ ਕਰ ਰਹੇ ਆ। ਨਮਾਜ਼ 'ਚ ਖਲੋਤੇ ਸਾਂ, ਨਮਾਜ਼ ਤੋਂ ਵੀ ਗਏ। ਵਾਹ ਵਾਹ, ਨਮਾਜ਼ 'ਚ ਖਲੋਤੇ ਸਾਂ, ਨਮਾਜ਼ ਤੋਂ ਵੀ ਗਏ। ਵਾਹ ਵਾਹ ਵਾਹ। ਉਹ ਸੋਚਣ ਦਾ ਪ੍ਰੋਸੈਸ ਚੱਲਦਾ ਰਹਿੰਦਾ ਨਾ। ਜੀ ਜੀ। ਅੱਛਾ, ਇੱਕ ਗਜ਼ਲ ਮੈਂ ਸਾਂਝੀ ਕਰਾਂਗਾ ਜੀ। ਜੀ ਜ਼ਰੂਰ ਜੀ, ਬਿਸਮਿਲ੍ਲਾ। ਤਸਵੀਰਾਂ ਦਾ ਗਮ ਕੀ ਕਰਨਾ, ਆਹਾ, ਤਸਵੀਰਾਂ ਦਾ ਗਮ ਕੀ ਕਰਨਾ, ਰੰਗਾਂ ਦਾ ਮਾਤਮ ਕੀ ਕਰਨਾ। ਵਾਹ, ਤਸਵੀਰਾਂ ਦਾ ਗਮ ਕੀ ਕਰਨਾ, ਰੰਗਾਂ ਦਾ ਮਾਤਮ ਕੀ ਕਰਨਾ। ਆਪਣੇ ਕੰਮ ਨਾਲ ਕੰਮ ਜੋ ਰੱਖੇ, ਉਸ ਕਿਸੇ ਦਾ ਕੰਮ ਕੀ ਕਰਨਾ। ਵਾਹ ਵਾਹ ਵਾਹ। ਆਪਣੇ ਕੰਮ ਨਾਲ ਕੰਮ ਜੋ ਰੱਖੇ, ਉਸ ਕਿਸੇ ਦਾ ਕੰਮ ਕੀ ਕਰਨਾ। ਬੇਸੁਰਿਆਂ ਹੱਥ ਖਰਚ ਨਾ ਆਵੇ, ਬੇਸੁਰਿਆਂ ਹੱਥ ਖਰਚ ਨਾ ਆਵੇ, ਬੇਤਾਲੇ ਨੇ ਸਮ ਕੀ ਕਰਨਾ। ਵਾਹ, ਜਿਹੜੇ ਮਿਊਜ਼ਿਕ ਨਾਲ ਜੁੜੇ ਲੋਕ ਨੇ ਉਹ ਇਸ ਚੀਜ਼ ਨੂੰ ਸਮਝਣਗੇ ਕਿ ਬੇਸੁਰਿਆਂ ਹੱਥ ਖਰਚ ਨਾ ਆਵੇ, ਬੇਤਾਲੇ ਨੇ ਸਮ ਕੀ ਕਰਨਾ। ਮਾਲ ਦੇ 5 ਸੁਰਾਂ ਵਿੱਚ, ਵਾਹ, ਮਾਲ ਕੌਂਸ ਦੇ 5 ਸੁਰਾਂ ਵਿੱਚ, ਰਿਖਬ ਤੇ ਪੰਚਮ ਕੀ ਕਰਨਾ। ਵਾਹ, ਛੱਤ ਸਬਰ ਦੀ ਡਿੱਗ ਜਾਵੇ ਤੇ, ਛੱਤ ਸਬਰ ਦੀ ਡਿੱਗ ਜਾਵੇ ਤੇ, ਹਮਦਰਦੀ ਦਾ ਥੰਮ ਕੀ ਕਰਨਾ। ਵਾਹ ਵਾਹ, ਛੱਤ ਸਬਰ ਦੀ ਡਿੱਗ ਜਾਵੇ ਤੇ, ਹਮਦਰਦੀ ਦਾ ਥੰਮ ਕੀ ਕਰਨਾ। ਮੁੱਕ ਚੱਲੀਏ ਖੇਡ ਦਮਾਂ ਦੀ, ਮੁੱਕ ਚੱਲੀਏ ਖੇਡ ਦਮਾਂ ਦੀ, ਹੁਣ ਮੈਂ ਤੇਰਾ ਦਮ ਕੀ ਕਰਨਾ। ਵਾਹ 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 ਵਾਹ, ਬਹੁਤ ਵਧੀਆ ਫਰਾਦ ਭਾਈ ਜੀ। ਮੇਰੇ ਜਿਹੜੇ ਰੂਹਾਨੀ ਮੁਰਸ਼ਦ, ਮੈਂ ਸਾਰੇ ਸੂਫੀ ਮੇਰੇ ਰੂਹਾਨੀ ਮੁਰਸ਼ਦ ਨੇ ਜੀ। ਇੱਕ ਬੋਲ ਸ਼ਾਹ ਹੁਸੈਨ ਸਰਕਾਰ ਦਾ, ਤੇ ਉਸ ਤੋਂ ਬਾਅਦ ਦੇਵਾਂਗੇ। ਮਾਏ ਨੀ ਮੈਂ ਕਿੰਨੂੰ ਆਖਾਂ, ਵਾਹ, ਮਾਏ ਨੀ ਮੈਂ ਕਿੰਨੂੰ ਆਖਾਂ, ਦਰਦ ਵਿਛੋੜੇ ਦਾ ਹਾਲ ਨੀ। ਮਾਏ ਨੀ ਮੈਂ ਕਿੰਨੂੰ ਆਖਾਂ, ਦਰਦ ਵਿਛੋੜੇ ਦਾ ਹਾਲ ਨੀ। ਮਾਏ ਨੀ ਮੈਂ ਕਿੰਨੂੰ ਆਖਾਂ, ਤੂੰ ਆ ਦੁਖੇ ਮੇਰੇ ਮੁਰਸ਼ਦ ਵਾਲਾ, ਤੂੰ ਆ ਦੁਖੇ ਮੇਰੇ ਮੁਰਸ਼ਦ
वाला जां फूलां लालनी माए नी मैं किन्नू आखां दर्द विछोड़े दा हाल नी माए नी मैं किन्नू आखां। ਵਾਹ ਜੀ ਵਾਹ। ਤੇ ਇਹ ਗੁਣ ਸਾਡੇ ਕੋਲ ਲੁਕਿਆ ਰਿਹਾ ਤੁਹਾਡਾ, ਵਰਨਾ ਤੁਹਾਡੇ ਕੋਲ ਸਾਰੀ ਤੁਹਾਡੀ ਸ਼ਾਇਰੀ ਸੀ ਤਰਨਮ ਸੁਣਨੀ ਸੀ। ਇਹ ਵੀ ਤੁਹਾਨੂੰ ਮਾਲਕ ਨੇ ਬੜੀ ਅਤਾ ਕੀਤੀ ਜੀ ਕਿ ਤਰਨਮ ਦੇ ਨਾਲ ਸ਼ੇਰ ਦਾ ਉਹ ਸਵਾਦ ਔਰ ਅਸਰ ਦੂਣਾ ਹੋ ਜਾਂਦਾ ਹੈ। ਉਹ ਜਿਹੜੀ ਇਹਨਾਂ ਦੀ ਸਭ ਜਿਹੜੀ ਗੱਲ ਹੈ ਨਾ ਕਿ ਇਨਸਾਨ ਨੂੰ ਅੰਦਰੋਂ ਅਗਰ ਉਹਨੂੰ ਇੱਕ ਚੀਜ਼ ਦੇ ਨਾਲ ਉਹਦਾ ਪਿਆਰ ਹੈ ਵੇ ਨਾ ਤਾਂ ਉਹਨੂੰ ਹਰ ਹਿੱਸੇ ਦੇ ਵਿੱਚ ਪਿਆਰ ਹੋਏਗਾ। ਅਗਰ ਸੂਫੀ ਸਾਡੇ ਜਿਹੜੇ ਹੋਏ ਨੇ ਅਗਰ ਉਹਨਾਂ ਦੇ ਨਾਲ ਕਿਸੇ ਦੇ ਜੁੜੇ ਤੇ ਜਾਂ ਉਹਨੂੰ ਸੇ ਨਾ ਉਹ ਉਹਦੀ ਹਰ ਗੱਲ ਚੋਂ ਨਜ਼ਰ ਆਏਗਾ, ਝਲਕੇਗਾ ਨਾ। ਇਹ ਸਿਰਫ ਉਹਨਾਂ ਦੀ ਸਾਰਾ ਰੰਗਤ ਹੈ, ਉਹਨਾਂ ਦਾ ਸਾਰਾ ਰੰਗ ਹੈ। ਜਿਵੇਂ ਵਾਰਿਸ ਸਰਕਾਰ ਨਾਲ ਬਹੁਤ ਸਾਰੀ ਨਿਸਬਤ ਹੈ। ਉਹਨਾਂ ਦਾ ਇੱਕ ਸ਼ੇਰ ਫਿਰ ਮੈਂ ਮਤਲਬ ਤੁਹਾਡੇ ਜੀ ਜ਼ਰੂਰ ਦੇਖੀ ਬੜਾ ਬੜਾ ਜ਼ਰੂਰ ਸਰ ਜ਼ਰੂਰ ਬਿਸਮਿਲ੍ਲਾ ਜੀ। ਸੂਫੀਆਂ ਦਾ ਜ਼ਿਕਰ ਹੋਵੇ ਇਸ ਤੋਂ ਵੱਡੀ ਮਹਿਫਲ ਕੀ ਹੈ। ਆਖਿਆ ਜੋ ਗਿਆ ਝੂਠ ਬੋਲੇ ਵਾਹ। ਦੇਖੋ ਰੁੱਠੜੇ ਯਾਰ ਮਨਾਉਂਦਾ ऐसा कोई न मिलिया वे मैं ढूंढ थकी जेड़ा ज्ञान मोड़ लियाई ते एक जट देखे तेनू अग लगी ते वेखां ते कदों बुझांदा देवा चूड़ियां क्यों दे मैं बाल दीवे ते वारिस शाह जे सुना करी ਵਾਹ ਜੀ ਵਾਹ ਵਾਹ। ਰਮੇਸ਼ ਕਾਲੇ ਜੀ ਕਹਿੰਦੇ ਨੇ ਕਿ ਬੜਾ ਸੁਰੀਲਾ ਗਲਾ ਪਾਇਆ ਹੈ ਸਰਕਾਰ ਨੇ। ਤੇ ਮੇਰੇ ਲਈ ਵੀ ਸਾਰਾ ਇਹ ਬੜੀ ਅਚੰਭੇ ਦੀ ਗੱਲ ਸੀ ਕਿ ਉਹ ਅਸੀਂ ਤੇ ਇੱਕ ਪ੍ਰੋਗਰਾਮ ਹੋਰ ਰੱਖਾਂਗੇ ਫਰਾਦ ਬਾਈ ਨੇ ਚ ਸੂਫੀਆਂ ਦੇ ਕਲਾਮ ਇਹਨਾਂ ਕੋਲ ਸੁਣਾਂਗੇ ਜਿੱਤੇ ਪੂਰੀ ਨਜ਼ਰ ਇਹਨਾਂ ਦੀ। ਮੈਂ ਇਹਨਾਂ ਦੀ ਟਾਈਮਲਾਈਨ ਵੇਖਣਾ ਜਦੋਂ ਤੇ ਮੈਨੂੰ ਇਹਨਾਂ ਦੇ ਵਿੱਚ ਵੀ ਇੱਕ ਫਕੀਰ ਔਰ ਆਜਜ਼ ਇੱਕ ਦਰਵੇਸ਼ ਨਜ਼ਰ ਇਸ ਤੋਂ ਨਜ਼ਰ ਆਉਂਦਾ ਹੈ ਕਿ ਇਹਨਾਂ ਦੀ ਟਾਈਮਲਾਈਨ ਤੇ ਆਪਣੇ ਤੋਂ ਬਹੁਤਾ ਦੂਜੇ ਬੇਲੀਆਂ ਦੀ ਸ਼ਾਇਰੀ ਹੁੰਦੀ ਉਹ ਵੀ ਇਹਨਾਂ ਦੀ ਡਿਜ਼ਾਈਨ ਕੀਤੀ ਹੋਈ। ਤੇ ਜਿਹੜੀ ਦੂਜੇ ਨਾਲੇ ਮੁਹੱਬਤ ਹੈ, ਦੂਜੇ ਨੇ ਮਾਣ ਦੇਣਾ ਹੈ ਦੂਜੇ ਸ਼ਾਇਰਾਂ ਨੂੰ, ਤੇ ਉਹ ਅਸੀਂ ਇਹਨਾਂ ਕੋਲ ਜ਼ਰੂਰ ਇਹ ਪੁੱਛਣਾ ਚਾਹਾਂਗੇ। ਇਹਨਾਂ ਦੀ ਪੰਜਾਬੀ ਸਾਹਤ ਤੇ ਵੀ ਨਜ਼ਰ ਹੈ ਕਿ ਇਹ ਇੱਕ ਦੋਸਤ ਦਾ ਸਵਾਲ ਸੀ ਕਿ ਤੁਸੀਂ ਕੀ ਕਹਿੰਦੇ ਹੋ ਨਵੀਂ ਪੀੜ੍ਹੀ ਨੂੰ ਜਾਂ ਨਵੇਂ ਲਿਖਣ ਵਾਲਿਆਂ ਨੂੰ ਕਿ ਕਿਹੜੀ ਕਿਤਾਬ ਤੁਸੀਂ ਕਿਤਾਬਾਂ ਦਾ ਮਸ਼ਵਰਾ ਦਿਓ ਕਿ ਉਹਨਾਂ ਨੂੰ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਨੇ, ਕੋਈ 1 2 4 ਕਿਤਾਬਾਂ ਕਿ ਨਵੇਂ ਸਾਡੇ ਸ਼ਾਇਰਾਂ ਨੂੰ ਜਾਂ ਨਵੇਂ ਲਿਖਾਰੀਆਂ ਨੂੰ ਜਾਂ ਨਵੇਂ ਕਹਾਣੀਕਾਰਾਂ ਨੂੰ ਕਿਹੜੀ ਕਿਤਾਬ ਤੁਸੀਂ ਸਮਝਦੇ ਹੋ ਕਿ ਜ਼ਰੂਰ ਪੜ੍ਹਨੀ ਚਾਹੀਦੀ? ਜੀ ਉਹਦੇ 'ਚ ਐਵੇਂ ਕਿ ਕਿਸੇ ਕਿਤਾਬ ਤੇ ਗੱਲ ਨਹੀਂ ਮੁੱਕੇਗੀ। ਮੈਂ ਇਹੀ ਕਹਾਂਗਾ ਕਿ ਸਭ ਤੋਂ ਪਹਿਲੇ ਤੇ ਜਿਤਨੇ ਸਾਡੇ ਸੂਫੀ ਸਾਡਾ ਕਲਾਸਿਕ ਹੈ ਜਿਤਨਾ ਜੀ ਉਹ ਸਾਡਾ 6 ਤੋਂ 7 ਕਿਤਾਬਾਂ ਦੇ ਵਿੱਚ ਮੌਜੂਦ ਹੈ, ਉਹਨੂੰ ਪੜ੍ਹਿਆ ਜਾਏ। ਉਹ ਲਾਜ਼ਮੀ ਹਰ ਬੰਦਾ ਪੜ੍ਹੇ। ਅਗਰ ਪੰਜਾਬੀ ਦੇ ਬਾਰੇ ਤੁਸੀਂ ਸਮਝਣਾ ਚਾਹੁੰਦੇ ਹੋ ਉਹਦੇ 'ਚ ਤੁਹਾਨੂੰ ਸਾਰੇ ਡਾਇਲੈਕਟ ਸਾਰੇ ਲਹਿਜੇ ਸਾਰੀ ਤੁਹਾਨੂੰ ਜਿਤਨਾ ਕਨਸੈਪਟ ਉਹਦੇ ਤੁਹਾਡਾ ਕਲੀਅਰ ਹੋ ਜਾਏਗਾ। ਉਸ ਤੋਂ ਅੱਗੇ ਫਿਰ ਇਹ ਵੇ ਕਿ ਜਿਤਨੀਆਂ ਵੀ ਕੰਟੈਂਪਰੇਰੀ, ਕਿਉਂਕਿ ਕੋਈ ਵੀ ਕਲਾਸਿਕ ਦੇ ਨਾਲ ਜੁੜਿਆ ਬੰਦਾ ਅਗਰ ਕੰਟੈਂਪਰੇਰੀ ਵਾਲੇ ਪਾਸੇ ਨਹੀਂ ਜਾਂਦਾ ਜਾਂ ਉਹਨੂੰ ਨਹੀਂ ਦੇਖਦਾ ਤੇ ਉਹਨੂੰ ਇਹ ਨਹੀਂ ਪਤਾ ਚੱਲ ਸਕਦਾ ਕਿ ਜੀ ਅੱਜ ਤਹਿਰੀਕ ਕਿਸੇ ਵੀ ਸ਼ਾਇਰੀ ਦੀ ਜਾਂ ਅਦਬ ਦੀ ਕਿੱਥੇ ਖੜੀ। ਇਸ ਵਾਸਤੇ ਮੈਂ ਕਿਸੇ ਇੱਕ ਸਪੈਸੀਫਿਕ ਕਿਤਾਬ ਦੀ ਗੱਲ ਨਹੀਂ ਕਰਾਂਗਾ। ਮੈਂ ਸਪੈਸੀਫਿਕ ਇਹ ਜ਼ਰੂਰ ਕਹਾਂਗਾ ਕਿ ਜਿਤਨਾ ਸਾਡਾ ਸੂਫੀ ਕਲਾਸਿਕ ਉਹਨੂੰ ਪੜ੍ਹੋ ਔਰ ਉਸ ਤੋਂ ਬਾਅਦ ਜਿਤਨੇ ਵੀ ਨਵੇਂ ਲਿਖਣ ਵਾਲੇ ਨੇ ਉਹ ਸ਼ਾਇਰੀ ਹੋਵੇ ਜਾਂ ਉਹ ਹੋਵੇ ਨਸਰ
ਕਿਤਾਬ ਦੇ ਨਾਲ ਇੱਕ ਦੋਸਤੀ ਪੈਦਾ ਕਰੋ। ਤੁਸੀਂ ਕੋਈ ਵੀ ਕਿਤਾਬ ਪੜ੍ਹੋ, ਜਦੋਂ ਤੁਸੀਂ ਉਹਨੂੰ ਪੜ੍ਹਨ ਦੀ ਇੱਕ ਆਦਤ ਹੋ ਜਾਏਗੀ, ਤੁਹਾਨੂੰ ਫਿਰ ਪਤਾ ਹੋਏਗਾ ਕਿ ਅੱਜ ਕੱਲ੍ਹ ਚੱਲ ਕੀ ਰਿਹਾ। ਵੇਖੋ ਗੱਲ ਇਹ ਹੁੰਦੀ ਕਿ ਗੱਲ ਉਹ ਤੁਹਾਡੀ ਅੱਗੇ ਟੁਰੇਗੀ ਜਿਹੜੀ ਨਵੀਂ ਹੋਏਗੀ। ਨਵੀਂ ਤਾਂ ਹੋਏਗੀ ਕਿ ਜੇ ਤੁਹਾਨੂੰ ਇਹ ਪਤਾ ਹੋਏਗਾ ਕਿ ਪਹਿਲੇ ਗੱਲ ਕਿਹੜੀ ਹੋ ਰਹੀ ਹੈ। ਅਗਰ ਤੁਹਾਡਾ ਮੁਤਾਲਿਆ ਹੈ, ਤੁਹਾਨੂੰ ਪਤਾ ਹੋਏਗਾ ਕਿ ਹੁਣ ਇੱਥੇ ਤੱਕ ਗੱਲ ਹੋ ਰਹੀ ਹੈ, ਮੈਂ ਇਸ ਤੋਂ ਬਾਅਦ ਇਸ ਤੋਂ ਅੱਗੇ ਦੀ ਗੱਲ ਕਰਨੀ ਹੈ। ਅੱਗੇ ਦੀ ਗੱਲ ਕਰਨ ਵਾਸਤੇ ਜਿਹੜੀ ਹੋ ਚੁੱਕੀ ਹੈ ਉਹਦੇ ਵਾਸਤੇ ਮੁਤਾਲਿਆ, ਉਹਦੇ ਵਾਸਤੇ ਕਿਤਾਬ ਪੜ੍ਹਨਾ ਬਹੁਤ ਜ਼ਰੂਰੀ ਹੈ। ਮੈਂ ਇਹਦੇ ਤੇ ਆਪਣੀ ਗੱਲ ਵਾਹ ਵਾਹ, ਬਹੁਤ ਸੋਹਣੀ ਫਰਾਦ ਬਾਈ ਨੇ ਗੱਲ ਕੀਤੀ। ਸੂਫੀਆਂ ਨੂੰ ਪੜਾਂਗੇ ਸਾਨੂੰ ਵੀ ਪਤਾ ਲੱਗੇਗਾ ਕਿ ਜਿਹੜਾ ਸਕ੍ਰਿਪਟ ਸਾਨੂੰ ਲੱਗਦਾ ਹੈ ਕਿ ਉਹ ਸਕ੍ਰਿਪਟ ਪੂਰਾ ਨਹੀਂ, ਤੇ ਅਗਰ ਸੂਫੀ ਨੇ ਪੂਰੀ ਗੱਲ ਉਸ ਸਕ੍ਰਿਪਟ 'ਚ ਕਰ ਲਈਏ ਤੇ ਅਸੀਂ ਕਿਹੜੀ ਗੱਲ ਸਾਡੀ ਰਹਿ ਜਾਏਗੀ ਜਿਹੜੀ ਅਸੀਂ ਸ਼ਾਹਮੁਖੀ ਸਕ੍ਰਿਪਟ 'ਚ ਨਹੀਂ ਕਰ ਸਕਦੇ। ਤੇ ਜਦੋਂ ਕਿ ਬਾਬਾ ਫਰੀਦ ਆਪਣੀ ਗੱਲ ਸਮਝਾ ਗਏ ਔਰ ਬਾਕੀ ਸਾਰੇ ਸੂਫੀ ਸ਼ਾਇਰ, ਤੇ ਸਾਨੂੰ ਸਭ ਨੂੰ ਪੜ੍ਹਨਾ ਚਾਹੀਦਾ ਹੈ। ਤੇ ਦੂਜਾ, ਅੱਜ ਦਾ ਇਸ ਪ੍ਰੋਗਰਾਮ ਦਾ ਵੇਲਾ ਜਿਹੜਾ ਹੱਥੋਂ ਨਿਕਲਦਾ ਜਾ ਰਿਹਾ ਹੈ, ਅਸੀਂ ਬਹੁਤ ਹੀ ਧੰਨਵਾਦੀ ਹਾਂ ਅਸੀਂ ਫਰਾਦ ਇਕਬਾਲ ਵੀਰ ਦੇ, ਉਹਨਾਂ ਨੇ ਸਾਨੂੰ ਟਾਈਮ ਦਿੱਤਾ, ਉਹਨਾਂ ਨੇ ਸਾਨੂੰ ਸੂਫੀਆਂ ਦਾ ਕਲਾਮ ਵੀ ਸਾਂਝਾ ਕੀਤਾ, ਆਪਣੀ ਵੀ ਕਹਾਣੀ ਉਹਨਾਂ ਨੇ ਹੱਡ ਬੀਤੀ ਦੱਸੀ, ਤੇ ਅਸੀਂ ਇਹਨਾਂ ਦੇ ਨਾਲ ਜੁੜੇ ਰਵਾਂਗੇ। ਇਹਨਾਂ ਦਾ ਬਹੁਤ ਸਾਰਾ ਕਲਾਮ ਜਿਹੜਾ YouTube ਤੇ ਪਿਆ ਹੈ, ਤੁਸੀਂ ਉੱਥੇ ਵੀ ਦੇਖ ਸਕਦੇ ਹੋ। ਮੈਂ ਵੀ ਇੱਕ ਦੋ ਚੀਜ਼ਾਂ ਜਿਹੜੀਆਂ ਇਹਨਾਂ ਦੀ ਗਾਈਆਂ ਉਹ ਪੰਜਾਬੀ ਕਾ ਪੇਜ ਤੇ ਸ਼ੇਅਰ ਕੀਤੀਆਂ ਨੇ, ਤੇ ਉਹ ਜ਼ਰੂਰ ਤੁਸੀਂ ਦੇਖਿਓ। ਔਰ ਇਹ ਹਰ ਪੰਜਾਬੀ ਦੇ ਨਾਲ ਖਲੋਤੇ ਨੇ, ਇਹਨਾਂ ਦਾ ਪੈਗਾਮ ਇਹਨਾਂ ਦੀ ਸ਼ਾਇਰੀ ਵਿੱਚੋਂ ਲੱਭ ਜਾਂਦਾ ਹੈ। ਜਿਵੇਂ ਕਿ ਅੱਜ ਦੀ ਸਾਰੀ ਗੁਫ਼ਤਗੂ ਦਾ ਅਗਰ ਮੈਂ ਹਾਸਲ ਇਹ ਦੱਸਾਂ ਕਿ ਸਾਨੂੰ ਆਪਣੀ ਜ਼ੁਬਾਨ ਦੇ ਨਾਲ ਜੁੜਿਆ ਰਹਿਣਾ ਚਾਹੀਦਾ ਹੈ, ਆਪਣੇ ਅਹਿਸਾਸੇ ਨਾਲ, ਆਪਣੇ ਸੂਫੀਆਂ ਦੇ ਕਲਾਮ ਨਾਲ, ਤੇ ਉਹਦੇ ਨਾਲ ਥੋੜ੍ਹੀ ਵੀ ਵਿੱਥ ਹੋਵੇ ਤੇ ਉਹ ਸਾਨੂੰ ਵਾਰਾ ਨਹੀਂ ਖਾਂਦੀ। ਇਹਨਾਂ ਦੇ ਮੁਜਬ ਕਿ ਵਿੱਥ ਤੇ ਸੱਜਣਾ ਵਿੱਥ ਹੁੰਦੀ ਏ, ਭਾਵੇਂ ਹੋਵੇ ਵਾਲ ਬਰਾਬਰ। ਤੇ ਸਾਡੇ ਤੇ ਸਾਡੀ ਮਾਂ ਬੋਲੀ ਦੇ ਵਿੱਚ ਇੱਕ ਵਾਲ ਦੀ ਵਿੱਥ ਵੀ ਨਹੀਂ ਹੋਣੀ ਚਾਹੀਦੀ। ਸਾਨੂੰ ਮਾਣ ਹੋਣਾ ਚਾਹੀਦਾ ਹੈ ਆਪਣੇ ਅਹਿਸਾਸੇ ਤੇ, ਆਪਣੀ ਵਿਰਾਸਤ ਤੇ, ਆਪਣੇ ਉਸ ਸੂਫੀ ਸਿਆਣਫ ਤੇ ਜਿਹੜਾ ਸਾਡੀ ਜ਼ੁਬਾਨ 'ਚ ਮੌਜੂਦ ਹੈ। ਤੇ ਅਸੀਂ ਰਲ ਕੇ ਤੇ ਗੱਲ ਕਰਦੇ ਰਵਾਂਗੇ। ਸਾਰੇ ਦੋਸਤ ਜਿਹੜੇ ਸੁਣ ਰਹੇ ਨੇ ਉਹਨਾਂ ਦਾ ਬਹੁਤ ਸ਼ੁਕਰੀਆ, ਧੰਨਵਾਦ ਕਿ ਉਹਨਾਂ ਨੇ ਸਾਡੇ ਨਾਲ ਰਹੇ। ਬਹੁਤ ਸਾਰੇ ਦੋਸਤਾਂ ਦੇ ਅਸੀਂ ਕਮੈਂਟਸ ਦਾ ਜਵਾਬ ਨਹੀਂ ਦੇ ਸਕੇ, ਉਹ ਜ਼ਰੂਰ ਬਾਅਦ ਚੋਂ ਫਰਾਦ ਬਾਈ ਵੇਖਣਗੇ, ਇਹ ਵੀ ਜਵਾਬ ਦੇਣਗੇ। ਮੈਂ ਵੀ ਫਰਦਨ ਤੁਹਾਡਾ ਸ਼ੁਕਰੀਆ ਅਦਾ ਕਰਾਂਗਾ, ਧੰਨਵਾਦੀ ਹਾਂ ਕਿ ਤੁਸੀਂ ਸਾਡੇ ਇਸ ਕੰਮ ਨੂੰ ਸਰਾਹ ਰਹੇ ਹੋ। ਤੇ ਤੁਸੀਂ ਰਾਮ ਸਰੂਪ ਅਨਖੀ ਸਾਧ ਸਭਾ ਤੇ ਪੰਜਾਬੀ ਕਾ ਅਕੈਡਮੀ ਦੇ ਰਲਵੇਂ ਮੰਚ ਤੇ ਸਾਨੂੰ ਦੋਵਾਂ ਅਦਾਰਿਆਂ ਨੂੰ ਇਜਾਜ਼ਤ ਦਿਓ, ਆਪਣੇ ਮਹਿਮਾਨ ਆਜ਼ਮ ਮਲਕ ਨੂੰ, ਤੇ ਅਸੀਂ ਛੇਤੀ ਅਗਲੇ ਪ੍ਰੋਗਰਾਮ 'ਚ ਤੁਹਾਡੇ ਨਾਲ ਹਾਜ਼ਰ ਹੋਵਾਂਗੇ। ਬਹੁਤ ਸ਼ੁਕਰੀਆ ਫਰਾਦ ਇਕਬਾਲ ਜੀ, ਔਰ ਬਹੁਤ ਹੀ ਮਿਹਰਬਾਨੀ ਤੁਹਾਡੀ, ਔਰ ਬਾਕੀ ਸੁਣਨ ਵਾਲਿਆਂ ਦਾ ਵੀ ਸ਼ੁਕਰੀਆ। ਅੱਲਾ ਬੇਲੀ।